ਜਿਹੜੇ ਪੁਰਾਣੇ ਮੁਹੱਬਤਨਾਮੇ ਨੇ ਉਹ ਖਤਮ ਹੋ ਜਾਂਦੇ ਨੇ, ਨਵੇਂ ਲਿਖੇ ਜਾਂਦੇ ਨੇ। ਅਤੇ ਉਹ ਦੌਰ ਦੇ ਵਿੱਚ ਸੀ ਤਾਂ ਕੁਛ ਵੈਸੇ ਸਵਾਦ ਸੀ, ਕੁਛ ਮੈਨੂੰ ਲੱਗਣੀ ਸੀ, ਤਾਂ ਮੈਂ ਤਾਰੀਫ ਕੀਤੀ ਵੀ ਇਹਦੇ ਨਾਲ ਦਾ ਪਰੌਂਠਾ ਨਹੀਂ ਖਾਇਆ। ਮੇਰੇ ਪਿਤਾ ਜੀ ਚਲੇ ਗਏ, ਹੁਣ ਉਹਨਾਂ ਨੇ ਸਾਨੂੰ ਪਾਲ ਪੋਸ ਕੇ, ਮਾਂ ਬਾਪ ਸਾਰੇ ਪਿਆਰ ਨਾਲ ਪਾਲਦੇ ਨੇ। ਅਤੇ ਫਿਰ ਉਹੀ ਗੱਲ, ਕਿਸੇ ਨੂੰ ਗਲਤ ਜਾਂ ਠੀਕ 'ਚ ਨਹੀਂ। ਉਹਨਾਂ ਨੂੰ ਵੀ ਆਪਣਾ ਜਿਹੜਾ ਮੁਖਤਿਆਰਨਾਮਾ ਸੀ ਫਟਦਾ ਜਿਹਾ ਨਜ਼ਰ ਆਇਆ। ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਯੂ ਹੈਵ ਇਨਸਲਟਡ ਮਾਈ ਵਾਈਫ ਇਨ ਫਰੰਟ ਆਫ ਯੋਰ ਵਾਈਫ। ਤੂੰ ਬੇਇੱਜ਼ਤ ਕਰਿਆ ਮੇਰੀ ਘਰਵਾਲੀ ਨੂੰ ਆਪਣੀ ਘਰਵਾਲੀ ਦੇ ਸਾਹਮਣੇ। ਸਾਨੂੰ ਸਮਝ ਨਹੀਂ ਆਇਆ ਵੀ ਇਹ ਘਰਵਾਲੀਆਂ ਕਿੱਥੋਂ ਆ ਗਈਆਂ, ਵੀ ਇਸ ਟੇਬਲ ਦੇ ਉੱਪਰ ਤਾਂ ਇੱਕ ਪਰਿਵਾਰ ਬੈਠਾ ਸੀ। ਸਵੇਰ ਜੇ ਦੀ ਗੱਲ ਸੀਗੀ, ਸ਼ਾਮ ਤੱਕ ਹੁੰਦੇ ਹੁੰਦੇ ਸਭ ਤੋਂ ਵਧੀਆ ਜੋ ਮੇਰੇ ਮਾਂ ਬਾਪ ਮੇਰੇ ਨਾਲ ਕਰ ਸਕਦੇ ਸੀ ਉਹਨਾਂ ਨੇ ਕੀਤਾ। ਮੈਨੂੰ ਕਹਿੰਦੇ ਕਾਕਾ ਜੀ ਚੱਲੋ। ਅੱਛਾ ਜੀ, ਇੰਨੀ ਛੋਟੀ ਗੱਲ ਤੇ ਨਹੀਂ, ਬਹੁਤ ਵੱਡੀ ਗੱਲ ਹੈ, ਛੋਟੀ ਕਿੱਥੇ ਗੱਲ ਹੋ ਗਈ ਜੀ, ਕਮਾਲ ਹੈ। ਕਚਹਿਰੀ ਦੇ ਵਿੱਚ ਤੁਹਾਡੇ ਨਾਮ ਮੁਖਤਿਆਰਨਾਮਾ ਲਿਖਿਆ ਹੋਵੇ, ਮੈਂ ਦਾਵਾ ਪੇਸ਼ ਕਰ ਲਾਂ, ਤੁਸੀਂ ਛੋਟੀ ਗੱਲ ਦੱਸਦੇ ਹੋ ਨਾ, ਉਹ ਤਾਂ ਵੱਡਾ ਕਲੇਸ਼ ਸੀਗਾ ਜੀ। 3 ਕੱਪੜੇ ਸੀ ਉਹ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਦਿੱਤੇ, ਉਹ ਲੈ ਕੇ ਅਸੀਂ ਘਰੋਂ ਚਲੇ ਗਏ। ਗਰਮ ਖੂਨ ਦੇ ਨਾਲ ਗਏ, ਠੰਡ ਦੇ ਦਿਨ ਸੀ, ਬੜੇ ਮਜ਼ੇਦਾਰ। ਮੈਨੂੰ ਇਹ ਉਮੀਦ ਸੀ ਵੀ ਅੱਗੇ ਵੀ ਤਾਂ ਕਿੰਨੀ ਵਾਰੀ ਰੁੱਸ ਕੇ ਗਿਆ ਯਾਰ, ਤਾਂ 10 ਮਿੰਟ ਘੰਟੇ ਅੱਧੇ ਘੰਟੇ ਦੀ ਗੱਲ ਆ। ਬਾਹਰ ਨਿਕਲਿਆ ਤਾਂ 5 ਰੁਪਏ ਸੀ ਜੀ ਮੇਰੀ ਜੇਬ ਦੇ ਵਿੱਚ। ਥੋੜ੍ਹੇ ਜਿਹੇ ਸਮੋਸੇ ਖਰੀਦੇ, ਬਿਨਾਂ ਟਿਕਟ ਤੋਂ ਮੈਂ ਨਾਭੇ ਵਾਪਸ ਆਇਆ, ਕਿਉਂਕਿ ਮੇਰੇ ਕੋਲ ਸਿਰਫ 1 ਰੁਪਏ ਦਾ ਠੋਲੂ ਬਚਿਆ ਸੀ। ਉਹ ਬੱਤੀਆਂ ਵਾਲਾ ਸਟੋਵ ਨਹੀਂ ਜਲਾਉਣਾ ਆਉਂਦਾ ਸੀਗਾ, ਉਹ ਬੜਾ ਕਦੀ ਚਲਾਇਆ ਹੀ ਨਹੀਂ ਚੀਜ਼ਾਂ ਇਹੋ ਜਿਹੀਆਂ। ਓ ਮਾਈ ਗॉड, ਦੈਟ ਵਾਜ਼ ਅ ਬਿਗ ਇਸ਼ੂ ਵੀ ਇਹਨੂੰ ਹੁਣ ਅਸੀਂ ਚਲਾਈਏ ਕਿਵੇਂ। ਪੂਰਾ ਕਮਰਾ ਅਸੀਂ ਆਪਣਾ ਕਾਲਾ ਕਰ ਲਿਆ, ਕਿਚਨ ਬਾਹਰ ਬੈਠ ਕੇ ਫਿਰ ਬਾਹਰ ਚਲਦੇ ਨੇ ਤਾਂ ਸਾਰਾ ਕੁਝ ਕਾਲਾ ਕਰ ਦਾਂਗੇ। ਉਹ ਛੋਟੇ ਜਿਹੇ ਕਾਰਨਰ ਦੇ ਵਿੱਚ ਮੇਰੇ ਖਿਆਲ ਸਾਡਾ ਕਿਚਨ ਜਿਹੜਾ ਸੀਗਾ ਇੱਕ ਕਾਰਨਰ ਸੀਗਾ, ਸ਼ਾਇਦ ਇੰਨਾ ਕੀ ਹੋਏਗਾ ਕਾਰਨਰ। 19 ਦਿਨ ਲਗਾਤਾਰ, ਦਿਨ ਵੀ ਕਹੇ ਜਿਹੀ ਸੀ, ਰਾਤ ਵੀ ਕਹੇ ਜਿਹੀ ਸੀ। ਅਸੀਂ ਸਾਰਾ ਮਾਲ ਬਣਾ ਬਣੂ ਕੇ, ਮੈਲ ਇਸ ਤਰ੍ਹਾਂ ਪੱਪੜੀ ਵਾਂਗੂ ਉਤਰਦੀ ਸੀ ਸਾਡੀ। ਬਟ ਜੇ ਉਹ ਪਰੌਂਠੀ ਨਾ ਹੁੰਦੀ ਤਾਂ ਅਸੀਂ ਸ਼ਾਇਦ ਇੱਥੇ ਨਾ ਹੁੰਦੇ। ਉਸ ਤੋਂ ਬਾਅਦ ਅਸੀਂ 50-60 ਕਰੋੜ ਰੁਪਈਆ ਵੀ ਕਮਾਇਆ, ਕੋਈ ਇਹੋ ਜਿਹੀ ਗੱਲ ਨਹੀਂ। ਮੈਨੂੰ ਬਾਹਰਲੇ ਬੰਦੇ ਨਾਲ ਆਟੋਮੈਟਿਕਲੀ ਮੇਰੇ ਮੂੰਹ ਦੇ ਵਿੱਚ ਉਹਦੀ ਹਿੰਦੀ ਨਿਕਲਦੀ ਸੀਗੀ, ਅਤੇ ਇੱਥੇ ਸਭ ਮੇਰੇ ਮੂੰਹ ਤੋਂ ਦੇਖਦੇ ਸੀ ਕਿ ਇਹ ਪਤਾ ਨਹੀਂ ਕਿੱਥੋਂ ਦੀ ਆਈ ਹੈ, ਕਿੱਥੇ ਬੰਗਾਲ ਬੰਗੂਲ ਤੋਂ ਆਈ ਹੋਣੀ ਹੈ ਕੁਛ। ਮੇਰੇ ਦੇਖਣ 'ਚ ਮੈਂ ਪੰਜਾਬੀ ਲੱਗਦੀ ਨਹੀਂ, ਸਰਦਾਰਨੀ ਮੈਂ ਲੱਗਦੀ ਨਹੀਂ ਆ। ਕੁਦਰਤ ਨੇ ਕੋਈ ਘਾਟ ਵੀ ਨਹੀਂ ਛੱਡੀ। ਅਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹਾਂ, ਜੋ ਸਾਨੂੰ ਚਾਹੀਦਾ ਉਸ ਤੋਂ 10 ਰੁਪਏ ਵੱਧ ਨੇ ਸਾਡੇ ਕੋਲ। ਬਿਲਕੁਲ। ਉਸੇ ਡਾਈਨਿੰਗ ਟੇਬਲ 'ਤੇ ਜਿੱਥੇ ਪਰਾਂਠਾ ਫਾਈਟ ਸਾਡੀ ਸ਼ੁਰੂ ਹੋਈ, ਉੱਥੇ ਲਿਆ ਕੇ ਅਸੀਂ ਨੋਟਾਂ ਦਾ ਢੇਰ ਲਾਇਆ। ਆਪਸ 'ਚ ਇੱਕ ਦੂਸਰਾ ਨਜ਼ਰ ਨਹੀਂ ਸੀ ਆ ਰਿਹਾ ਸਾਨੂੰ, ਔਰ ਉਹ ਨੋਟਾਂ ਨੂੰ ਅੱਗ ਲਾਈ ਸੀ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਪ੍ਰੋਗਰਾਮ ਹੈ ਮੁਹੱਬਤਨਾਮਾ। ਮੈਂ ਰੁਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਜਦੋਂ ਅਸੀਂ ਕਿਸੇ ਖੂਬਸੂਰਤ ਜੋੜੇ ਨੂੰ ਦੇਖਦੇ ਹਾਂ ਤਾਂ ਉਹਨਾਂ ਦੀਆਂ ਚਿਹਰੇ ਦੀਆਂ ਮੁਸਕਰਾਹਟਾਂ ਵੇਖ ਕੇ ਇਹ ਯਕੀਨ ਕਰਦੇ ਹਾਂ ਕਿ ਉਹਨਾਂ ਦਾ ਸਫ਼ਰ ਬੇਹੱਦ ਖੂਬਸੂਰਤ ਲੰਘਿਆ ਹੋਏਗਾ। ਪਰ ਇਸ ਸਫ਼ਰ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਇੱਕ ਦੂਜੇ ਲਈ ਕੁਝ ਛੱਡਣ ਦੀਆਂ ਅਤੇ ਬਹੁਤ ਕੁਝ ਅਪਣਾਉਣ ਦੀਆਂ। ਇੱਦਾਂ ਦਾ ਹੀ ਇੱਕ ਜੋੜਾ ਅੱਜ ਸਾਡੇ ਵਿਚਕਾਰ ਹੈ। ਨਾਂ ਹੈ ਰਾਜਪਾਲ ਮਾਖਣੀ ਜੀ ਅਤੇ ਮੈਮ ਅਵਨੀਤ ਕੌਰ। ਇਸ ਵਕਤ ਉਹ ਨਾਭਾ ਸ਼ਹਿਰ ਵਿਖੇ ਰਹਿੰਦੇ ਨੇ ਅਤੇ ਉਹਨਾਂ ਦੇ 2 ਬੱਚੇ ਨੇ। ਜ਼ਿੰਦਗੀ ਦਾ ਸਫ਼ਰ ਉਹਨਾਂ ਨੇ ਇੱਕ ਦੂਜੇ ਦੇ ਸੰਗ ਕਿਵੇਂ ਗੁਜ਼ਾਰਿਆ, ਬਹੁਤ ਕੁਝ ਉਹ ਜੋ ਉਹਨਾਂ ਕੋਲ ਹੈ ਸਾਨੂੰ ਦੱਸਣ ਲਈ, ਜਿਹਦੇ ਤੋਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਵੀ ਹੌਸਲਾ ਮਿਲਦਾ ਹੈ ਜਿਹੜੇ ਹਰ ਵਾਰ ਸਾਡੇ ਇਸ ਪ੍ਰੋਗਰਾਮ ਦੀ ਉਡੀਕ ਕਰਦੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿੰਦਰ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ ਦੋਵਾਂ ਦਾ? ਬਹੁਤ ਵਧੀਆ। ਜਦੋਂ ਅਸੀਂ ਆਏ ਸੀ ਅਤੇ ਤੁਸੀਂ ਦੋਵੇਂ ਜਿਵੇਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਹੈ ਨਾ, ਅਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦੀ ਪੱਗ ਦੀ ਪੂਣੀ ਕਰਾਈ, ਤਾਂ ਮੈਨੂੰ ਐਂ ਲੱਗ ਰਿਹਾ ਸੀਗਾ ਕਿ ਇਹ ਨਾ 2 ਪੰਜਾਬੀ ਜੋੜਿਆਂ ਦਾ ਕੰਬੀਨੇਸ਼ਨ ਨਹੀਂ ਹੈਗਾ, ਕੋਈ ਬਹੁਤ ਦੂਰੋਂ ਆ ਕੇ ਇੱਕ ਦੂਜੇ ਨਾਲ ਜੁੜਿਆ ਅਤੇ ਜਿਹਨੇ ਇੱਕ ਦੂਜੇ ਦੀਆਂ ਸਾਰੀਆਂ ਆਦਤਾਂ, ਸਾਰਾ ਰਹਿਣ ਸਹਿਣ ਅਪਣਾਇਆ ਹੋਵੇ ਹੈ ਨਾ। ਅਤੇ ਬਾਅਦ 'ਚੋਂ ਪਤਾ ਲੱਗਿਆ ਤੁਸੀਂ ਹਿਮਾਚਲ ਤੋਂ। ਅਤੇ ਸਭ ਤੋਂ ਪਹਿਲਾਂ
ਮੈਂ ਵੈਸੇ ਇਹ ਸਵਾਲ ਮੈਨੂੰ ਅਖੀਰ ਤੇ ਪੁੱਛਣਾ ਚਾਹੀਦਾ ਸੀਗਾ, ਪਰ ਮੇਰੇ ਬਹੁਤ ਜ਼ਿਆਦਾ ਇੱਛਾ ਹੈ ਕਿ ਮੈਂ ਪਹਿਲਾਂ ਹੀ ਪੁੱਛਾਂ, ਇਸ ਸਟੇਜ ਤੇ ਆ ਕੇ ਜ਼ਿੰਦਗੀ ਦੀ ਤੇ ਕਿੰਨੇ ਕੁ ਸੈਟੀਸਫਾਈ ਹੋ ਇੱਕ ਦੂਜੇ ਨਾਲ? ਇੰਨਾ ਲੰਬਾ ਪੌਜ਼ ਤਾਂ ਨਹੀਂ ਚਾਹੀਦਾ। नहीं बहुत सेटिस्फाइड हाँ, क्योंकि पता है बहुत उतार चढ़ाव तो बाद और बहुत मतलब क्या अप्स एंड डाउनस इन लाइफ दे जाके ਅਸੀਂ ਇੱਥੇ ਤੱਕ ਪਹੁੰਚੇ ਹਾਂ। ਔਰ ਜਦੋਂ ਹੁਣ ਪਿੱਛੇ ਦੇ ਮੁੜ ਕੇ ਦੇਖਦੇ ਸੀ ਕਹਿੰਦੇ ਅੱਛਾ ਅਸੀਂ ਇਹਨਾਂ ਨਾ ਕੁਝ ਕਰ ਲਿਆ ਨਾ ਪਾਰ ਕਰ ਲਿਆ, ਔਰ ਹੁਣ ਉਹ ਇਹ ਲੱਗਦਾ ਕਿ ਕੁਝ ਪੋੜ ਦੇ ਅੱਖ ਤੇ ਜਿਵੇਂ ਕਹਿੰਦੇ ਨਾ ਉਹ ਕਿ ਇੱਕ ਚਪਕਦੇ ਹੀ ਸਭ ਖਤਮ ਹੋ ਮਤਲਬ ਹੋ ਗਿਆ, ਉਹ ਪਾਰ ਹੋ ਗਿਆ। ਔਰ ਬੜਾ ਅਜੀਬ ਲੱਗਦਾ ਸੋਚ ਕੇ ਕਿ ਇੰਨਾ ਲੰਬਾ ਸਫ਼ਰ ਸੀਗਾ, ਔਰ ਹੁਣ ਜਦ ਝਾਕਦੇ ਹਾਂ ਤਾਂ ਇਟਸ ਰੀਲੀ ਡਿਫਿਕਲਟ, ਮਤਲਬ ਸਾਰਾ ਕੁਝ ਕਰਨਾ, ਉਹਨੂੰ ਜੱਜ ਕਰਨਾ ਬਹੁਤ ਮੁਸ਼ਕਿਲ ਹੈਗਾ ਕਿ ਕਿਵੇਂ ਹੋ ਗਿਆ ਸਭ ਕੁਝ। ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? ਸਾਡੇ ਵਿਆਹ ਨੂੰ 30 ਇਅਰਸ, ਇਸ ਸਾਲ 31 ਹੋ ਜਾਣਗੇ, 30 ਇਅਰਸ ਹੋ ਗਏ ਸਾਡੇ ਵਿਆਹ ਨੂੰ। ਤੁਸੀਂ ਗੁੱਸਾ ਨਾ ਮੰਨ ਜਿਓ, ਮੈਂ ਤਾਂ ਪੁੱਛਿਆ ਕਿਉਂਕਿ ਉਹ ਲੱਗਦੇ ਨਹੀਂ ਕਿ ਉਹਨਾਂ ਦੇ ਵਿਆਹ ਨੂੰ 30 ਸਾਲ ਹੋ ਗਏ ਨੇ ਨਾ, ਤੇ ਇਦਾਂ ਹੀ ਲੱਗਦਾ ਹੈ ਕਿ ਮਤਲਬ ਜਿਵੇਂ ਕੱਲ ਤੁਸੀਂ ਵਿਆਹ ਕੇ ਆਏ ਹੋਵੋਗੇ ਨਾ, ਮੈਂ ਜਦੋਂ ਪਹਿਲੀ ਵਾਰ ਵੀ ਤੁਹਾਨੂੰ ਮਿਲੀ ਸੀ ਮੈਨੂੰ ਐਂ ਲੱਗਦਾ ਸੀ ਵੀ ਓਹੋ ਅਸੀਂ ਇਹਨਾਂ ਦੀ ਉਮਰ 'ਚ ਜਾ ਕੇ ਇਦਾਂ ਦੇ ਰਵਾਂਗੇ, ਤਾਂ ਮੈਨੂੰ ਲੱਗਦਾ ਕ੍ਰੈਡਿਟ ਇੱਧਰ ਹੀ ਜਾਂਦਾ ਹੈ ਸਾਰੀ ਚੀਜ਼। ਕ੍ਰੈਡਿਟ ਹਾਂ, ਇਹ ਚੀਜ਼ ਦਾ ਕ੍ਰੈਡਿਟ ਹਰ ਵੇ ਲੈਂਦੇ ਹੁੰਦੇ ਕਿ ਤੂੰ ਮੈਨੂੰ ਕੀ ਬਣਾਤਾ ਔਰ ਦੇਖ ਮੈਂ ਕੀ ਬਣ ਗਿਆ। ਬਿਲਕੁਲ। ਸਿਰ ਤੁਸੀਂ ਦੱਸੋ ਵੀ ਤੁਹਾਡਾ ਦੋਨਾਂ ਦਾ ਮਿਲਣਾ ਕਿਵੇਂ ਹੋਇਆ, ਮਤਲਬ ਤੁਹਾਡੇ ਵਿਆਹ ਦੀ ਗੱਲ ਕਿੱਦਾਂ ਤੁਰੀ ਜਾਂ ਵਿਆਹ ਤੁਹਾਡਾ ਕਿਵੇਂ ਹੋਇਆ? ਹਾਂ ਦੇਖੋ ਸਾਡੀ ਅਰੇਂਜਡ ਮੈਰਿਜ ਸੀ, ਤੇ ਸ਼ੁਰੂ ਤੋਂ ਇਹਨੂੰ ਚੰਗੇ ਮਾੜੇ ਦੇ ਵਿੱਚ ਨਾ ਅਸੀਂ ਦੇਖੀਏ, ਹਰ ਬੰਦੇ ਦੇ ਆਪਣੇ ਰੁਝਾਨ ਹੁੰਦੇ ਨੇ। ਜਿਵੇਂ ਤੁਹਾਡਾ ਸਰਲੇਖ ਹੈ ਮੁਹੱਬਤਨਾਮਾ, ਹਾਂਜੀ, ਜ਼ਿਆਦਾ ਅਸੀਂ ਇਹ ਇੱਕ ਨਰ ਤੇ ਨਾਰੀ ਦੇ ਰਿਸ਼ਤੇ ਦੇ ਆਸ-ਪਾਸ ਦੇਖਦੇ ਹਾਂ, ਬਟ ਮੁਹੱਬਤ ਤਾਂ ਸ਼ੁਰੂ ਤੋਂ ਪਹਿਲਾਂ ਮਾਂ ਨਾਲ ਹੁੰਦੀ ਹੈ, ਫਿਰ ਤੁਹਾਡੇ ਕਿਸੇ ਕਿੱਤੇ ਨਾਲ ਹੁੰਦੀ ਹੈ। ਤੇ ਮੇਰੀਆਂ ਜਿਹੜੀਆਂ ਮੁਹੱਬਤਾਂ ਸੀਗੀਆਂ ਉਹ ਥੋੜ੍ਹੀਆਂ ਅਲੱਗ ਤਰ੍ਹਾਂ ਦੀਆਂ ਸੀਗੀਆਂ। ਮੈਂ ਕ੍ਰੀਏਟਿਵ ਜਿਹਾ ਬੰਦਾ ਸ਼ੁਰੂ ਤੋਂ, ਮੈਨੂੰ ਮਸ਼ੀਨਾਂ ਦਾ ਬੜਾ ਸ਼ੌਂਕ ਸੀ। ਸਾਡੇ ਘਰ ਕੋਈ ਵੀ ਟੋਏ ਆਉਣਾ ਉਹਨੂੰ ਖਿਲਾਰਨਾ, ਔਰ ਸਾਰਾ ਮੈਨੂੰ ਬਹੁਤ ਉਹ ਜ਼ਿਆਦਾ ਮੁਤਾਸਰ ਕਰਦੀਆਂ ਸੀ ਚੀਜ਼ਾਂ। ਤਾਂ ਮੇਰੇ ਵਾਸਤੇ ਪਹਿਲਾ ਰਿਸ਼ਤਾ ਆਇਆ, ਹਾਂਜੀ, ਤੇ ਪਹਿਲੇ ਰਿਸ਼ਤੇ ਨਾਲ ਹੀ ਸ਼ਾਦੀ ਹੋ ਗਈ। ਪਟਿਆਲੇ ਸਾਡੇ ਵਿਚੋਲੇ ਸੀ ਰੱਤਾ ਭੈਣ ਜੀ, ਉਹਨਾਂ ਨੇ ਇਹਨਾਂ ਦੇ ਫਾਦਰ ਜੇ ਸਕੂਲ ਆਫ ਆਰਟਸ ਦੇ ਵਿੱਚ ਪੜ੍ਹਦੇ ਸੀ, ਸ਼ਿਵ ਬਟਾਲਵੀ ਦੇ ਕਲਾਸ ਫੈਲੋ ਸੀ ਸਰਦਾਰ ਬਲਜੀਤ ਸਿੰਘ। ਮਦਰ ਵੀ ਇਹਨਾਂ ਦੇ ਟੀਚਿੰਗ ਬੈਕਗਰਾਊਂਡ ਤੋਂ ਸੀਗਾ। ਤੋ ਇਹ ਰਹੇ ਹਿਮਾਚਲ ਦੇ ਵਿੱਚ ਨੇ, ਹੈਗੇ ਹਿਮਾਚਲੀ ਉਹਨੇ ਜਿੱਥੇ ਤੁਸੀਂ ਬੌਰਨ ਐਂਡ ਬ੍ਰੌਟ ਅਪ ਹੋ। ਤਾਂ ਸਾਡੀ ਬਿਲਕੁਲ ਅਰੇਂਜਡ ਮੈਰਿਜ ਸੀਗੀ। ਅਤੇ ਜਿਵੇਂ ਮੈਂ ਮਤਲਬ ਇਹ ਸਾਰਿਆਂ ਵਾਸਤੇ ਤਾਂ ਨਹੀਂ ਕਹਿ ਸਕਦਾ, ਪਰ 25 ਸਾਲ ਦੀ ਮੇਰੀ ਉਮਰ ਸੀ, 23 ਸਾਲ ਦੀ ਇਹਨਾਂ ਦੀ ਉਮਰ ਸੀ। ਮੈਨੂੰ ਇਹ ਲੱਗਦਾ ਕਿ ਉਦੋਂ ਚੀਜ਼ਾਂ ਨੂੰ ਸਮਝਣ ਦੀ ਉਮਰ ਸ਼ਾਇਦ ਅਜੇ ਨਹੀਂ ਆਈ ਹੁੰਦੀ, ਤਜਰਬਾ ਨਹੀਂ ਆਇਆ ਹੁੰਦਾ। ਜੋ ਮੇਰੀਆਂ ਫੀਲਿੰਗ ਸੀਗੀਆਂ, ਜੋ ਇਹਦੀਆਂ ਫੀਲਿੰਗਸ ਆ, ਉਹ ਤਾਂ ਇਹ ਜ਼ਿਆਦਾ ਬੈਟਰ ਦੱਸ ਸਕਦੀ ਹੈ। ਤਾਂ ਮੁਹੱਬਤ ਨਾਲੋਂ ਨਾਮੇ ਨਾਲੋਂ ਜ਼ਿਆਦਾ ਉਹ ਇੱਕ ਮੁਖਤਿਆਰਨਾਮਾ ਸੀ। ਮਤਲਬ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਜਿਹੜਾ ਮੇਰਾ ਹੁਣ ਜੀਵਨ ਸਾਥੀ ਹੈ, ਇਹ ਸਿਰਫ ਔਰ ਸਿਰਫ ਮੇਰੇ ਵਾਸਤੇ ਹੈ। ਅਤੇ ਉਹਨੂੰ ਵੰਡਾਉਣ ਦਾ ਮਤਲਬ ਹੀ ਨਹੀਂ ਹੈ ਵੀ ਜੇ ਅੱਜ ਪਿੱਛੇ ਬੈਠ ਕੇ ਮੈਂ ਉਦੋਂ ਤਾਂ ਸਮਝ ਵੀ ਨਹੀਂ ਸੀ ਆਉਂਦੀ ਚੀਜ਼ ਦੀ, ਪਰ ਅੱਜ ਜਦੋਂ ਮੈਂ ਬੈਠ ਕੇ ਦੇਖਦਾ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਇੱਕ ਮੁਖਤਿਆਰਨਾਮਾ ਮੇਰੇ ਨਾਂ ਇਹਦੇ ਮਾਂ-ਬਾਪ ਨੇ ਲਿਖਤਾ। ਅਤੇ ਇਸ ਤਰ੍ਹਾਂ ਦੇ ਹੀ ਮੁਖਤਿਆਰਨਾਮੇ ਮੇਰੀ ਪਹਿਲੀ ਮੁਹੱਬਤ ਮੇਰੀ ਮਾਂ, ਉਹਨੇ ਮੇਰੇ 'ਤੇ ਲਿਖਿਆ ਹੋਇਆ ਸੀਗਾ ਵੀ ਇਹ ਮੇਰਾ ਪੁੱਤ ਆ, ਤਾਂ ਉਹਦਾ ਵੀ ਮੁਖਤਿਆਰਨਾਮਾ ਇੱਕ ਸੀਗਾ। ਇਹ ਦੋਨੋਂ ਮੁਖਤਿਆਰਨਾਮਿਆਂ ਦੇ ਵਿੱਚੋਂ ਜੋ ਚੀਜ਼ਾਂ ਅਕਸਰ ਸਾਰਿਆਂ ਨਾਲ ਹੁੰਦੀਆਂ ਨੇ, ਉਹ ਸਾਡੇ ਨਾਲ ਵੀ ਹੋਣੀਆਂ ਸੀ, ਪਰ ਅਸੀਂ ਇਹਨੂੰ ਵਾਚਣ ਦੀ ਕੋਸ਼ਿਸ਼ ਕੀਤੀ। ਤੋਂ ਅੱਗੇ ਚੱਲ ਕੇ ਜਿਵੇਂ ਅਸੀਂ ਜੀਵਨ 'ਚ ਅੱਗੇ ਵਧੇ, ਤਾਂ ਉਹਨੂੰ ਵਾਚਣ ਦੀ ਕੋਸ਼ਿਸ਼ ਕੀਤੀ ਵੀ ਇਹ ਕਿਉਂ ਹੁੰਦੀਆਂ ਨੇ ਅਤੇ ਨਾ ਹੋਣ। ਇਹ ਪਹਿਲਾਂ ਹੀ ਸਾਨੂੰ ਜੇ ਸਮਝ ਆ ਜਾਵੇ ਤਾਂ ਜ਼ਿੰਦਗੀ ਦਾ ਸਫ਼ਰ ਬਹੁਤ ਵਧੀਆ। ਜਿੱਥੇ ਤੱਕ ਤੁਸੀਂ ਸੈਟਿਸਫੈਕਸ਼ਨ ਦੀ ਗੱਲ ਕਰੀ ਵੀ ਕਿਆ ਸੈਟਿਸਫੈਕਸ਼ਨ ਹੋ, ਕੁਦਰਤ ਕੋਲ ਕੁਝ ਜ਼ਿਆਦਾ ਨਹੀਂ ਹੈ ਤੁਹਾਨੂੰ ਦੇਣ ਵਾਸਤੇ। ਬਹੁਤ ਥੋੜ੍ਹੀਆਂ ਜਿਹੀਆਂ ਚੀਜ਼ਾਂ ਨੇ ਕੁਦਰਤ ਨੂੰ ਤੁਹਾਡੇ ਕੋਲ ਦੇਣ ਵਾਸਤੇ। ਔਰ ਅੱਜ ਜਦੋਂ ਮੈਂ ਆਸ-ਪਾਸ ਦੇਖਦਾ ਨਾ, ਤਾਂ ਤਕਰੀਬਨ ਬਹੁਤ ਸਾਰੇ ਲੋਕਾਂ ਕੋਲ 90% ਲੋਕਾਂ ਕੋਲ ਉਹ ਚੀਜ਼ਾਂ ਕੁਦਰਤ ਨੇ ਪਹਿਲਾਂ ਹੀ ਮੁਹੱਈਆ ਕਰਾਈਆਂ। ਸਕੂਟਰ ਦੀ ਗੱਲ ਕਰਦੇ ਹੋ, ਕਾਰ ਦੀ ਗੱਲ ਕਰਦੇ ਹੋ, ਘਰ ਦੀ ਗੱਲ ਕਰਦੇ ਹੋ, ਵੱਡਾ ਛੋਟਾ ਹੋ ਸਕਦਾ ਉਹ, ਪਰ ਉਹ ਤਕਰੀਬਨ ਸਾਡੇ ਕੋਲ ਹੈਗੀਆਂ ਨੇ। ਤੋ ਸਾਡੀ ਵੀ ਅੰਗਰੇਜ਼ੀ 'ਚ ਜਿਵੇਂ ਕਹਿੰਦੇ ਨੇ ਬੰਪੀ ਰਾਈਡ, ਟੁੱਟੀ ਹੋਈ ਸੜਕ ਵਾਲੀ ਰਾਈਡ ਸੀ। ਤੋ ਜੇ ਮੈਂ ਸ਼ੁਰੂ ਕਰਾਂ ਉਹਨੂੰ ਤੁਹਾਨੂੰ
ਕਿਉਂ ਇਸ ਤਰ੍ਹਾਂ ਹੁੰਦਾ ਉਹਦੇ 'ਤੇ ਵੀ ਮੈਂ ਜ਼ਰੂਰ ਚਰਚਾ ਕਰਨੀ ਚਾਹੂੰਗਾ, ਤਾਂ ਕਿ ਜਿਹੜੇ ਲੋਕ ਇਸ ਵੇਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਤਾਂ ਉਹਨੂੰ ਇੱਕ ਵਾਰੀ ਵਿਚਾਰਨ, ਸੋਚਣ ਕਿ ਵੀ ਕਿਆ ਇਸ ਤਰ੍ਹਾਂ ਹੀ ਹੁੰਦਾ। ਸਾਡੀ ਜੇ ਪਹਿਲਾ ਇਨਕਾਊਂਟਰ ਤੁਸੀਂ ਕਹੋ, ਡਾਈਨਿੰਗ ਟੇਬਲ ਦੇ ਉੱਤੇ ਅਸੀਂ ਬੈਠੇ ਸੀ, ਨਾਲ ਇੱਕ ਸਰਵਿਸ ਵਿੰਡੋ ਜਿੱਥੋਂ ਤੁਸੀਂ ਰੋਟੀ ਫੜਾ ਦਿਓ, ਉਹ ਸੀ। ਮੇਰੀ ਮਾਂ ਬਹੁਤ ਵਧੀਆ ਕੁੱਕ ਸੀ, ਹੁਣ ਤਾਂ ਚਲੀ ਗਈ ਉਹ। ਮੈਂ ਨਾ ਇੱਥੇ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਚੰਗੇ ਮਾੜੇ ਦੇ ਵਿੱਚ ਨਾ ਅਸੀਂ ਕਿਸੇ ਨੂੰ ਦੇਖੀਏ, ਕਿਸੇ ਰਿਸ਼ਤੇ ਨੂੰ ਨਹੀਂ, ਕਿਸੇ ਨਾਰੀ ਨੂੰ ਨਾ ਦੇਖੀਏ। ਅਸੀਂ ਸਾਰੇ ਜਿਹੜੇ ਹੈਗੇ ਆ ਇਨਸਾਨ ਆ, ਅਤੇ ਮਾਂ-ਬਾਪ ਵੀ ਸਾਡੇ ਇਨਸਾਨ ਹੈ, ਅਸੀਂ ਵੀ ਇਨਸਾਨ ਆ, ਬੱਚੇ ਵੀ ਸਾਰੇ। ਤਾਂ ਸਿਰਫ ਅਸੀਂ ਇਹਨੂੰ ਸਿਰਫ ਇਹ ਦੇਖਣ ਦੀ ਕੋਸ਼ਿਸ਼ ਕਰੀਏ ਕਿ ਕਿਸ ਪਰਿਸਥਿਤੀ ਦੇ ਵਿੱਚ ਇੱਕ ਆਮ ਇਨਸਾਨ ਕਿਵੇਂ ਪ੍ਰਤੀਕਿਰਿਆ ਕਰਦਾ, ਸਿਰਫ ਉਹਨੂੰ ਦੇਖਣ ਦੀ ਕੋਸ਼ਿਸ਼ ਕਰੀਏ। ਚੰਗਾ ਮਾੜੇ 'ਚ ਨਾ ਕਹੀਏ ਵੀ ਇਹ ਮਾੜਾ ਜਾਂ ਉਹ ਮਾੜਾ। ਤਾਂ ਉਹ ਟੇਬਲ ਦੇ ਉੱਤੇ ਅਸੀਂ ਬੈਠੇ ਹਾਂ, ਉਹੀ ਮਾਂ ਜਿਹਦੇ ਹੱਥ ਦੀਆਂ ਰੋਟੀਆਂ ਖਾ ਕੇ ਅਸੀਂ ਵੱਡੇ ਹੋਏ। ਉੱਥੇ ਪਰੌਂਠੀ ਬਣਾਈ ਇਹਨਾਂ ਨੇ, ਔਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ, ਪਰੌਂਠੀ ਅੱਜ ਵੀ ਇਹਦੇ ਨਾਲ ਦੀ ਮੁਸ਼ਕਿਲ ਹੀ ਬਣੂਗੀ। ਸਟਫਿੰਗ ਬਹੁਤ ਹੁੰਦੀ ਹੈ, ਹਲਕਾ ਜਿਹਾ ਉਹਦੇ ਉੱਤੇ ਆਟਾ ਹੁੰਦਾ, ਔਰ ਉਹ ਬਹੁਤ ਧੀਮੀ ਆਂਚ ਦੇ ਉੱਤੇ ਕ੍ਰਿਸਪ। ਤੁਸੀਂ ਖਾਓਗੇ ਤਾਂ ਤੁਸੀਂ ਇਸ ਚੀਜ਼ ਨੂੰ ਮੰਨੋਗੇ ਕਿ ਹਾਂ ਵਧੀਆ। ਮੈਨੂੰ ਤਾਂ ਵਧੀਆ ਲੱਗਣੀ ਸੀ ਕਿਉਂਕਿ ਉਮਰ ਉਹੀ ਜਿਹੀ ਸੀ ਉਦੋਂ। ਬਾਕੀ ਸਾਰੇ ਜਿਹੜੇ ਤੁਹਾਡੇ ਪੁਰਾਣੇ ਮੁਹੱਬਤਨਾਮੇ ਨੇ ਉਹ ਖਤਮ ਹੋ ਜਾਂਦੇ ਨੇ, ਨਵੇਂ ਲਿਖੇ ਜਾਂਦੇ ਨੇ। ਅਤੇ ਉਹ ਦੌਰ ਦੇ ਵਿੱਚ ਸੀ ਤਾਂ ਕੁਛ ਵੈਸੇ ਸਵਾਦ ਸੀ, ਕੁਛ ਮੈਨੂੰ ਲੱਗਣੀ ਸੀ, ਤਾਂ ਮੈਂ ਤਾਰੀਫ ਕੀਤੀ ਵੀ ਇਹਦੇ ਨਾਲ ਦਾ ਪਰੌਂਠਾ ਨਹੀਂ ਖਾਇਆ। ਤੋ ਇੱਕਦਮ ਉਸ ਟੇਬਲ 'ਤੇ ਕੁਛ ਇਸ ਤਰ੍ਹਾਂ ਦਾ ਹੋਇਆ ਜਿਹੜਾ ਸਾਨੂੰ ਸਮਝਦੇ ਹੀ ਬਹੁਤ ਟਾਈਮ ਲੱਗ ਗਿਆ। ਮੇਰੇ ਪਿਤਾ ਜੀ ਚਲੇ ਗਏ, ਹੁਣ ਉਹਨਾਂ ਨੇ ਸਾਨੂੰ ਪਾਲ ਪੋਸ ਕੇ, ਮਾਂ-ਬਾਪ ਸਾਰੇ ਪਿਆਰ ਨਾਲ ਪਾਲਦੇ ਨੇ। ਅਤੇ ਫਿਰ ਉਹੀ ਗੱਲ, ਕਿਸੇ ਨੂੰ ਗਲਤ ਜਾਂ ਠੀਕ 'ਚ ਨਹੀਂ। ਉਹਨਾਂ ਨੂੰ ਵੀ ਆਪਣਾ ਜਿਹੜਾ ਮੁਖਤਿਆਰਨਾਮਾ ਸੀ ਫਟਦਾ ਜਿਹਾ ਨਜ਼ਰ ਆਇਆ। ਉਹ ਕਹਿੰਦੇ, ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਯੂ ਹੈਵ ਇਨਸਲਟਡ ਮਾਈ ਵਾਈਫ ਇਨ ਫਰੰਟ ਆਫ ਯੋਰ ਵਾਈਫ। ਤੂੰ ਬੇਇੱਜ਼ਤ ਕਰਿਆ ਮੇਰੀ ਘਰਵਾਲੀ ਨੂੰ ਆਪਣੀ ਘਰਵਾਲੀ ਦੇ ਸਾਹਮਣੇ। ਸਾਨੂੰ ਸਮਝ ਨਹੀਂ ਆਇਆ ਵੀ ਘਰ ਵਾਲੀਆਂ ਕਿੱਥੋਂ ਆ ਗਈਆਂ, ਵੀ ਇਸ ਟੇਬਲ ਦੇ ਉੱਪਰ ਤਾਂ ਇੱਕ ਪਰਿਵਾਰ ਬੈਠਾ ਸੀ। ਅਤੇ ਫਿਰ ਜਦੋਂ ਅਟੈਕ ਹੋ ਗਿਆ ਤਾਂ ਮੈਂ ਵੀ ਵਾਪਸੀ ਦੇ ਵਿੱਚ ਕੁਝ ਕਿਹਾ ਹੋਊਗਾ, ਮੈਨੂੰ ਯਾਦ ਨਹੀਂ ਹੈ ਜੀ, ਕੋਈ ਜ਼ਰੂਰ ਕਿਹਾ ਹੋਊਗਾ। ਅਤੇ ਉਸ ਤੋਂ ਬਾਅਦ ਇਹ ਦੁਪਹਿਰ ਦੀ ਗੱਲ ਸੀ ਸ਼ਾਇਦ, ਇਹ ਸਵੇਰ ਜੇ ਦੀ ਗੱਲ ਸੀਗੀ। ਸ਼ਾਮ ਤੱਕ ਹੁੰਦੇ ਸਭ ਤੋਂ ਵਧੀਆ ਜੋ ਮੇਰੇ ਮਾਂ-ਬਾਪ ਮੇਰੇ ਨਾਲ ਕਰ ਸਕਦੇ ਸੀ ਉਹਨਾਂ ਨੇ ਕੀਤਾ। ਮੈਨੂੰ ਕਹਿੰਦੇ ਕਾਕਾ ਜੀ ਚੱਲੋ। ਅੱਛਾ ਜੀ, ਇੰਨੀ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਛੋਟੀ ਕਿੱਥੇ ਗੱਲ ਹੋ ਗਈ ਜੀ, ਕਮਾਲ ਹੈ। ਕਚਹਿਰੀ ਦੇ ਵਿੱਚ ਤੁਹਾਡੇ ਨਾਮ ਮੁਖਤਿਆਰਨਾਮਾ ਲਿਖਿਆ ਹੋਵੇ, ਮੈਂ ਦਾਅਵਾ ਪੇਸ਼ ਕਰ ਲਾਂ, ਤੁਸੀਂ ਛੋਟੀ ਗੱਲ ਦੱਸਦੇ ਹੋ ਨਾ। ਉਹ ਤਾਂ ਵੱਡਾ ਕਲੇਸ਼ ਸੀਗਾ ਜੀ। ਅਸੀਂ ਟੈਚੀ ਚੱਕਿਆ ਅਤੇ ਬਾਹਰ ਨਿਕਲੇ। ਸ਼ੁਰੂ ਤੋਂ ਵੱਡੇ ਬਾਪ ਦੀ ਔਲਾਦ ਸੀ, ਤਾਂ ਮਾਂ ਨੇ ਵੀ ਪਹਿਲੀ ਮੇਰੀ ਭੈਣ ਪੈਦਾ ਹੋਈ ਸੀ, 6 ਸਾਲ ਮੰਨਤਾਂ ਮੰਗ ਕੇ ਮੈਨੂੰ ਮੰਗਿਆ। ਤਾਂ ਜਦੋਂ ਅਸੀਂ ਅਵਤਾਰ ਧਾਰਨ ਕੀਤਾ ਇਸ ਧਰਤੀ 'ਤੇ, ਤਾਂ ਉਦੋਂ ਬਹੁਤ ਜ਼ਿਆਦਾ ਮਤਲਬ ਇਹ ਮਹਿਸੂਸ ਕਰਾਂ, ਸਾਰੀ ਮਾਵਾਂ ਨੂੰ ਚਾਅ ਹੁੰਦਾ। ਸਾਡਾ ਪੁਰਸ਼ ਪ੍ਰਧਾਨ ਥੋੜ੍ਹਾ ਸਮਾਜ ਹੈ, ਤਾਂ ਉਹਦੇ ਵਿੱਚ ਵੈਸੇ ਵੀ ਮੁੰਡਾ ਤਾਂ ਮੁੰਡਾ ਹੀ ਹੁੰਦਾ। ਅਤੇ ਉਹਨਾਂ ਨੇ ਬਹੁਤ ਜ਼ਿਆਦਾ ਮੇਰੀ ਓਵਰ ਕੇਅਰਿੰਗ ਕੀਤੀ, ਔਰ ਉਹਨਾਂ ਨੇ ਮੈਨੂੰ ਇਹ ਅਹਿਸਾਸ ਦਿਵਾਤਾ ਵੀ ਤੇਰੇ ਨਾਲ ਦਾ ਤਾਂ ਦੁਨੀਆ 'ਤੇ ਕੋਈ ਹੈ ਨਹੀਂ। ਉਹੀ ਕਾਰਨਾਂ ਕਰਕੇ ਸਕੂਲ ਦੇ ਵਿੱਚ ਵੀ ਬਹੁਤੇ ਸਾਥੀ ਨਹੀਂ ਬਣ ਪਾਏ। ਅਤੇ ਕਿਉਂਕਿ ਅਸੀਂ ਹਰੇਕ ਦੇ ਉੱਪਰ ਆਪਣਾ ਮੁਖਤਿਆਰਨਾਮਾ ਲਿਖਣ ਦੀ ਕੋਸ਼ਿਸ਼ ਕਰਦੇ ਰਹੇ। ਅਤੇ ਫਿਰ ਅਸੀਂ ਛੋਟਾ ਜਿਹਾ ਟੈਚੀ ਸੀਗਾ। ਵਿਆਹ ਸਾਡਾ ਸਿੰਪਲ ਹੋਇਆ ਸੀ ਗੁਰਦੁਆਰੇ ਦੇ ਵਿੱਚ। 3 ਕੱਪੜੇ ਸੀ ਉਹ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਦਿੱਤੇ, ਉਹ ਲੈ ਕੇ ਅਸੀਂ ਘਰੋਂ ਚਲੇ ਗਏ। ਗਰਮ ਖੂਨ ਦੇ ਨਾਲ ਗਏ। ਠੰਡ ਦੇ ਦਿਨ ਸੀ, ਬੜੇ ਮਜ਼ੇਦਾਰ। ਛੋਟੀ ਜੀ ਮੇਰੀ ਇੱਕ ਫੈਕਟਰੀ ਸੀ, ਉੱਥੇ ਅਸੀਂ ਬਣਾਈ ਹੋਈ ਸੀ। ਹੋਰ ਕੋਈ ਜਗ੍ਹਾ ਸਾਡੇ ਕੋਲ ਜਾਣ ਨੂੰ ਸੀ ਨਹੀਂ। ਉੱਥੇ ਜਾ ਕੇ ਠੰਡ ਕਹੇ ਵੀ ਮੈਂ ਪੈਣਾ ਹੀ ਪੈਣਾ। ਅਤੇ ਮੈਨੂੰ ਇਹ ਉਮੀਦ ਸੀ ਵੀ ਅੱਗੇ ਵੀ ਤਾਂ ਕਿੰਨੀ ਵਾਰੀ ਰੁੱਸ ਕੇ ਗਿਆ ਯਾਰ, ਤਾਂ 10 ਮਿੰਟ ਘੰਟੇ ਅੱਧੇ ਘੰਟੇ ਦੀ ਗੱਲ ਆ। ਕੋਈ ਫੋਨ ਆ ਜਾਂ ਕੁਛ ਨਾ ਕਰਦੇ ਮਨਾਉਣ ਲਈ ਆ। ਉਦੋਂ ਫੋਨ ਨਹੀਂ ਸੀ ਹੁੰਦੇ ਜੀ। ਅਤੇ ਮਤਲਬ ਇਹ ਜ਼ਰੂਰ ਸੀਗਾ ਵੀ ਲੱਭਦੇ ਫਿਰਨਗੇ, ਕਿਤੇ ਨਾ ਕਿਤੋਂ ਆ ਜਾਣਗੇ, ਉਹਨਾਂ ਨੂੰ ਪਤਾ ਵੀ ਉੱਥੇ ਹੀ ਬੈਠਾ ਹੋਊਗਾ। ਅਤੇ ਅਸੀਂ
ਉਸ ਕਮਰੇ 'ਚ ਬੈਠ ਕੇ ਠੰਡ ਲੱਗੇ ਤਾਂ ਉਹਦੇ ਟੈਚੀ 'ਚੋਂ ਇੱਕ ਸਾੜੀ ਅੱਧੀ ਕਿਤੇ ਪਾਤੀ ਅੱਧੀ ਮੁੱਖ ਦੀ ਗੱਲ ਇਹ ਹੈ ਕਿ ਬਹੁਤ ਦੇਰ ਤੱਕ ਕੋਈ ਨਹੀਂ ਆਇਆ। ਰਾਤ ਲੰਘ ਗਈ, ਅਗਲਾ ਦਿਨ ਚੜ੍ਹ ਗਿਆ, ਕੋਈ ਨਹੀਂ ਆਇਆ ਤਾਂ ਬੈਂਕ ਵਾਲਾ ਮੈਨੇਜਰ। ਹਾਂਜੀ। 1.25 ਲੱਖ ਦਾ ਅਸੀਂ ਲੋਨ ਲਿਆ ਹੋਇਆ ਸੀਗਾ, ਉਹ ਸਾਡੇ ਤੋਂ ਉਤਰਿਆ ਨਹੀਂ। ਮੁੜ ਕੇ ਅਸੀਂ ਜ਼ਿੰਦਗੀ 'ਚ ਕਦੀ ਲੋਨ ਨਹੀਂ ਲਿਆ, ਇੰਨਾ ਡਰ ਕੇ। ਮੈਂ ਨਹੀਂ ਕਹਿ ਰਿਹਾ ਲੋਨ ਲੈਣਾ ਨਹੀਂ ਚਾਹੀਦਾ, ਜੇ ਤੁਸੀਂ ਪੈਸੇ ਨੂੰ ਵਧੀਆ ਢੰਗ ਨਾਲ ਵਰਤ ਸਕਦੇ ਹੋ, ਆਪਣੇ ਵਾਸਤੇ ਕਮਾ ਸਕਦੇ ਹੋ, ਲੋਕਾਂ ਵਾਸਤੇ ਕਮਾ ਸਕਦੇ ਹੋ, ਤਾਂ ਜ਼ਰੂਰ ਲੈਣਾ ਚਾਹੀਦਾ। ਤੇ ਬੈਂਕ ਵਾਲਾ ਮੈਨੇਜਰ ਆਇਆ, ਕਹਿੰਦਾ ਪੈਸੇ ਦੇ ਬਈ, ਤੇਰਾ ਤਾਂ ਲੋਨ ਖੜਾ। ਅਸੀਂ ਕਿਹਾ ਵੀ ਸਾਡੇ ਕੋਲ ਤਾਂ ਹੈ ਨਹੀਂ ਕੁਛ ਦੇਣ ਨੂੰ। ਸ਼ਟਰ ਖੋਲ੍ਹਤਾ, 2 ਮਸ਼ੀਨਾਂ ਨੇ, ਤੂੰ ਲਿਜਾਣੀਆਂ ਤਾਂ ਲੈ ਜਾ। ਉਹਨੂੰ ਵੀ ਪਤਾ ਸੀ ਵੀ ਮਸ਼ੀਨਾਂ ਲਿਜਾ ਕੇ ਮੈਂ ਕੀ ਕਰੂੰਗਾ। ਉਹ ਕਹਿੰਦਾ ਵੀ ਥੋੜ੍ਹਾ ਟਾਈਮ ਤੈਨੂੰ ਹੋਰ ਦੇ ਦਿੰਦੇ ਆ। ਉਸ ਤੋਂ ਬਾਅਦ ਮੈਂ ਪਟਿਆਲੇ ਗਿਆ। 2 ਰੁਪਏ 5 ਪੈਸੇ ਟਿਕਟ ਹੁੰਦੀ ਸੀ ਜੀ। ਪਟਿਆਲੇ ਹੀ ਮੈਂ ਪੜ੍ਹਦਾ ਸੀ, 2-4 ਮੋਟਰਸਾਈਕਲ ਹੁੰਦੇ ਸੀ ਉਦੋਂ, ਅਤੇ ਬੱਸ 'ਚ ਜਾਂਦੇ ਸੀ ਅਸੀਂ ਇਕੱਠੇ ਹੋ ਕੇ ਯਾਰ ਦੋਸਤ। ਅਤੇ ਪਰ ਇਸ ਤਰ੍ਹਾਂ ਨਹੀਂ ਸੀ ਗਿਆ। ਤਕਰੀਬਨ 2200 ਰੁਪਈਆ ਮੇਰੀ ਜੇਬ 'ਚ ਮੇਰੇ ਕੋਲ ਬਚਿਆ ਹੋਇਆ ਸੀ। ਉਹੀ ਸਾਡੀ ਪੂਰੀ ਪੂੰਜੀ ਉਸ ਵੇਲੇ ਦੀ ਸੀ। ਅਤੇ ਅਸੀਂ ਮੈਂ ਗੁਰਦੁਆਰੇ ਮੱਥਾ ਟੇਕਿਆ, ਅਤੇ ਜਦੋਂ ਮੱਥਾ ਟੇਕਿਆ ਤਾਂ ਉਹ 2200 ਰੁਪਈਏ ਨਿਕਲ ਕੇ ਗਿਰ ਗਏ। ਅਤੇ ਫਿਰ ਇੱਕ ਵਾਰੀ ਕਹੂੰਗਾ, ਚੰਗਾ ਮਾੜਾ ਸਹੀ ਗਲਤ 'ਚ ਨਾ ਪਈਏ। ਹਰ ਬੰਦੇ ਦੀ ਸੋਚ ਸੁਸਾਇਟੀ ਦੇ ਨਾਲ ਹੋਰ ਹਰ ਪਤਾ ਨਹੀਂ ਕਿਸ ਤਰ੍ਹਾਂ ਉਹਦੀ ਸੋਚ ਬਣਦੀ ਹੈ। ਤਾਂ ਮੇਰੀ ਸੋਚ ਸ਼ੁਰੂ ਤੋਂ ਇਹ ਸੀ ਵੀ ਜੇ ਕਿਸੇ ਨੂੰ ਕੁਛ ਦੇਤਾ ਤਾਂ ਫਿਰ ਉਹ ਵਾਪਸ ਨਹੀਂ ਲੈਣਾ ਹੈਗਾ। ਅਤੇ ਪਰ ਇਮਾਨਦਾਰੀ ਨਾਲ ਕਹਾਂ, ਉਸ ਵੇਲੇ ਮੇਰੀ ਫੀਲਿੰਗ ਜਿਹੜੀ ਸੀ ਉਹ ਗ੍ਰੈਟੀਚਿਊਡ ਦੀ, ਸ਼ਰਧਾ ਵਾਲੀ ਨਹੀਂ ਸੀ। ਮੈਨੂੰ ਇਹ ਲੱਗ ਰਿਹਾ ਸੀ ਵੀ ਜਿੱਥੇ ਬਾਕੀਆਂ ਨੇ ਸਾਰਾ ਖੋਲ੍ਹਿਆ ਤੂੰ ਵੀ ਖੋਲ੍ਹ। ਜੇ ਕਿਸੇ ਨੂੰ ਸੁਣਨ 'ਚ ਚੰਗਾ ਨਾ ਲੱਗੇ ਤਾਂ ਮੈਂ ਮਾफ़ੀ ਚਾਹੁੰਦਾ, ਪਰ ਮੈਂ ਇਮਾਨਦਾਰੀ ਨਾਲ ਤੁਹਾਨੂੰ ਆਪਣੀ ਭਾਵਨਾ ਦੱਸ ਰਿਹਾ। ਮੈਂ ਉਹ ਚੜ੍ਹ ਕੇ ਬਾਹਰ ਨਿਕਲਿਆ ਤਾਂ 5 ਰੁਪਏ ਸੀ ਜੀ ਮੇਰੀ ਜੇਬ ਦੇ ਵਿੱਚ। ਥੋੜ੍ਹੇ ਜਿਹੇ ਸਮੋਸੇ ਖਰੀਦੇ, ਬਿਨਾਂ ਟਿਕਟ ਤੋਂ ਮੈਂ ਨਾਭੇ ਵਾਪਸ ਆਇਆ, ਕਿਉਂਕਿ ਮੇਰੇ ਕੋਲ ਸਿਰਫ 1 ਰੁਪਏ ਦਾ ਠੋਲੂ ਬਚਿਆ ਸੀ। ਅਤੇ ਜੇ ਤੁਸੀਂ ਕ੍ਰਾਈਮ ਨਾ ਕੀਤਾ ਹੋਵੇ, ਤੁਹਾਨੂੰ ਡਰ ਬਹੁਤ ਲੱਗਦਾ। ਜਿਵੇਂ ਤੁਸੀਂ ਕ੍ਰਾਈਮ ਤੋੜਦੇ ਹੋ ਉਵੇਂ ਤੁਹਾਡਾ ਡਰ ਨਿਕਲ ਹੀ ਜਾਂਦਾ। ਅਤੇ ਉਹ ਮੈਨੂੰ ਹਰ ਵੇਲੇ ਐਂ ਹੀ ਲੱਗ ਰਿਹਾ ਸੀ ਵੀ ਇਹ ਜਿੰਨੇ PRTC ਵਾਲਾ ਜਿਹੜਾ ਕੰਡਕਟਰ ਹੈ, ਇਹ ਆ ਕੇ ਫੜਨਗੇ ਮੈਨੂੰ, ਮੈਂ ਕਰੂੰਗਾ ਕਿ ਇਹ ਸੋਚਦੇ ਕਰਦੇ ਜਦੋਂ ਮੈਂ ਨਾਭੇ ਪਹੁੰਚਿਆ ਤਾਂ ਜਿਹੜੀ ਸਾਡੀ ਫੈਕਟਰੀ ਸੀ ਉਹਦੇ ਬਾਹਰ ਖਾਲ ਜਾਂਦਾ ਸੀ ਸੂਬੇ ਦਾ ਛੋਟਾ ਜਿਹਾ, ਅਤੇ ਲੋਹੇ ਦੀਆਂ ਪਾਈਪਾਂ ਦਾ ਇਸ ਤਰ੍ਹਾਂ ਗੇਟ ਸੀਗਾ। ਇਹ ਅੰਦਰ ਖੜ੍ਹੇ ਸੀ ਤਾਂ ਇਹਨਾਂ ਨੇ ਜਦੋਂ ਬਾਹਰ ਮੈਨੂੰ ਦੇਖਿਆ ਤਾਂ ਅੱਗੇ ਆਏ ਤਾਂ ਉਹ ਲਿਫਾਫਾ ਜਿਹੜਾ ਸੀਗਾ ਉਹ ਕੁੱਤਾ ਖੋਹ ਕੇ ਲੈ ਗਿਆ ਜੀ। ਇਹਨੇ ਰੋ ਪੀ, ਕਿਉਂਕਿ ਐਕਸਪ੍ਰੈਸ਼ਨ ਤੁਹਾਡਾ ਬਾਹਰ ਕਿਵੇਂ ਆਉਂਦਾ, ਵਿਮਨ ਦਾ ਜ਼ਿਆਦਾਤਰ ਜਿਹੜਾ ਐਕਸਪ੍ਰੈਸ਼ਨ ਆਉਂਦਾ ਫਸਟ੍ਰੇਸ਼ਨ ਦਾ, ਉਹ ਰੋਣ ਦੇ ਨਾਲ ਹੀ ਆਉਂਦਾ। ਤਾਂ ਮਰਦਾਂ ਦਾ ਜਿਹੜਾ ਐਕਸਪ੍ਰੈਸ਼ਨ ਹੈ ਉਹ ਗੁੱਸੇ ਦੇ ਨਾਲ ਆਉਂਦਾ। ਫਿਰ ਸਹੀ ਗਲਤ 'ਚ ਨਹੀਂ ਅਸੀਂ ਉਲਝਣਾ ਵੀ ਕਿਹੜਾ ਸਹੀ ਅਤੇ ਕਿਹੜਾ ਗਲਤ। ਦੋਹੇਂ ਸਮਾਜ ਤੋਂ ਵੈਲੀਡੇਸ਼ਨ, ਪ੍ਰਮਾਣਿਕਤਾ ਜਿਹਨੂੰ ਕਹਿੰਦੇ ਤੁਸੀਂ, ਇਹ ਲੋਚਦੇ ਹੁੰਦੇ ਨੇ। ਅਤੇ ਮੈਂ ਰੁਮਾਲ ਕੱਢਿਆ ਜੇਬ 'ਚੋਂ ਇਹਨੂੰ ਦੇਣ ਵਾਸਤੇ, ਤਾਂ 1 ਰੁਪਏ ਦਾ ਠੋਲੂ ਜਿਹੜਾ ਖਾਲ ਦੇ ਵਿੱਚ ਗਿਰ ਗਿਆ। ਮਜ਼ੇਦਾਰ ਮੂਮੈਂਟ ਤੁਹਾਨੂੰ ਮੈਂ ਦੱਸਾਂ, ਸਿਰਫ ਜਪਜੀ ਸਾਹਿਬ, ਮਤਲਬ ਉਹਦੇ ਵਿੱਚ ਦੀਆਂ ਹੀ ਜੇ ਸਾਡੇ ਪੱਲੇ ਜੋ ਉਹਦਾ ਮਤਲਬ ਸਾਰਾ ਅਰਥਕ ਜੋ ਕਹਿੰਦੇ ਨੇ ਅੱਖਰ ਜਦੋਂ ਟੁੱਟਦੇ ਨੇ, ਜਦੋਂ ਅਤੇ ਮਹਾਰਾਜ ਕਹਿੰਦੇ ਨੇ, ਦੁੱਖ ਦਾਰੂ ਸੁੱਖ ਰੋਗ ਭਇਆ। ਰੋਜ਼ ਪੜ੍ਹਦੇ ਹਾਂ ਅਸੀਂ ਸ਼ਾਮ ਨੂੰ ਜਿਹੜੇ ਲੋਕ ਰਿਸਾਈਟ, ਵੀ ਦੁੱਖ ਹੈ ਉਹ ਦਵਾ ਦਾਰੂ ਬਣ ਜਾਂਦਾ ਅਤੇ ਸੁੱਖ ਰੋਗ ਬਣ ਜਾਂਦਾ। ਅਤੇ ਬਾਕੀ ਮਜ਼ੇਦਾਰ ਮੂਮੈਂਟ ਉਹ ਜਦੋਂ ਤੁਹਾਨੂੰ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਹੀਂ, ਸਿਰ 'ਤੇ ਅਸਮਾਨ ਨਹੀਂ, ਔਰ ਉਹ ਵੀ ਉਹ ਜਿਹੜੀ ਤੁਹਾਡੀ ਦਿੱਕਤ ਹੈ ਵੱਡੀ ਤਾਂ ਹੋ ਜਾਂਦੀ ਹੈ ਕਿਉਂਕਿ ਬਚਪਨ ਤੋਂ ਤੁਸੀਂ ਇਹ ਕਦੀ ਸੋਚਿਆ ਹੀ ਨਹੀਂ ਹੈਗਾ ਕਿ ਵੀ ਕਿਸੇ ਤੋਂ ਹੋਏ ਨਹੀਂ ਸੁਣੀ, ਕਿਸੇ ਨੂੰ ਬੰਦਾ ਨਹੀਂ ਸਮਝਿਆ, ਅੰਦਰੋਂ ਬਲ ਰਹੇ, ਤੁਹਾਡਾ ਅੰਦਰੋਂ ਜੀਵਨ ਨੀਰਸ ਹੈ। ਤਾਂ ਉਹ ਤੁਹਾਡੇ ਆਸ-ਪਾਸ ਵਾਲੇ ਜਿਹੜੇ ਲੋਕ ਨੇ ਉਹਨਾਂ 'ਤੇ ਨਿਰਭਰ ਕਰਦਾ ਵੀ ਤੁਸੀਂ ਕਿੰਨੇ ਕੁ ਨੀਰਸ ਅੰਦਰੋਂ ਹੋ ਜਾਂਦੇ, ਤੁਹਾਨੂੰ ਸਮਝ ਨਹੀਂ ਆ ਰਹੀ। ਮੈਂ ਕਿਸੇ ਨੂੰ ਇੱਥੇ ਇਹ ਨਹੀਂ ਕਹਿ ਰਿਹਾ ਵੀ ਇਹ ਸਹੀ ਹੈ ਜਾਂ ਉਹ ਗਲਤ ਹੈ, ਪਰ ਜਦੋਂ ਤੁਸੀਂ ਬਲ ਰਹੇ ਹੋ ਤਾਂ ਜਿਹਦੇ ਵੀ ਨੇੜੇ ਜਾਂਦੇ ਉੱਥੇ ਚੰਗਾੜੇ ਨਿਕਲਦੇ ਨੇ, ਤਾਂ ਤੁਹਾਡੇ ਨਾਲ ਇਕੱਠਾ ਹੋ ਨਹੀਂ ਪਾਉਂਦਾ। ਉਹ ਜਿਹੜਾ ਤੁਹਾਡਾ ਰਿਲੇਸ਼ਨ ਹੈ, ਉਹ ਚਾਹੇ ਤੁਹਾਡਾ ਬੀਵੀ ਦੇ ਨਾਲ ਹੈ, ਵਪਾਰੀਆਂ ਦੇ ਨਾਲ ਹੈ, ਦੋਸਤਾਂ ਦੇ ਨਾਲ ਹੈ ਜਾਂ ਕਿਸੇ ਦੇ ਨਾਲ ਹੈ, ਤਾਂ ਉਹ ਜਿਹੜੀ ਕਹਾਣੀ ਹੈ। ਪਰ
ਤੁਹਾਨੂੰ ਸਹੀ ਦੱਸਾਂ ਉਸ ਮੂਮੈਂਟ ਤੇ ਡਰ ਲੱਗਣਾ ਬੰਦ ਹੋ ਗਿਆ ਵੀ ਹੁਣ ਜਾਣ ਨੂੰ ਤਾਂ ਕੁਛ ਹੈ ਹੀ ਨਹੀਂ, ਜਾਊਗਾ ਕੀ। ਹਾਂ, ਤਾਂ ਅਸੀਂ ਰਾਤ ਨੂੰ ਅਸੀਂ ਸੌਂ ਗਏ। ਸੌਣਾ ਤਾਂ ਹੈ ਹੀ, ਜਿੰਨੀ ਕੁ ਵੀ ਨੀਂਦ ਨੂੰਦ ਆਈ। ਤਾਂ ਅਗਲੇ ਦਿਨ ਸਵੇਰੇ ਜਦੋਂ ਉੱਠੇ ਤਾਂ ਉਹ ਪਟਿਆਲੇ ਗਾਰਨੇਟ ਇੰਡੀਆ ਵਾਲਾ ਉਹਦੇ ਤੋਂ 10,198 ਰੁਪਏ ਅਸੀਂ ਦੇਣੇ ਸੀ, ਮੈਨੂੰ ਯਾਦ ਅੱਜ ਵੀ ਯਾਦ ਹੈ। ਉਹ ਆ ਗਿਆ। ਉਹ ਪਤਾ ਲੱਗਦਾ ਨਾ ਜਦੋਂ ਵੀ ਬਾਜ਼ਾਰ ਦੇ ਵਿੱਚ ਕੋਈ ਬੰਦਾ ਖਤਮ ਹੋ ਗਿਆ, ਪਤਾ ਲੱਗਦਾ, ਸਭ ਨੂੰ ਫਿਕਰ ਪੈ ਜਾਂਦਾ ਵੀ ਆਪਣੇ ਆਪਣੇ ਪੈਸੇ ਲਈਏ। ਬਿਲਕੁਲ। ਉਹ ਕਹਿੰਦਾ ਜੀ ਪੈਸੇ। ਅਸੀਂ ਕਿਹਾ ਯਾਰ ਪੈਸੇ ਤਾਂ ਹੈ ਨਹੀਂ ਤੇ ਨਾ ਕਾਰੋਬਾਰ ਹੈ। ਹੁਣ ਤਾਂ ਇਹ ਕਹਾਣੀ ਹੈ ਵੀ ਜੇ ਤੂੰ ਸਾਨੂੰ ਹੋਰ ਮਾਲ ਦੇ ਦੇਵੇਂ ਤਾਂ ਤੇਰੇ ਪਿਛਲੇ ਪੈਸੇ ਵੀ ਆ ਜਾਣਗੇ ਤੇ ਅਸੀਂ ਅੱਗੇ। ਕਹਿੰਦਾ ਕਦੋਂ ਦੇਂਗਾ? ਮੈਂ ਕਿਹਾ ਸਮੇਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ, ਪਰ ਦੇ ਦਾਂਗੇ ਤੈਨੂੰ। ਉਹਦੇ ਮਨ 'ਚ ਪਤਾ ਨਹੀਂ ਕੀ ਆਇਆ ਕੀ ਨਹੀਂ ਆਇਆ, ਉਹਨੇ ਸਾਨੂੰ ਬਿਨਾਂ ਪੈਸੇ ਤੋਂ ਥੋੜ੍ਹਾ ਜਿਹਾ ਸਮਾਨ ਹੋਰ ਦਿੱਤਾ। ਅਸੀਂ ਜਿਹੜੇ ਕਰਿਆਨੇ ਵਾਲੇ ਕੋਲੋਂ ਸਾਰੀ ਜ਼ਿੰਦਗੀ ਕਰਿਆਨਾ ਖਰੀਦਦੇ ਰਹੇ ਹਾਂ, ਅਸੀਂ ਜਦੋਂ ਉਹਦੇ ਕੋਲ ਗਏ, ਸਾਡੇ ਕੋਲ ਨਾ ਸਟੋਵ, ਨਾ ਲੈਣਾ ਨਾ ਦੇਣਾ, ਨਾ ਲੰਗੜ ਨਾ ਭੰਗੜ। ਅਤੇ ਉਹਨੂੰ ਕਿਹਾ, ਉਹ ਕਹਿੰਦਾ ਪੈਸੇ ਲਿਆਓ। ਅਸੀਂ ਯਾਰ ਪੈਸੇ ਤਾਂ ਹੈ ਨਹੀਂ ਸਾਡੇ ਕੋਲ। ਕਹਿੰਦਾ ਜੀ ਫਿਰ ਉਧਾਰ ਦੇਣਾ ਔਖਾ। ਵਾਪਸ ਆ ਗਏ। ਵਾਪਸ ਆ ਕੇ ਮਸ਼ੀਨਾਂ ਚਾਲੂ ਕੀਤੀਆਂ, ਬੰਦੇ ਬੁੰਦੇ ਵੀ ਭੱਜ ਗਏ ਸਾਰੇ। ਇਹ ਨਾਲ ਲੱਗੀ, ਪੜ੍ਹੀ ਲਿਖੀ ਡਾਕਟਰ, ਹਾਂਜੀ, ਲੋਹੇ ਦੇ ਨਾਲ ਘੁਲਣਾ ਸ਼ੁਰੂ ਕੀਤਾ। 19 ਦਿਨ ਲਗਾਤਾਰ, ਦਿਨ ਵੀ ਕਹੇ ਜਿਹੀ ਸੀ, ਰਾਤ ਵੀ ਕਹੇ ਜਿਹੀ ਸੀ। ਅਸੀਂ ਸਾਰਾ ਮਾਲ ਬਣਾ ਬਣੂ ਕੇ, ਮੈਲ ਇਸ ਤਰ੍ਹਾਂ ਪੱਪੜੀ ਵਾਂਗੂ ਉਤਰਦੀ ਸੀ ਸਾਡੀ। ਅੱਛਾ ਜੀ। ਅਤੇ ਉਸ ਦੌਰਾਨ ਸਾਨੂੰ ਉਧਾਰ ਵੀ ਕੋਈ ਨਹੀਂ ਸੀ ਦਿੰਦਾ। ਅਸੀਂ ਇੱਧਰੋਂ ਉੱਧਰੋਂ ਬੜੀ ਮੁਸ਼ਕਲ ਦੀ ਮੰਗਿਆ ਵੀ ਨਹੀਂ ਸੀ। ਦੇਖੋ ਜਦੋਂ ਤੁਸੀਂ ਸਮਾਜ 'ਚ ਨਹੀਂ ਨਾ ਵਿਚਰਦੇ, ਉਦੋਂ ਤੁਹਾਨੂੰ ਮੰਗਣੀ ਵੀ ਬਹੁਤ ਔਖਾ ਲੱਗਦਾ। ਸਾਰਾ ਬਹੁਤ ਮੁਸ਼ਕਿਲ। ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ। ਸਕੂਲ, ਪੰਜਾਬ ਪਬਲਿਕ ਸਕੂਲ 1 ਨੰਬਰ ਦਾ ਸਕੂਲ ਸੀਗਾ, ਡੇ ਸਕਾਲਰ ਸੀ। ਉੱਥੇ ਸ਼ਾਮ ਨੂੰ ਛੁੱਟੀ ਚਾਹੀਦੀ, ਉਹ ਮਿਲ ਜਾਂਦੀ ਸੀ। ਗੱਡੀ ਛੱਡਣ ਜਾਂਦੀ, ਲੈਣ ਆਉਂਦੀ, ਉੱਥੇ ਕਿਸੇ ਨਾਲ ਨਹੀਂ ਵਿਚਲੇ। ਗਲੀ 'ਚ ਜਿਹੜੇ ਬੱਚੇ ਬੰਟੇ ਖੇਡਦੇ ਸੀ, ਗੁੱਲੀ ਡੰਡਾ ਖੇਡਦੇ ਸੀ, ਉਹਨਾਂ 'ਚ ਵੈਸੇ ਹੀ ਨਹੀਂ ਜਾ ਸਕੇ। ਤਾਂ ਬਿਲਕੁਲ ਹੀ ਅਲੱਗ ਹੀ ਹੋ ਤੁਸੀਂ। ਕਿਸੇ ਦੇ ਦੁੱਖ ਸੁੱਖ 'ਚ ਕੰਮ ਨਹੀਂ ਆਏ, ਕਿਸੇ ਦੀ ਤੁਹਾਨੂੰ ਲੱਗਦਾ ਲੋੜ ਨਹੀਂ। ਕਿਵੇਂ ਜਿਵੇਂ ਕਰਕੇ ਅਸੀਂ 10,000 ਰੁਪਇਆ ਜੁਗਾੜ ਕੀਤਾ। ਰਿਕਸ਼ਾ 'ਚ ਬੈਠ ਕੇ ਅਸੀਂ ਭਾਂਡੇ ਟੀਂਡੇ ਲੈ ਕੇ ਆਏ, ਆਪਣੀ ਰਸੋਈ ਸਜਾਈ। ਸਟੋਵ ਦੇ ਉੱਤੇ ਸਟੋਵ ਲੈ ਕੇ ਆਏ ਨਾ। ਸਟੋਵ ਲੈ ਕੇ, ਉਹ ਬੱਤੀਆਂ ਵਾਲਾ ਸਟੋਵ ਨਹੀਂ ਜਲਾਉਣਾ ਆਉਂਦਾ ਸੀਗਾ। ਅੱਛਾ ਜੀ। ਬੜਾ ਕਦੀ ਚਲਾਇਆ ਹੀ ਨਹੀਂ ਚੀਜ਼ਾਂ ਇਹੋ ਜਿਹੀਆਂ। ਓ ਮਾਈ ਗॉड, ਦੈਟ ਵਾਜ਼ ਅ ਬਿਗ ਇਸ਼ੂ ਵੀ ਇਹਨੂੰ ਹੁਣ ਅਸੀਂ ਚਲਾਈਏ ਕਿਵੇਂ। ਪੂਰਾ ਕਮਰਾ ਅਸੀਂ ਆਪਣਾ ਕਾਲਾ ਕਰ ਲਿਆ। ਕਿਚਨ ਬਾਹਰ ਬੈਠ ਕੇ ਫਿਰ ਬਾਹਰ ਚਲੇ ਜਾਂਦੇ ਤਾਂ ਸਾਰਾ ਕੁਝ ਕਾਲਾ ਕਰ ਦਾਂਗੇ। ਉਹ ਛੋਟੇ ਜਿਹੇ ਕਾਰਨਰ ਦੇ ਵਿੱਚ, ਮੇਰੇ ਖਿਆਲ ਹੈ ਸਾਡਾ ਕਿਚਨ ਜਿਹੜਾ ਸੀਗਾ ਇੱਕ ਕਾਰਨਰ ਸੀਗਾ, ਸ਼ਾਇਦ ਇੰਨਾ ਕੀ ਹੋਏਗਾ ਕਾਰਨਰ। ਉਹਦੇ ਵਿੱਚ ਅਸੀਂ ਕਿਚਨ ਆਪਣਾ ਥੋੜ੍ਹਾ ਸੈੱਟ ਕੀਤਾ। ਉਹਦੇ ਵਿੱਚ ਸਟੋਵ ਦੇ ਉੱਤੇ ਰੋਟੀ ਬਣਾਈ। ਸਟੋਵ ਦੇ ਉੱਤੇ ਰੋਟੀ ਬਹੁਤ ਮੁਸ਼ਕਿਲ, ਸਟੋਵ ਜਲਾ ਕੇ ਰੋਟੀ ਬਣਾਈ। ਪਰ ਉਹ ਜਿਹੀ ਰੋਟੀ ਅੱਜ ਵੀ ਨਹੀਂ ਮਿਲਦੀ ਜੀ, ਤੁਹਾਨੂੰ ਮੈਂ ਦੱਸ ਦਵਾਂ। ਦੇਖੋ, ਇੱਕ ਰੋਟੀ ਚੰਗੀ ਬਣੀ ਆ, ਉਹ ਕਹਿਣ ਤੇ ਤੁਹਾਡਾ ਕਿੱਡਾ ਵੱਡਾ ਕਲੇਸ਼ ਹੋ ਗਿਆ। ਤੇ ਮੈਨੂੰ ਲੱਗਦਾ ਹੁਣ ਤਾਂ ਤੁਹਾਨੂੰ ਅਖੀਰ ਤੇ ਕਹਿਣਾ ਹੀ ਚਾਹੀਦਾ ਵੀ। ਉਹ ਹੁਣ ਜਦ ਵੀ ਮੈਂ ਕਦੀ ਪਰੌਂਠੀ ਬਣਾਉਂਦੀ ਤਾਂ ਅਸੀਂ ਦੋਨੇ ਇੱਕ ਦੂਜੇ ਦੇ ਮੂੰਹ ਤੋਂ ਟ੍ਰੇਸ ਕਰਦੇ। ਇੱਕ ਹੋਰ ਪਰੌਂਠਾ ਆਇਆ, ਤੇਰੇ ਬੱਚੇ ਨੇ ਬਣਾਇਆ। ਨਿਕਲਦਾ, ਮਤਲਬ ਅਸੀਂ ਦੋਨੇ ਦੂਜੇ ਇੱਕ ਬੜਾ ਸੀ ਇੰਜੋਏ ਕਰਦੇ ਆ ਵੀ ਦੇਖੋ ਪਰੌਂਠੀ ਹੈ। ਪਰੌਂਠੀ ਸੀ ਜ਼ਿੰਦਗੀ ਭਰ। ਪਰੌਂਠੀ ਸਾਨੂੰ ਬਹੁਤ ਬਹੁਤ ਕੁਝ ਸਿਖਾ ਕੇ ਨਹੀਂ, ਬਟ ਜੇ ਉਹ ਪਰੌਂਠੀ ਨਾ ਹੁੰਦੀ ਤਾਂ ਅਸੀਂ ਸ਼ਾਇਦ ਇੱਥੇ ਨਾ ਹੁੰਦੇ। ਉਸ ਤੋਂ ਬਾਅਦ ਅਸੀਂ 50-60 ਕਰੋੜ ਰੁਪਈਆ ਵੀ ਕਮਾਇਆ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਉਹ ਦੁੱਖਦਾਰੂ, ਉਹ ਅਸੀਂ ਨਾ ਰੌਕਟ ਆ ਹਿੰਦੁਸਤਾਨੀ ਸਾਰੇ। ਜਦ ਤੱਕ ਅੱਗ ਨਹੀਂ ਨਾ ਲੱਗਦੀ ਉਦੋਂ ਤੱਕ ਅਸੀਂ ਉੜਦੇ ਨਹੀਂ। ਉਦੋਂ ਤੱਕ ਉੜਦੇ ਨਹੀਂ। ਫਿਰ ਮੈਂ ਉਹ ਸਾਰਾ ਸਮਾਨ PCX ਦੇਖੋ, ਹਰ ਚੀਜ਼ ਨਾ ਦੇਖੋ ਕੁਦਰਤ ਨੇ ਨਾ ਇੱਥੇ ਸਾਰਾ ਕੁਝ ਸੇਵ ਕਰਦੀ ਹੈ। ਤੁਹਾਡੇ ਨਿਊਰੋਨਸ ਹੈ 100 ਕਰੋੜ। ਇੱਕ ਨਿਊਰੋਨ ਦੂਸਰੇ ਨਾਲ 1000 ਤੋਂ 10,000 ਕਨੈਕਸ਼ਨ ਬਣਾਉਂਦਾ। ਜਿਵੇਂ ਹਾਰਡ ਡਿਸਕ 'ਤੇ ਸੇਵ ਹੁੰਦਾ, ਇੱਥੇ ਸੇਵ ਹੁੰਦਾ। ਤਾਂ ਜਦੋਂ ਵੀ ਕੋਈ ਚੀਜ਼ ਅੰਦਰ ਸੇਵ ਹੁੰਦੀ ਹੈ ਨਾ, ਨਾਲ ਇੱਕ ਇਮੋਸ਼ਨ ਵੀ ਸੇਵ ਹੁੰਦੀ ਹੈ। ਤਾਂ ਜਦੋਂ ਤੁਸੀਂ ਉਹ ਗੱਲਾਂ ਯਾਦ ਕਰਦੇ ਹੋ, ਇਮੋਸ਼ਨ ਵੀ ਨਾਲ ਆਉਂਦੀ ਹੈ। ਜੇ ਉਹ ਨੀਰਸ ਨੇ ਤਾਂ ਤੁਹਾਡਾ ਜੀਵਨ ਨੀਰਸ ਰਹੂਗਾ। ਜੇ ਉਹ ਉਸ ਤਰ੍ਹਾਂ ਨੇ ਤਾਂ ਉਹ ਲੈ ਕੇ ਮੈਂ ਗਿਆ ਤਾਂ ਉਹ ਗੱਡੀ ਦੇ ਨੰਬਰ ਅਜੇ ਤੱਕ ਇੰਨੀਆਂ ਗੂੜੀਆਂ ਯਾਦਾਂ ਨੇ। ਲੁਧਿਆਣੇ ਮੈਂ ਕਦੀ ਨਹੀਂ ਸੀ ਗਿਆ, ਮੈਂ ਗੱਡੀ ਭਰ ਕੇ ਲੈ ਗਿਆ ਉੱਥੇ। ਤਾਂ ਉੱਥੇ ਸੇਠੀ ਪਲਾਸਟਿਕ ਵਾਲੀ ਪਹਿਲੀ ਦੁਕਾਨ, ਮੈਂ ਉਹਦੇ ਕੋਲ ਜਾ ਕੇ ਉਹਨੂੰ ਕਿਹਾ ਮੈਂ ਮਾਲ, ਉਹ ਕਹਿੰਦਾ ਨਵਾਂ ਬੰਦਾ ਤੂੰ, ਜੇ ਨਾ ਸਹੀ ਹੋਇਆ ਪੈਸੇ ਤਾਂ ਅਸੀਂ 20 ਦਿਨ ਨੂੰ ਦੇਵਾਂਗੇ ਚੈੱਕ ਚੁੱਕ ਕਰਕੇ। ਮੈਂ ਕਿਹਾ ਭਰਾ ਰੇਟ ਜੋ ਮਰਜ਼ੀ ਲੈ ਲੈ, ਸਾਨੂੰ ਤਾਂ ਪੈਸੇ ਹੁਣੇ ਹੀ ਚਾਹੀਦੇ ਨੇ। ਉਹ ਪਿਓ ਦੇ ਪੁੱਤ ਨੂੰ ਉਹਨੇ ਰਖਾ ਲਿਆ ਜੀ, ਮੈਨੂੰ ਪੈਸੇ ਵੀ ਦਿੱਤੇ। ਸ਼ਾਇਦ ਉਹਨੇ ਕਿਸੇ ਨੂੰ ਨਾ ਦਿੱਤੇ ਹੋਣ, ਵੀ ਬਾਹਰ ਦਾ ਬੰਦਾ ਰੱਬ ਜਾਣੇ ਕੀ ਸਮਾਨ ਲਿਆ ਕਿ ਨਹੀਂ। ਬਸ ਉਸ ਦਿਨ ਤੋਂ ਬਾਅਦ ਫਿਰ ਜਦੋਂ ਅਸੀਂ ਚੱਲੇ ਉੱਥੋਂ ਸਿਸਟਮ ਤੋਂ, ਫਿਰ ਚੱਲਣ ਲੱਗ ਗਈਆਂ ਚੀਜ਼ਾਂ, ਆਪਣੇ ਆਪ ਚੱਲਣ ਲੱਗ ਗਈਆਂ। ਕਰਦੇ ਕਰਦੇ ਫਿਰ ਨਾਭਾ ਛੱਡਤਾ ਸੀ।
ਨਾਭਾ ਛੱਡ ਦਿੱਤਾ ਸਾਰੇ ਜਿਹੜੇ ਪੈਸੇ ਪੂਸੇ ਦੇਣੇ ਲੈਣੇ ਸੀਗੇ। ਜਾ ਕੇ ਫਿਰ ਲੁਧਿਆਣੇ ਅਸੀਂ ਛੋਟਾ ਜਿਹਾ ਕਮਰਾ ਲਿਆ ਸ਼ਿਮਲਾਪੁਰੀ 'ਚ, ਉੱਥੇ ਅਸੀਂ ਕੰਮ ਸੈੱਟ ਕੀਤਾ। ਲੁਧਿਆਣੇ ਜਾ ਕੇ ਜਦੋਂ ਮਕਬੂਲ ਹੋਏ, ਜਦੋਂ ਕੁਦਰਤ ਤੁਹਾਡੇ 'ਤੇ ਮਿਹਰਬਾਨ ਹੁੰਦੀ ਹੈ ਨਾ, ਉਦੋਂ ਚੀਜ਼ਾਂ ਆਪਣੇ ਆਪ ਹੁੰਦੀਆਂ ਨੇ। ਕੁਛ ਚੀਜ਼ਾਂ ਸਿਰਫ ਤੁਹਾਡੇ ਵਾਸਤੇ ਬਚ ਜਾਂਦੀਆਂ, ਤੁਹਾਨੂੰ ਲੱਗਦਾ ਮੈਂ ਕਰਤਾ, ਪਰ ਤੁਹਾਡੇ ਵਾਸਤੇ ਬਚੀਆਂ ਹੁੰਦੀਆਂ। ਤਾਂ ਸਾਡੇ ਵਾਸਤੇ ਵੀ ਕੁਦਰਤ ਨੇ ਬੜਾ ਕੁਝ ਬਚਾਇਆ ਸੀਗਾ। ਤਾਂ ਪੈਸੇ ਨਾਲ ਹੀ ਅਸੀਂ ਆਂਕਦੇ ਹਾਂ ਸਾਰਾ ਕੁਝ, ਤਾਂ ਪੈਸਾ ਖੂਬ ਸਾਰਾ ਆ ਗਿਆ। ਉਸੇ ਡਾਈਨਿੰਗ ਟੇਬਲ 'ਤੇ ਜਿੱਥੇ ਪਰਾਂਠਾ ਫਾਈਟ ਸਾਡੀ ਸ਼ੁਰੂ ਹੋਈ, ਉੱਥੇ ਲਿਆ ਕੇ ਅਸੀਂ ਨੋਟਾਂ ਦਾ ਢੇਰ ਲਾਇਆ। ਆਪਸ 'ਚ ਇੱਕ ਦੂਸਰਾ ਨਜ਼ਰ ਨਹੀਂ ਸੀ ਆ ਰਿਹਾ ਸਾਨੂੰ, ਔਰ ਉਹ ਨੋਟਾਂ ਨੂੰ ਅੱਗ ਲਾਈ ਸੀ। ਤੇ ਅੱਗ ਲਾਈ ਮਤਲਬ ਅੱਗ ਲਾਈ ਸੀ, ਇਹ ਸੀਗਾ ਕਿ ਇਹੀ ਸਾਰਾ ਕੁਝ ਨਹੀਂ ਹੈਗਾ। ਤੇ ਉਦੋਂ ਮੈਡਮ ਵੀ ਲੜੇ ਸੀ ਮੇਰੇ ਨਾਲ ਵੀ ਤੂੰ ਪਾਗਲ ਹੈ। ਮੈਂ ਕਿਹਾ ਤੂੰ ਪਹਿਲੀ ਬੰਦੀ ਨਹੀਂ ਇਹ ਕਹਿਣ ਵਾਲੀ, ਤੈਨੂੰ ਪਤਾ ਲੱਗ ਗਿਆ ਤਾਂ ਚੰਗੀ ਗੱਲ ਆ। ਤੋ ਸਿਰਫ ਪੈਸਾ ਆਧਾਰ ਨਹੀਂ ਹੈਗਾ, ਉਹ ਤਾਂ ਸਮੇਂ ਦੇ ਨਾਲ ਆਉਂਦਾ ਜਾਂਦਾ। ਕਹਿਣਾ ਸੌਖਾ ਲੱਗਦਾ ਸਭ ਨੂੰ ਇਹ ਗੱਲ। ਤੇ ਇੱਕ ਤੁਹਾਡੇ ਨਾਲ ਇਹਦਾ ਇੱਕ ਇਨਸੀਡੈਂਟ ਹੋਰ ਸ਼ੇਅਰ ਕਰ ਦੇਣਾ। ਮੇਰੇ ਮਿੱਤਰ ਦਾ ਮੁੰਡਾ, ਉਹ ਕੰਮ ਨਹੀਂ ਸੀ ਕਰਦਾ, ਤੇ ਉਹਨੂੰ ਇਹ ਭੁਲੇਖਾ ਸੀਗਾ ਕਿ ਮੈਂ ਸ਼ਾਇਦ ਬਹੁਤ ਸਿਆਣਾ ਆਦਮੀ ਹਾਂ। ਉਹਨੇ ਮੈਨੂੰ ਕਿਹਾ ਕਿ ਇਹਨੂੰ ਸਮਝਾ ਯਾਰ, ਇਹ ਕੰਮ ਨਹੀਂ ਕਰਦਾ, ਵਿਹਲੜ ਫਿਰਦਾ। ਮੈਂ ਉਹਨੂੰ ਫੋਨ ਮਾਰਿਆ, ਮੈਂ ਕਾਕੂ ਕੁਛ ਕੰਮ ਕਰ ਲਾ। ਕਹਿੰਦਾ ਵੀਰ ਜੀ ਕੰਮ ਕਰਨੇ ਕਿਤੇ ਸਿਖਾਲੇ ਪਏ ਨੇ। ਮੈਂ ਕਿਹਾ ਬਿਲਕੁਲ ਸਿਖਾਲੇ ਨਹੀਂ ਹੈਗੇ। ਕਹਿੰਦਾ ਤੁਹਾਡੇ ਕੋਲ ਪੈਸੇ ਨਹੀਂ, ਤੁਸੀਂ ਤਾਂ ਜਿਹੜਾ ਮਰਜ਼ੀ ਕੰਮ ਕਰ ਲਓ, ਤੁਹਾਨੂੰ ਕੀ ਦਿੱਕਤ ਹੈ। ਮੈਂ ਕਿਹਾ ਇਹ ਵੀ ਗੱਲ ਤੇਰੀ ਠੀਕ ਹੈ ਯਾਰ, ਇਹਦੇ 'ਚ ਤਾਂ ਕੋਈ ਚੱਕਰ ਨਹੀਂ, ਪੈਸਾ ਬਹੁਤ ਚਾਹੀਦਾ ਕੰਮ ਕਰਨ ਵਾਸਤੇ। ਮੈਂ ਨਾ ਜਦੋਂ ਕਿਸੇ ਨੂੰ ਸਵਾਲ ਪੁੱਛਦਾ ਨਾ ਰੁਪਿੰਦਰ ਭੈਣ ਜੀ, ਮੈਂ ਇਸ ਕਰਕੇ ਪੁੱਛਦਾ ਵੀ ਮੇਰੀ ਗਰੋਥ ਹੋਵੇ। ਤੁਹਾਨੂੰ ਨੀਵਾਂ ਦਿਖਾਣਾ, ਯਕੀਨ ਮੰਨਣਾ ਮੇਰਾ ਕਦੀ ਕਾਰਨ ਨਹੀਂ ਹੁੰਦਾ। ਮੈਨੂੰ ਆਉਂਦਾ ਕੋਈ ਪਤਾ ਤਾਂ ਲੱਗੇ। ਤੋ ਮੈਂ ਉਸੇ ਵੇਲੇ ਟ੍ਰੇਨ ਪਕੜੀ, ਸਾਊਥ ਇੰਡੀਆ 'ਚ ਰਹਿੰਦਾ, ਮੈਂ ਉੱਥੇ ਜਾ ਵੜਿਆ ਉਹਦੇ ਕੋਲ। ਤੇ ਮੈਂ ਕਿਹਾ ਯਾਰ ਹੁਣ ਮੈਂ ਵੀ ਆਪਣੇ ਆਪ ਨੂੰ ਇੱਕ ਵਾਰੀ ਦੁਬਾਰਾ ਜੋ ਕੇ ਦੇਖਾਂ ਕਿ ਕਿਆ ਬਿਨਾਂ ਪੈਸੇ ਤੋਂ ਵਾਕਈ ਪੈਸਾ ਕਮਾਉਣਾ ਬੜਾ ਮੁਸ਼ਕਿਲ ਹੈ। 500 ਰੁਪਏ ਅਸੀਂ ਜੇਬ 'ਚ ਲਏ, ਘਰ ਵਾਅਦਾ ਕਰਕੇ ਗਏ ਵੀ ਨਵੇਂ ਸਕੂਟਰ 'ਤੇ ਚੜ੍ਹ ਕੇ ਆਵਾਂਗੇ, ਕਾਰ ਦਾ ਤਾਂ ਪਤਾ ਨਹੀਂ ਕਦੋਂ ਮਿਲੂਗਾ, ਇਹ ਵੀ ਨਹੀਂ ਪਤਾ। ਇਸ ਦੌਰਾਨ ਨਾ ਮੈਂ ਇੱਕ ਪ੍ਰੋਗਰਾਮ ਕੀਤਾ ਸੀ। ਮੈਂ ਤਜਰਬੇ ਬਹੁਤ ਕਰੇ ਨੇ ਆਪਣੀ ਲਾਈਫ ਦੇ ਨਾਲ। ਜਿੰਨਾ ਵੀ ਸੱਚ ਹੈ ਮੇਰਾ ਆਪਣਾ, ਕਿਸੇ ਦੇ ਕਹੇ ਦਾ ਸੱਚ ਨਹੀਂ ਹੈ ਵੀ ਇਹਨੇ ਕਿਹਾ ਤਾਂ ਸੱਚ ਹੈ। ਉਹਦੇ ਵਿੱਚ ਇੱਕ ਮੈਂ ਪ੍ਰੋਗਰਾਮ ਕੀਤਾ ਸੀ ਸ਼ਿਵਾਂਗਾ, ਸ਼ਿਵ ਦਾ ਅੰਗ। ਬਹੁਤ ਇੰਟੈਂਸ ਪ੍ਰੋਗਰਾਮ ਸੀਗਾ। ਉਹਦੇ 'ਚ ਕੀ ਕਰਨਾ ਸੀ ਕਿ ਬੰਗਲੌਰ ਭੇਜਤਾ ਉਹਨਾਂ ਨੇ ਸਾਨੂੰ। ਉੱਪਰੋਂ ਸ਼ਰਟ ਉਤਾਰ ਦੇਣੀ ਹੈ, ਉੱਪਰ ਕੁਛ ਨਹੀਂ ਪਾਉਣਾ, ਬਣਾਇਆ ਨਹੀਂ ਕੁਛ ਨਹੀਂ। ਅਤੇ ਬੈਂਗਲੋਰ ਦੇ ਵਿੱਚ ਇਸ ਤਰ੍ਹਾਂ ਹੱਥ 'ਚ ਉਹ ਲੈ ਕੇ ਭਿਖਾਰੀ ਦਾ ਬਾਟਾ, ਬਸ ਇਸ ਤਰ੍ਹਾਂ ਖੜ੍ਹੇ ਹੋਣਾ ਤੁਸੀਂ, ਬੋਲਣਾ ਕੁਛ ਨਹੀਂ। ਤੋ ਜਦੋਂ ਉਹ ਪ੍ਰੋਗਰਾਮ ਕੀਤਾ, ਕਿਸੇ ਨੇ ਅੱਧਾ ਖਾਧਾ ਹੋਇਆ ਕੇਲਾ ਦੇਤਾ, ਕਿਸੇ ਨੇ ਗਿਆਨ ਦੇਤਾ ਵੀ ਹੱਟੇ ਕੱਟੇ ਤਾਂ ਪਏ ਹੋ, ਕਿਸੇ ਨੇ 100 ਰੁਪਏ ਦਿੱਤਾ, ਕੋਈ ਕਹਿੰਦਾ ਚੰਗੇ ਘਰ ਦਾ ਲਾ ਲਾ। ਤੋ ਬਹੁਤ ਨਜ਼ਾਰੇਦਾਰ ਪ੍ਰੋਗਰਾਮ ਸੀ। ਤੋ ਆਧਾਰ ਇਹਦਾ ਉਹੀ ਪ੍ਰੋਗਰਾਮ ਸੀ। ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਚਲਾ ਚੱਲੀਏ। ਤਾਂ ਪਹਿਲੇ 400 ਰੁਪਏ ਦਾ ਅਸੀਂ ਇਸ ਤਰ੍ਹਾਂ ਖਰਚਦੇ, ਕਿਉਂਕਿ ਜਦੋਂ ਤੁਹਾਡੇ ਕੋਲ ਹੁੰਦੇ ਨੇ ਵੈਲਿਊ ਉਦੋਂ ਨਹੀਂ ਹੁੰਦੀ। ਅੱਜ ਪਾਣੀ ਸਾਡੇ ਕੋਲ ਹੈ, ਅਸੀਂ ਇਹਦੀ ਵੈਲਿਊ ਨਹੀਂ ਕਰਦੇ। ਅੱਜ ਆਕਸੀਜਨ ਸਾਡੇ ਕੋਲ ਹੈ, ਅਸੀਂ ਵੈਲਿਊ ਨਹੀਂ ਕਰਦੇ। ਬੋਤਲਾਂ 'ਚ ਆ ਗਿਆ ਨਾ ਪਾਣੀ, ਤਾਂ ਸਿਲੰਡਰਾਂ ਦੇ ਵਿੱਚ ਆਕਸੀਜਨ ਵੀ ਆਊਗੀ। ਨੋਟ ਕਰ ਲਓ ਗੱਲ ਅੱਜ ਮੇਰੀ। ਅਸੀਂ ਉੱਥੇ ਗਏ ਤਾਂ ਜਦੋਂ ਰਹਿ ਗਿਆ 100 ਰੁਪਈਆ, ਹੁਣ ਸਮਝ ਨਾ ਆਵੇ ਵੀ ਹੁਣ ਅਜੇ ਤਾਂ ਸ਼ੁਰੂ ਵੀ ਨਹੀਂ ਹੋਈ ਕਹਾਣੀ, ਕਿੱਥੇ ਜਾਵਾਂਗੇ। ਗੁਰਦੁਆਰੇ ਦੇ ਵਿੱਚ ਗਏ ਤਾਂ ਉੱਥੇ ਵੀ ਕਮਰਾ, ਗੁਸਤਾਖੀ ਮਾਫ, ਇਸ ਤਰ੍ਹਾਂ ਨਹੀਂ ਮਿਲਦਾ ਹੈਗਾ। ਜੇ ਤੁਸੀਂ 2 ਦਿਨ ਲਗਾਤਾਰ ਚੱਲਦੇ ਰਹੋ ਔਰ ਪੈਸੇ ਤੁਹਾਡੇ ਕੋਲ ਨਾ ਹੋਣ, ਉਹ ਡੇਲੀ ਪੈਸੇਂਜਰ ਕਹਿ ਕੇ ਤੁਹਾਨੂੰ ਦੌੜਾ ਦਿੰਦੇ ਨੇ ਜੀ। ਉੱਥੋਂ ਫਿਰ ਅਸੀਂ ਕਾਰਾਂ ਧੋਤੀਆਂ, ਕੁੱਤੇ ਨਵਾਏ, ਕੇਲੇ ਵੇਚੇ। ਕਰਨ ਨੂੰ ਮੈਂ ਹਾਈਡ੍ਰੋਲਿਕਸ ਦਾ, ਨੋਮੈਟਿਕਸ ਦਾ ਬਹੁਤ ਸਾਰੇ ਕੰਮ ਆਪਣੀ ਲਾਈਫ ਦੇ ਵਿੱਚ ਕੀਤੇ ਨੇ। ਕਿਸੇ ਵੀ ਕੰਮ ਤੋਂ ਮੈਂ ਆਸਾਨੀ ਨਾਲ 20-25 ਹਜ਼ਾਰ ਕਮਾਉਣਾ ਕੋਈ ਕਦੀ ਵੀ ਦਿੱਕਤ ਨਹੀਂ ਰਹੀ। ਕਿਉਂ ਇਹ ਜਿਹੜੀ ਸ਼ਫਾ ਹੈ, ਜਿਹੜਾ ਕੰਮ ਤੁਸੀਂ ਸਿੱਖ ਲਿਆ, ਮੇਰਾ ਪਿਓ ਕਹਿੰਦਾ ਹੁੰਦਾ ਸੀਗਾ ਕਿ ਤੁਹਾਡਾ ਗਹਿਣਾ ਹੈ, ਤੁਹਾਡੇ ਤੋਂ ਕੋਈ ਛੀਨ ਨਹੀਂ ਸਕਦਾ। ਨੌਲੇਜ ਇਜ਼ ਪਾਵਰ। ਅਤੇ ਯਕੀਨ ਮੰਨਿਓ ਜੀ, ਕਰੀਬਨ 40 ਕੁ ਦਿਨ ਬਾਅਦ ਅਸੀਂ ਨਵਾਂ ਵੈਸਪਾ ਸੈਲਫ ਸਟਾਰਟ 24,910 ਰੁਪਏ ਮੈਨੂੰ ਯਾਦ ਹੈ, ਉਹਦੇ 'ਤੇ ਚੜ੍ਹ ਕੇ ਘਰੇ ਆਏ ਸੀ। ਤੋ ਜੇ ਤੁਸੀਂ ਕਹੋ ਮੈਂ 90 ਦੇ ਵਿੱਚ ਉਸ ਤਰ੍ਹਾਂ ਦੁਬਾਰਾ ਕੰਮ ਕਰ ਲਾਂ, ਤਾਂ ਮੈਨੂੰ ਲੱਗਦਾ ਨਹੀਂ ਮੈਂ ਕਰ ਪਾਊਂਗਾ। ਪਰ ਜੇ ਤੁਸੀਂ ਕਰ ਸਕੋ ਤਾਂ ਤੁਹਾਡੀ ਫਤਿਹ ਹੈ। ਤੋ ਜਦੋਂ ਵੀ ਤੁਸੀਂ ਕੋਈ ਰਿਲੇਸ਼ਨ ਮੈਰਿਜ ਦਾ ਬਣੂਗਾ, ਆਰਥਿਕ ਆਧਾਰ ਚਾਹੀਦਾ ਸਭ ਨੂੰ ਦਾਲ ਫੁਲਕੇ ਵਾਸਤੇ। ਪਰ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਤਾਂ ਬੜੇ ਆਰਾਮ ਨਾਲ ਅਚੀਵ ਕੀਤਾ ਜਾ ਸਕਦਾ। ਤੁਸੀਂ ਆਪਣੇ ਪਾਰਟਨਰ ਨੂੰ ਆਪਣੀ ਸਟਰੈਂਥ ਮੰਨੋ, ਆਪਣੀ ਪ੍ਰੋਪਰਟੀ ਨਾ ਮੰਨੋ। ਤਾਂ ਜਿਵੇਂ ਤੁਸੀਂ ਕਿਹਾ ਕਿ ਇੱਜ਼ਤ ਦੇ ਨਾਲ ਰਿਸਪੈਕਟ, ਜਿਹੜਾ ਉਹੀ ਅਸਲੀ ਜਿਹੜੀ ਬਾਈਂਡਿੰਗ ਹੈ ਉਹੀ ਹੈ, ਤੁਹਾਡੀ ਪ੍ਰੋਪਰਟੀ ਨਹੀਂ ਹੈ ਉਹ। ਔਰ ਹਰ ਮੈਰਿਜ ਸਫਲ ਹੋ ਸਕਦੀ ਹੈ, ਔਰ ਹਰ ਮੈਰਿਡ ਆਦਮੀ ਕਿਤੇ ਜ਼ਿਆਦਾ ਤਰੱਕੀ ਕਰ ਸਕਦਾ ਇੱਕ ਛੜੇ ਨਾਲੋਂ ਜ਼ਿਆਦਾ, ਮਲੰਗ ਨਾਲੋਂ, ਕਿਉਂਕਿ ਉਹਦੇ 'ਤੇ
ਉਨਾ ਪ੍ਰੈਸ਼ਰ ਨਹੀਂ ਹੁੰਦਾ, ਉਨੀ ਤਾਕਤ ਨਹੀਂ ਹੁੰਦੀ ਉਹਦੇ ਵਿੱਚ। ਤੇ ਇਹੀ ਮੈਂ ਕਹਿਣਾ ਚਾਹੂੰਗਾ ਜੀ। ਆਹ ਚੀਜ਼ ਸਭ ਤੋਂ ਸੋਹਣੀ ਸੀ ਕਿ ਹਰ ਵਿਆਹੁਤਾ ਆਦਮੀ ਹੈ ਜਿਹੜਾ ਛੜੇ ਨਾਲ ਜ਼ਿਆਦਾ ਤਰੱਕੀ ਕਰ ਸਕਦਾ, ਜਦ ਕਿ ਲੋਕ ਵਿਆਹ ਤੋਂ ਬਾਅਦ ਹੀ ਵੱਟਣਾ ਸ਼ੁਰੂ ਕਰ ਦਿੰਦੇ ਆ ਨਾ। ਇਹੀ ਤਾਂ ਸੋਚ ਦਾ ਹੇਰ ਫੇਰ ਹੈ ਜੀ। ਤੁਸੀਂ ਉਸੇ ਚੀਜ਼ ਨੂੰ ਆਪਣੀ ਤਾਕਤ ਸਮਝ ਸਕਦੇ ਹੋ, ਉਸੇ ਚੀਜ਼ ਨੂੰ ਆਪਣਾ ਸੰਗਲ ਸਮਝ ਸਕਦੇ ਹੋ, ਦੋਹੇ ਚੀਜ਼ਾਂ ਨੇ। ਪਰ ਇਹਦੇ ਵਿੱਚ ਨਾ ਤੁਸੀਂ ਇਕੱਲੇ ਇੱਕ ਪਾਰਟਨਰ ਨੂੰ ਸਜਗ ਹੋ ਕੇ ਗੱਡੀ ਨਹੀਂ ਚੱਲਣੀ ਹੈਗੀ। ਹਾਥੀ ਦੇ ਅੱਗੇ ਮੱਥਾ ਟੇਕਣਾ ਤਾਂ ਦੂਸਰੇ ਨੂੰ ਵੀ ਸਜਗ ਹੋਣਾ ਪਊਗਾ। ਸਮਾਜ ਨੇ ਇਹਨੂੰ ਸਪੋਰਟ ਨਹੀਂ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ, ਪਰ ਤੁਹਾਡਾ ਆਲਾ ਦਾਲਾ ਕਰ ਸਕਦਾ, ਤਾਂ ਤੁਸੀਂ ਆਪਣਾ ਆਲਾ ਦਾਲਾ ਜ਼ਰੂਰ ਚੂਜ਼ ਕਰੋ। ਸਿਆਣੇ ਬੰਦੇ ਤੁਹਾਡੇ ਵਰਗੇ ਉਹ ਚਾਹੀਦੇ ਨੇ ਆਸ-ਪਾਸ। ਤੋ ਸੈਟਿਸਫੈਕਸ਼ਨ ਦਾ ਜਿਹੜਾ ਲੈਵਲ ਤੁਹਾਨੂੰ ਇਹਦੇ 'ਚ, ਬਸ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਸੁਣਨ ਦੇ ਵਿੱਚ ਸ਼ਾਇਦ ਜ਼ਿਆਦਾ ਕਿਸੇ ਨੂੰ ਚੰਗੀ ਨਾ ਲੱਗੇ, ਹੋ ਸਕਦਾ ਮੇਰਾ ਜਿਹੜਾ ਜੀਵਨ ਦਾ ਤਜਰਬਾ ਹੈ ਉਹ ਜੋ ਮੈਨੂੰ ਸਿਖਾ ਰਿਹਾ ਮੈਂ ਤਾਂ ਉਹੀ ਕਹਿ ਸਕਦਾ, ਇਹ ਕੋਈ ਅਲਟੀਮੇਟ ਟਰੁੱਥ ਤਾਂ ਹੈ ਨਹੀਂ। ਜੋ ਮੈਂ ਦੇਖਿਆ, ਜੋ ਮੈਂ ਵਾਚਿਆ, ਦੇਖੋ ਮੇਰੀ ਜਿਹੜੀ ਫਿਤਰਤ ਹੈ, ਜਿਸ ਤਰ੍ਹਾਂ ਮੈਨੂੰ ਕੁਦਰਤ ਨੇ ਬਣਾਇਆ, ਇੱਕ ਤਾਂ ਜਿਹੜੀ ਵੀ ਸਾਡੀ ਘਾੜਤ ਘੜਦੀ ਹੈ, 23 ਬਲੂਪ੍ਰਿੰਟ ਕ੍ਰੋਮੋਜ਼ੋਮ ਜਿਹਨੂੰ ਕਹਿੰਦੇ ਆ, ਉਹ ਮਾਂ ਕੋਲੋਂ ਆਉਂਦੇ ਨੇ, 23 ਪਿਓ ਕੋਲੋਂ ਆਉਂਦੇ ਨੇ, 22 ਤਾਂ ਆਟੋ ਕ੍ਰੋਮੋਜ਼ੋਮ ਹੁੰਦੇ ਇੱਕੋ ਨਾਲ ਦੇ। ਮਤਲਬ ਉਹ ਇਸ ਤਰ੍ਹਾਂ ਦਾ ਬਲੂਪ੍ਰਿੰਟ ਹੈ ਕਿ ਅੱਖ ਕਿਵੇਂ ਬਣੇਗੀ, ਗੁਰਦਾ ਕਿਵੇਂ ਬਣੇਗਾ, ਹਾਰਟ ਕਿਵੇਂ ਬਣੇਗਾ। ਜਿਹੜਾ 23ਵਾਂ ਹੈ ਉਹ ਸਾਡੇ ਪਿਓ ਕੋਲੋਂ ਆਉਂਦਾ, ਐਕਸ ਜਾਂ ਵਾਈ ਕ੍ਰੋਮੋਜ਼ੋਮ, ਜਿਹੜਾ ਇਹ ਸੁਨਿਸ਼ਚਿਤ ਕਰੂਗਾ ਵੀ ਤੁਸੀਂ ਨਰ ਬਣੋਗੇ ਕਿ ਨਾਰੀ ਬਣੋਗੇ। ਪਰ ਇਹਦੇ ਵਿੱਚ ਵੀ ਜਿਹਨੂੰ ਕ੍ਰਾਸ ਜੈਂਡਰ ਕਹਿ ਦਿੰਦੇ ਨੇ, ਬਹੁਤ ਸਾਰੀਆਂ ਨੇ। ਅਜੋਕੀ ਸਾਇੰਸ 65 ਤਰ੍ਹਾਂ ਦੇ ਨਰ ਤੇ ਨਾਰੀ ਦੇ ਵਿੱਚ ਦੇ ਉਹ ਕਹਿੰਦਾ। ਤੁਹਾਡਾ ਸਰੀਰ ਕਿਸ ਤਰ੍ਹਾਂ ਦਾ ਬਣਤਰ ਹੈ ਇਹ ਕੁਦਰਤ ਦੀ ਮਰਜ਼ੀ ਹੈ, ਲੇਕਿਨ ਉਹ ਇਨਫੋਰਮੇਸ਼ਨ ਤੁਹਾਡੇ ਪਿੱਛੋਂ ਆ ਰਹੀ, ਜਿਹਨੂੰ ਜੈਨੇਟਿਕ ਅਸੀਂ ਕਹਿੰਦੇ ਹਾਂ। ਤਾਂ ਤੁਹਾਡੀ ਮਾਂ ਕੋਲੋਂ ਵੀ, ਉਹਦੇ ਮਾਂ-ਬਾਪ ਕੋਲੋਂ, ਤੁਹਾਡੇ ਪਿਓ ਕੋਲੋਂ, ਉਹਦੇ ਮਾਂ-ਬਾਪ ਕੋਲੋਂ, ਤਾਂ ਜਿਹੜਾ ਨੱਕ ਤੁਹਾਡੇ ਇੱਥੇ ਬੈਠਾ ਹੋ ਸਕਦਾ ਤੁਹਾਡੇ ਦਾਦੇ ਪੜਦਾਦੇ ਵਰਗਾ ਹੋਵੇ। ਅਸੀਂ ਕਹਿੰਦੇ ਮੁਹਾਂਦਰਾ ਪੈਂਦਾ ਵੀ ਤੇਰੇ ਵਰਗਾ ਮੁਹਾਂਦਰਾ ਪੈਂਦਾ। ਤਾਂ ਉਹ ਜਿਹੜੀ ਇਨਫੋਰਮੇਸ਼ਨ ਸਾਡੀ ਆ ਰਹੀ ਹੈ ਪਿੱਛੋਂ, ਇੱਕ ਤਾਂ ਸਾਡੀ ਉਹ ਬਣਤਰ ਹੈ ਜੀ। ਉਹ ਬਣਤਰ ਜਿਹੜੀ ਹੈ, ਜਿਵੇਂ ਹੁਣ ਦਿਲ ਆਪਣੇ ਆਪ ਚੱਲ ਰਿਹਾ, ਗੁਰਦੇ ਆਪਣੇ ਆਪ ਚੱਲ ਰਹੇ, ਸਾਰਾ ਸਿਸਟਮ ਸਾਨੂੰ ਤਾਂ ਪਤਾ ਵੀ ਨਹੀਂ, ਸੁੱਤੇ ਸਿੱਧਾ ਆਪਣੇ ਆਪ ਹੀ ਚੱਲੀ ਜਾਂਦਾ। ਪਰ ਅੰਦਰ ਤਾਂ ਕੋਈ ਐਨਰਜੀ, ਕੋਈ ਇਨਫੋਰਮੇਸ਼ਨ ਅੰਦਰ ਹੈ ਜਿਹੜੀ ਇੱਥੇ ਉਹਨੂੰ ਚਲਾ ਰਹੀ ਹੈ। ਇੱਕ ਚੀਜ਼ ਤੁਸੀਂ ਇੱਥੇ ਦੇਖੋ ਕਿ ਜੇ ਤੁਸੀਂ ਉਹਦੇ ਬਾਰੇ ਸਜਗ ਹੋ, ਅਵੇਅਰ ਹੋ ਉਹਦੇ ਬਾਰੇ, ਤਾਂ ਤੁਸੀਂ ਆਪਣਾ ਸਰੀਰ ਬਹੁਤ ਵਧੀਆ ਰੱਖ ਸਕਦੇ ਹੋ। ਹਰੇਕ ਦਾ ਫਿੱਟ ਨਹੀਂ ਮਿਲਦਾ, ਤਾਂ ਇੱਕੋ ਤਰ੍ਹਾਂ ਦਾ ਹੀ ਹੈ ਸਾਰਿਆਂ ਨੂੰ। ਕਿੰਥਾ ਕਾਲ ਕੁਵਾਰੀ ਕਾਇਆ, ਕਿੰਥਾ ਕਫਨ ਕਾਲ ਟਾਈਮ ਕੁਵਾਰੀ, ਮਤਲਬ ਵਰਜਨ ਜਿਹਦੇ 'ਤੇ ਕੁਛ ਨਹੀਂ ਲਿਖਿਆ, ਲਗਭਗ ਇੱਕੋ ਨਾਲ ਦੀ ਸਭ ਨੂੰ ਮਿਲਦੀ ਹੈ। ਹੋ ਸਕਦਾ ਕਿ ਤੁਹਾਡਾ ਜਿਹੜਾ ਡਿਜ਼ਾਈਨ ਪੁਰਖਿਆਂ ਤੋਂ ਆਇਆ ਤਾਂ ਤੁਹਾਨੂੰ ਜਮਾਂਦਰੂ ਕੋਈ ਦਿੱਕਤ ਹੋ ਸਕਦੀ ਹੈ, ਪਰ ਜ਼ਿਆਦਾ ਵਿਆਪਕ ਰੂਪ 'ਚ ਦੇਖੋਗੇ ਤਾਂ ਲਗਭਗ ਤੁਹਾਨੂੰ ਇੱਕੋ ਤਰ੍ਹਾਂ ਦੀ ਕਾਇਆ ਮਿਲਦੀ। ਉਹਨੂੰ ਤੁਸੀਂ ਕਿਸ ਤਰ੍ਹਾਂ ਦਾ ਬਣਾਉਂਦੇ ਹੋ, ਉਹ ਤੁਸੀਂ ਕਿੰਨੇ ਸਜਗ ਹੋ, ਉਹਦੇ 'ਤੇ ਨਿਰਭਰ ਕਰਦਾ। ਇਸੇ ਤਰ੍ਹਾਂ ਜਿਹੜੇ ਸਾਡੇ ਅੰਦਰ ਦੀਆਂ ਦੂਸਰੀਆਂ ਕੁਆਲਿਟੀਆਂ ਨੇ, ਜਦੋਂ ਇਨਸਾਨ ਦੀ ਸਭ ਤੋਂ ਪਹਿਲੀ ਜ਼ਰੂਰਤ ਕੀ ਹੈ, ਜਿੰਦਾ ਰਹਿਣਾ, ਉਹਦੇ ਵਾਸਤੇ ਉਹਨੂੰ ਸੰਘਰਸ਼ ਕਰਨਾ ਪੈਣਾ, ਕੁਝ ਖਾਣ ਨੂੰ ਲੈ ਕੇ ਆਉਣਾ ਪੈਣਾ, ਕੁਝ ਪਹਿਲੀ ਮੁੱਢਲੀ ਲੋੜ ਜਿਹੜੀ ਹੈਗੀ ਆ, ਤਾਂ ਉਹਨੂੰ ਮੈਸਕੂਲਾਈਨ ਐਨਰਜੀ ਕਹਿੰਦੇ ਨੇ। ਪੰਜਾਬੀ 'ਚ ਮੈਨੂੰ ਇਹਦਾ ਅੱਖਰ ਢੁਕਵਾਂ ਲੱਭਿਆ ਨਹੀਂ, ਇਹਨੂੰ ਮਰਦਾਨਾ ਤਾਕਤ ਕਹਿਣਾ ਜਾਇਜ਼ ਨਹੀਂ, ਕਿਉਂਕਿ ਨਰ ਨਾਰੀ ਦੋਨਾਂ 'ਚ ਹੁੰਦੀ ਹੈ। ਤਾਂ ਉਹਦਾ ਜ਼ਿਆਦਾ ਕੰਮ ਕੀ ਹੈ ਕਿ ਉਹਨੇ ਜਾ ਕੇ ਛਿਨਣਾ ਹੈ ਔਰ ਲੈ ਕੇ ਆਉਣਾ। ਇਹਨੂੰ ਦੂਸਰੇ ਅੱਖਰ 'ਚ ਅਸੀਂ ਕਹੀਏ ਤਾਂ ਬਿਜ਼ਨਸ ਹੈ। ਬਿਜ਼ਨਸ ਦਾ ਮਤਲਬ ਕੀ, ਦੇਣਾ ਘੱਟ ਅਤੇ ਲੈਣਾ ਜ਼ਿਆਦਾ। ਜਿਹੜੀ ਫੈਮਿਨਿਨ ਕੁਆਲਿਟੀ ਹੈ, ਜਿਹੜੀ ਨਾਰੀ ਦੇ ਵਿੱਚ ਜ਼ਿਆਦਾ ਹੁੰਦੀ ਹੈ, ਉਹ ਕੁਆਲਿਟੀ ਕੀ ਹੈ, ਉਹ ਇੱਕ ਖੂਬਸੂਰਤੀ, ਸ਼ਾਂਤੀ, ਸ਼ਕਤੀ ਜਿਹੜੀ ਹੈ, ਐਸਥੈਟਿਕ, ਮਤਲਬ ਕੰਪੈਸ਼ਨ, ਪਿਆਰ ਉਹਦੇ ਵਿੱਚ ਜ਼ਿਆਦਾ। ਤਾਂ ਸ਼ੁਰੂ ਦੇ ਉੱਤੋਂ ਹੋਇਆ ਇਸ ਤਰ੍ਹਾਂ ਕਿ ਜਿਹੜੀਆਂ ਇਹ ਪੁਰਸ਼ ਵਾਲੀਆਂ ਕੁਆਲਿਟੀਆਂ ਨੇ, ਉਹਨਾਂ ਨੇ ਨਾਰੀ ਨੂੰ ਬਹੁਤ ਦਬਾ ਕੇ ਰੱਖਿਆ, ਜਦ ਕਿ ਉਹ ਸ਼ਕਤੀ ਇਹਦੇ ਨਾਲੋਂ ਕਿਤੇ ਜ਼ਿਆਦਾ ਸਟਰੋਂਗ ਹੈ। ਉਹ ਨਰ ਦੇ ਵਿੱਚ ਵੀ ਹੁੰਦੀ ਹੈ। ਜੇ ਇੱਕ ਬੰਦਾ ਕ੍ਰੀਏਟਿਵ ਹੈ ਔਰ ਉਹ ਜ਼ਿਆਦਾ ਉਹ ਭੜਕਣਾ ਨਹੀਂ ਉਹਦੇ ਜੀਵਨ ਦੇ ਵਿੱਚ ਹੈਗੀ, ਤਾਂ ਤੁਸੀਂ ਇਹ ਸਮਝੋ ਕਿ ਉਹਦੇ ਅੰਦਰਲੀਆਂ ਫੈਮਿਨਿਨ ਕੁਆਲਿਟੀਜ਼ ਜ਼ਿਆਦਾ ਸਟਰੋਂਗ ਨੇ। ਹੁਣ ਉਹ ਜੇ ਥੋੜ੍ਹਾ ਪਿੱਛੇ ਚੱਲ ਕੇ ਤੁਸੀਂ ਦੇਖੋ, ਕਿਸੇ ਧਰਮ ਵਿਸ਼ੇਸ਼ ਦੀ ਗੱਲ ਨਹੀਂ ਮੈਂ ਕਰਦਾ, ਬਟ ਜਿਹੜਾ ਵੀ ਤੁਸੀਂ ਖੋਲ੍ਹ ਕੇ ਦੇਖੋਗੇ, ਜੇ ਬਾਈਬਲ 'ਚ ਦੇਖਦੇ ਹੋ ਤਾਂ ਪਹਿਲਾਂ ਐਡਮ ਬਣਿਆ, ਈਵ ਉਹਦੀ ਪਸਲੀ 'ਚ ਬਣੀ। ਜੇ ਅਰੇਬੀਅਨ ਉਹਨਾਂ ਦੇ ਵਿੱਚ ਦੇਖੋਗੇ, ਜੇ ਤੁਸੀਂ ਤਸੱਵਰ ਕਰਦੇ ਹੋ ਜੰਨਤ ਦਾ, ਉੱਥੇ ਸਭ ਉਹ ਕੁਝ ਚੀਜ਼ਾਂ ਨੇ ਜਿਹੜੀਆਂ ਇੱਕ ਮਰਦ ਨੂੰ ਚਾਹੀਦੀਆਂ ਨੇ। ਜਨਾਨੀਆਂ ਦੀ ਜੜੀ ਦੀ ਸਾੜੀ ਦੀ ਦੁਕਾਨ ਉੱਥੇ ਹੈ ਨਹੀਂ ਕੋਈ, ਨਾ ਗਹਿਣੇ ਗੱਟੇ ਦੀ ਕੋਈ ਲੋੜ। ਤਾਂ ਇਸੇ ਕਰਕੇ ਜਿਹੜੀ ਸਾਡੇ ਆਸ-ਪਾਸੇ ਲੁੱਟ ਖੋਹ ਮਚੀ ਹੋਈ ਹੈ, ਇੱਥੇ ਲਾਈਫ ਇਜ਼ ਗੁੱਡ, ਜੀਵਨ ਬਹੁਤ ਵਧੀਆ, ਜੀਵਨ ਨਾਲ ਕੋਈ ਨਹੀਂ ਗਿਲਾ ਸ਼ਿਕਵਾ ਨਹੀਂ,
ਗਿਲਾ ਸ਼ਿਕਵਾ ਇੱਥੇ ਕਿ ਅਸੀਂ ਸਜਗ ਨਹੀਂ ਹੋ ਰਹੇ। ਉਹ ਜਿਹੜੀਆਂ ਸ਼ਕਤੀਆਂ ਸਾਡੇ ਅੰਦਰ ਨੇ, ਤਾਂ ਉਸੇ ਕਰਕੇ ਇਹ ਪੁਰਸ਼ ਪ੍ਰਧਾਨ ਜਿਹੜਾ ਸਮਾਜ ਹੈ ਉਹ ਬਹੁਤ ਦੇਰ ਤੱਕ ਬਣਦਾ ਰਿਹਾ। ਅੱਜ ਹੁਣ ਕੀ ਹੋ ਗਿਆ ਕਿ ਜਦੋਂ ਨਾਰੀ ਨੂੰ ਉਹ ਕਹਿੰਦੇ ਨਾ ਜੀ, ਕਦੋਂ ਤੱਕ ਤੇ ਕਿੰਨਾ ਸ਼ੋਸ਼ਣ ਵੀ ਕਦੋਂ ਤੱਕ ਤੇ ਕਿੰਨਾ ਕਰੋਗੇ, ਅੱਤ ਹੀ ਅੰਤ ਦਾ ਸੂਚਕ ਹੈ। ਤਾਂ ਜਦੋਂ ਵਿਮਨ ਹੁਣ ਖੜੀਆਂ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਡੈਫੀਨੇਟਲੀ ਜਿਹੜੀ ਸ਼ਕਤੀ ਹੈ ਉਹ ਜ਼ਿਆਦਾ ਹੈ, ਐਨਰਜੀ ਹੈ ਉਹ ਜ਼ਿਆਦਾ, ਸ਼ਕਤੀ ਪਾਵਰ ਨਹੀਂ ਐਨਰਜੀ ਜ਼ਿਆਦਾ। ਤਾਂ ਜਿਹੜੀ ਵੀ ਫੀਲਡ ਦੇ ਵਿੱਚ ਜਾ ਕੇ ਉਹ ਮੈਨੀਫੈਸਟ ਕਰਦੀਆਂ ਨੇ, ਉਹਨਾਂ ਨੇ ਝੰਡੇ ਗਾਡੀ ਦਿੱਤੇ। ਬਿਲਕੁਲ, ਮੈਂ ਇਸੇ ਚੀਜ਼ ਤੇ ਤੁਹਾਨੂੰ ਮਾਫ ਕਰਨਾ ਵਿੱਚੋਂ ਕੱਟ ਰਹੀ ਹਾਂ, ਮੈਨੂੰ ਤੇ ਐਕਸਪ੍ਰੈਸ਼ਨ ਦੇਖ ਰਹੀ ਸੀ ਹੈ ਨਾ। ਮੈਨੂੰ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਔਰਤਾਂ ਨੇ ਜਿਹੜੀਆਂ ਹੈ ਨਾ, ਜਿਹੜੇ ਵੀ ਖੇਤਰ 'ਚ ਗਈਆਂ ਨੇ, ਤਾਂ ਮੈਮ ਦੇ ਚਿਹਰੇ ਦੀ ਸਮਾਈਲ ਸੀ ਨਾ ਜਿਹੜੀ, ਉਹ ਸਮਝ ਰਹੇ ਸੀ ਕਿ ਤੁਸੀਂ ਇਹਨਾਂ ਨੂੰ ਡਿਫਾਈਨ ਕਰ ਰਹੇ ਹੋ ਹੈ ਨਾ। ਇਸ ਨਹੀਂ, ਮੈਂ ਤੁਹਾਨੂੰ ਵੀ ਡਿਫਾਈਨ ਕਰ ਰਿਹਾ, ਨਹੀਂ ਮੈਂ ਤੁਹਾਨੂੰ ਵੀ ਡਿਫਾਈਨ ਕਰ ਰਿਹਾ, ਮੈਂ ਸਾਰਿਆਂ ਨੂੰ ਡਿਫਾਈਨ ਕਰ ਰਿਹਾ। ਇਹਦੇ 'ਚ ਸਤਿਕਾਰ ਦੀ ਲੋੜ ਹੈ, ਇਹਦੇ ਵਿੱਚ ਕੋਈ ਵੱਡਾ ਜਾਂ ਛੋਟਾ ਨਹੀਂ ਹੋ ਗਿਆ। ਹੁਣ ਪੱਛਮੀ ਮੁਲਕਾਂ ਦੇ ਵਿੱਚ ਕੀ ਨੇ, ਜਿਹੜੇ ਰਿਸ਼ਤੇ ਨੇ ਮੈਨੇਜ ਕਰਨੇ ਪੈਣਗੇ ਤੁਹਾਨੂੰ, ਉਹ ਮੈਨੇਜ ਨਹੀਂ ਕਰ ਪਾਉਂਦੇ ਤਾਂ ਉਹ ਛੱਡ ਦਿੰਦੇ ਨੇ ਵੀ ਛੱਡ, ਤੇਰੇ ਨਾਲ ਵਧੀਆ ਦੇਖਦਾ, ਛੱਡਦਾ ਤੇਰੇ ਨਾਲ ਵਧੀਆ। ਤਾਂ ਵਧੀਆ ਘਟੀਆ ਵਾਲਾ ਸਵਾਲ ਨਹੀਂ। ਜਦੋਂ ਤੁਸੀਂ ਸਜਗ ਹੋਗੇ ਰਿਸ਼ਤਿਆਂ ਦੇ ਬਾਰੇ, ਰਿਸ਼ਤੇ ਮੈਨੇਜ ਕਰਨੇ ਪੈਣਗੇ ਤੁਹਾਨੂੰ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕੁਝ ਛੱਡਣਾ ਵੀ ਪਊਗਾ। ਜੇ ਤੁਸੀਂ ਇਹਨੂੰ ਅਰਧਨਾਰੀਸ਼ਵਰ ਨੂੰ ਦੇਖਦੇ ਹੋ, ਸ਼ਿਵ ਨੂੰ ਦੇਖਦੇ ਹੋ, ਤਾਂ ਉਹਨੇ ਅੱਧਾ ਹਿੱਸਾ ਆਪਣਾ ਦਿੱਤਾ, ਤਾਂ ਪਾਰਵਤੀ ਉਹਦੇ 'ਚ ਸਮਾਹਿਤ ਹੋਈ ਹੈ। ਇਟ ਇਜ਼ ਅਬਾਊਟ ਦ ਬਿਊਟੀ। ਪਰ ਜੇ ਤੁਸੀਂ ਕਹੋ ਵੀ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਜੰਗਲੀ ਹੋਵੇ, ਤਾਂ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਇੱਥੇ ਕਹਾਣੀ ਸੁਣਾ ਦੇਣਾ। ਇੱਕ ਜੰਗਲ ਦੇ ਵਿੱਚ ਨਾ ਫੌਜੀ ਜਾ ਰਹੇ ਸੀਗੇ, ਇੱਕ ਉਹਨਾਂ ਦਾ ਜਰਨੈਲ ਸੀਗਾ, ਅਤੇ ਸਾਹਮਣੇ ਹਾਥੀ ਆ ਗਿਆ, ਬਹੁਤ ਵੱਡਾ ਜੰਗਲੀ ਹਾਥੀ ਸੀ ਉਹ। ਇਹ ਜਿਹੜੇ ਜਾਨਵਰ ਨੇ ਇਹ ਸਾਡੇ ਨਾਲੋਂ ਇੱਕ ਗੱਲੋਂ ਵਧੀਆ ਨੇ, ਜਾਂ ਜਿਵੇਂ ਫੁੱਲ ਬੂਟੇ ਨੇ, ਜੰਗਲ 'ਚ ਇੱਕ ਫੁੱਲ ਹੋ ਰਿਹਾ, ਉਹਨੇ ਹੋ ਜਾਣਾ ਐਵੇਂ। ਉਹਨੂੰ ਐ ਨਹੀਂ ਕਿ ਤੁਸੀਂ ਆ ਕੇ ਉਹਦੀ ਸਿਫਤ ਕਰੋ ਜਾਂ ਵੀ ਖੁਸ਼ਬੂ ਦੀ ਸਿਫਤ ਕਰੋ। ਇੱਕ ਬਿੱਲੀ ਹੈ, ਉਹਨੂੰ ਕੋਈ ਕਨਫਿਊਜ਼ਨ ਨਹੀਂ ਵੀ ਵੱਡੀ ਹੋ ਕੇ ਉਹਨੇ ਸ਼ੇਰ ਬਣਨਾ ਕਿ ਕੀ ਬਣਨਾ। ਬਿਲਕੁਲ, ਇਨਸਾਨ ਦੀ ਇਹੀ ਤਾਕਤ ਹੈ, ਇਹੀ ਵੀਕਨੈਸ ਹੈ ਕਿ ਉਹਨੂੰ ਖੁੱਲ੍ਹਾ ਛੱਡਿਆ ਕੁਦਰਤ ਨੇ। ਠੀਕ ਹੈ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੇ ਇਹੀ ਤੇਰੀ ਬਰਿਆ। ਖੁੱਲ੍ਹਾ ਆ ਉਹ, ਕੁਛ ਵੀ ਕਰ ਸਕਦਾ। ਤਾਂ ਕੁਛ ਵੀ ਦੇ ਵਿੱਚ ਗਲਤ ਔਰ ਠੀਕ ਦੋਹੇ ਆ ਜਾਂਦੀਆਂ ਨੇ ਚੀਜ਼ਾਂ। ਤਾਂ ਹਾਥੀ ਤਾਂ ਹਾਥੀ ਹੈ। ਤਾਂ ਉਹਦੇ ਵਿੱਚ ਇੱਕ ਦੱਖਣ ਭਾਰਤ ਦਾ ਪੰਡਿਤ ਸੀਗਾ, ਉਹਦੀ ਸ਼ਰਧਾ ਸੀ, ਸ਼ਰਧਾ ਲਵ ਅਫੇਅਰ ਹੈ, ਫੈਮਿਨਿਨ ਕੁਆਲਿਟੀ ਹੈ। ਇਹ ਤੁਹਾਡੀ ਅੰਦਰਲੀ ਕੈਮਿਸਟਰੀ ਬਹੁਤ ਜ਼ਬਰਦਸਤ ਕਰ ਦਿੰਦੀ ਹੈ। ਲਵ ਕਿਤੋਂ ਬਾਹਰਲੀ ਚੀਜ਼ ਨਹੀਂ, ਤੁਹਾਡੇ ਅੰਦਰਲੀ ਕ੍ਰੀਏਸ਼ਨ ਹੈ। ਤੁਹਾਡੇ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਤੁਹਾਡੇ ਜੀਵਨ ਨੂੰ ਰਸ ਭਿੰਨਾ ਜਾਂ ਨੀਰਸ ਕਰਦੇ ਨੇ। ਉਹਨੇ ਜਾ ਕੇ ਮੱਥਾ ਟੇਕਿਆ ਔਰ ਮੰਤਰ ਉਚਾਰਨ ਲੱਗ ਗਿਆ, ਬੜੀ ਸ਼ਰਧਾ ਦੇ ਨਾਲ ਰੱਬ ਵਾਂਗੂ ਪੂਜ ਰਿਹਾ। ਹਾਥੀ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰ ਰਿਹਾ, ਉਹਨੂੰ ਡਰ ਲੱਗਿਆ, ਉਹਨੇ ਉਹਦਾ ਸਿਰ ਪਾੜਤਾ। ਤਾਂ ਮੈਂ ਨਹੀਂ ਕਹਿ ਰਿਹਾ ਕਿ ਜੇ ਸਿਰਫ ਕਿਸੇ ਜਿਹੜਾ ਤੁਹਾਡਾ ਹਮਸਫਰ ਹੈ ਜਾਂ ਹਮਸਾਥੀ ਹੈ ਜਾਂ ਦੋਸਤ ਹੈ ਜੋ ਇੰਨਾ ਹੀ ਜੰਗਲੀ ਹੋਵੇ, ਤਾਂ ਤੁਸੀਂ ਸੋਚੋ ਕਿ ਮੈਂ ਇਹਦੀ ਪੂਜਾ ਕਰਕੇ ਇਹਨੂੰ ਮਨਾ ਲੂੰਗਾ, ਤਾਂ ਉਹ ਵੀ ਨਹੀਂ ਜਾਇਜ਼ ਹੋ ਨਹੀਂ ਸਕਦਾ। ਬਿਲਕੁਲ, ਉਹਦੇ ਲਈ ਤੁਹਾਨੂੰ ਇੱਕ ਅਲੱਗ ਤਰੀਕੇ ਨਾਲ ਕਿਸੇ ਨੂੰ ਪੋਲਿਸ਼ ਕਰਨਾ ਪੈਂਦਾ ਨਾ। ਜਿਵੇਂ ਤੁਸੀਂ ਹਿਮਾਚਲ ਤੋਂ ਸੀ ਹੈ ਨਾ, ਜਦੋਂ ਆਪਣੀ ਕਹਾਣੀ ਬਹੁਤ ਅੱਗੇ ਤੁਰ ਗਈ, ਪਰ ਮੈਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਆਉਂਦੀ ਹਾਂ। ਜਦੋਂ ਸਰ ਬਾਰੇ ਤੁਹਾਨੂੰ ਦੱਸਿਆ ਹੋਣਾ ਕਿ ਕੁੜੀਆਂ ਨੂੰ ਦੱਸਦੇ ਆ ਨਾ ਕਿ ਇੱਦਾਂ ਇੱਕ ਰਿਸ਼ਤਾ ਆਇਆ, ਤੁਹਾਡੇ ਲਈ ਤਾਂ ਪੰਜਾਬ ਤੋਂ ਰਿਸ਼ਤਾ ਸੀਗਾ ਹੈ ਨਾ। ਸ਼ੁਰੂ 'ਚ ਤੁਸੀਂ ਮਤਲਬ ਸ਼ੁਰੂਆਤ ਤੋਂ ਤੁਸੀਂ ਹਿੰਦੀ ਬੋਲਦੇ ਰਹੇ ਹੋਵੋਗੇ, ਹਿਮਾਚਲੀ ਭਾਸ਼ਾ ਜਿਹੜੀ ਪਹਾੜੀ ਲੈਂਗੁਏਜ ਉਹ ਤੁਸੀਂ ਸਿੱਖੀ ਹੋਣੀ ਹੈ ਨਾ। ਤਾਂ ਜਿਵੇਂ ਦੇ ਖੇਤਰ 'ਚ ਅਸੀਂ ਰਹਿੰਦੇ ਹਾਂ, ਸਾਡਾ ਖਾਣ ਪੀਣ, ਰਹਿਣ ਸਹਿਣ ਸਭ ਕੁਛ ਉਸੇ ਤਰੀਕੇ ਦਾ ਹੁੰਦਾ ਨਾ। ਜਿਵੇਂ ਹੁਣ ਆਪਾਂ ਦੇਖ ਰਹੇ ਕਿ ਤੁਹਾਨੂੰ ਗਰਮੀ ਬਹੁਤ ਲੱਗਦੀ ਆ, ਕਿਉਂਕਿ ਹਿਮਾਚਲ 'ਚ ਹਮੇਸ਼ਾ ਠੰਡ ਹੁੰਦੀ ਆ। ਤਾਂ ਇਹ ਨਹੀਂ ਸੋਚਿਆ ਵੀ ਨਹੀਂ ਮੈਂ ਹਿਮਾਚਲ 'ਚ ਹੀ ਵਿਆਹ ਕਰਾਵਾਂ, ਪੰਜਾਬ 'ਚੋਂ ਰਿਸ਼ਤਾ ਆਇਆ, ਤਾਂ ਕਿਵੇਂ ਦਾ ਲੱਗਿਆ ਸੀਗਾ ਉਸ ਵਕਤ ਤੁਹਾਨੂੰ? ਉਸ ਵਕਤ ਦੇਖੋ ਹੁੰਦਾ ਕਿ ਰਿਸ਼ਤਾ ਆਇਆ, ਚਲੋ ਠੀਕ ਹੈ, ਵਿਆਹ ਕਰਨ ਲੱਗੇ ਆ ਸਭ ਲੋਕ ਪੇਰੈਂਟਸ। ਤਾਂ ਪਰ ਜਿਸ ਵੇਲੇ ਮੇਰਾ ਇੱਥੇ ਆਈ, ਤਾਂ ਕਿਉਂਕਿ ਇਸ ਤੋਂ ਪਹਿਲੇ ਇੱਕ ਹੋਰ ਤੁਹਾਨੂੰ ਦੱਸਾਂ ਕਿ ਮੈਂ ਜਿਸ ਵੇਲੇ ਹਿਮਾਚਲ 'ਚ ਪੜ੍ਹਦੇ ਸੀਗੇ, ਤਾਂ ਅਸੀਂ ਮਿਲਟਰੀ ਸਕੂਲ ਦੇ ਵਿੱਚ ਸੀਗੇ, ਮੇਰੇ ਪੇਰੈਂਟਸ ਉੱਥੇ ਟੀਚ ਕਰਦੇ ਸੀਗੇ। ਤਾਂ ਐਜ਼ ਸੱਚ ਮੈਂ ਹਿਮਾਚਲ ਲੈਂਗੁਏਜ ਨਹੀਂ ਸਿੱਖੀ, ਕਿਉਂਕਿ ਅਸੀਂ ਉੱਥੇ ਹਿੰਦੀ ਲੈਂਗੁਏਜ ਹੁੰਦੀ ਸੀ, ਕਿਉਂਕਿ ਸਕੂਲ ਦੇ ਵਿੱਚ ਸੀਗੇ, ਪੇਰੈਂਟਸ ਉੱਥੇ ਟੀਚ ਕਰਦੇ ਸੀਗੇ। ਤਾਂ ਜਦੋਂ ਮੈਂ ਪੰਜਾਬ 'ਚ ਆਈ, ਪਹਿਲੇ ਚੰਡੀਗੜ੍ਹ ਦੇ ਵਿੱਚ ਪੜ੍ਹੀ ਮੈਂ MCMD ਵਿੱਚ। ਤਾਂ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਆਈ ਤਾਂ ਕਾਲਜ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਮੁਸ਼ਕਿਲ ਕੀ ਪਈ ਗਰਮੀ ਦੇ ਵਿੱਚ। ਜਦੋਂ ਗਰਮੀ ਆਈ ਤਾਂ ਮੈਨੂੰ ਤਾਂ ਰਜ਼ਾਈ ਲੈ ਕੇ ਸੌਣ ਦੀ ਆਦਤ ਸੀਗੀ, ਕਿਉਂਕਿ ਸਾਰੀ ਜ਼ਿੰਦਗੀ ਮੈਂ ਹਿਮਾਚਲ 'ਚ ਹੀ ਕੱਟੀ। ਮੇਰੀ ਗ੍ਰੈਜੂਏਸ਼ਨ ਸੇਂਟ ਬੀਟਸ ਕਾਲਜ 'ਚ ਹੋਈ ਸੀਗੀ। ਤਾਂ ਉਸ ਤੋਂ ਬਾਅਦ ਮੈਂ MCMD ਵਿੱਚ ਆਈ। ਇੱਕ ਪਾਰਟ ਮੈਂ MCMD ਲਾਸਟ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੀਤਾ MCMD ਦੇ ਵਿੱਚ, ਕਿਉਂਕਿ ਗ੍ਰੈਜੂਏਸ਼ਨ ਜਿਹੜੀ ਹੈਗੀ ਹੈ
ਉਹ ਮੈਂ ਉੱਥੋਂ ਕੀਤੀ। ਮੈਨੂੰ ਸੀਗਾ ਕਿ ਪੰਜਾਬ ਦੀ ਹਿਮਾਚਲ ਦੀ ਡਿਗਰੀ ਇੰਨੀ ਵਧੀਆ ਨਹੀਂ ਮੰਨੀ ਜਾਂਦੀ, ਮੈਂ ਪੰਜਾਬ ਸ਼ਿਫਟ ਹੋਵਾਂ। ਚਲੋ ਪੰਜਾਬ ਹੋਈ। ਉਸ ਤੋਂ ਬਾਅਦ ਮੈਨੂੰ ਸੀਗਾ ਮੈਂ ਡਾਕਟਰ ਬਣਨਾ ਤਾਂ ਜੇ ਗ੍ਰੈਜੂਏਸ਼ਨ ਤੋਂ ਬਾਅਦ ਉਸ ਲਈ 10+2+2 ਹੁੰਦਾ ਸੀਗਾ। ਤਾਂ ਫਿਰ ਮੈਂ ਹੋਮਿਓਪੈਥਿਕ ਮੈਡੀਕਲ ਕਾਲਜ ਵਿੱਚ ਮੈਂ ਉਹ ਕੀਤਾ, ਮੈਡੀਕਲ ਦਾ ਕੋਰਸ ਕੀਤਾ। ਤਾਂ ਉਹ ਜਿਸ ਵੇਲੇ ਇੱਥੇ ਗਰਮੀ ਆਈ ਤਾਂ ਮੈਂ ਰਜ਼ਾਈ ਦੇ ਵਿੱਚ ਸੌਣ ਦੀ ਆਦਤ, ਮੈਨੂੰ ਤਾਂ ਬੜੀ ਮੁਸ਼ਕਿਲ ਕਿ ਜਦ ਤੱਕ ਮੇਰੇ ਉੱਪਰ ਵੇਟ ਨਹੀਂ ਹੈ ਤਾਂ ਮੈਂ ਸੌਵਾਂ ਕਿਵੇਂ। ਓ ਮਾਈ ਗॉड, ਮੇਰੇ ਰੂਮਮੇਟਸ ਮੇਰੇ 'ਤੇ ਹੱਸਿਆ ਕਰਨ ਕੀ ਕਹਿੰਦੀ ਕਿ ਰਜ਼ਾਈ ਲੈ ਕੇ ਸੋਏਗੀ, ਉੱਪਰ ਅਸੀਂ ਪੱਖੇ ਚਲਾ ਰਹੇ ਹਾਂ। ਮੈਂ ਫਿਰ ਚੱਦਰ ਲਿੱਤੀ ਆਪਣਾ, ਪੂਰੀ ਟਾਈਟ ਬੰਨੀ ਤਾਂ ਉਸ ਨਾਲ ਸੁੱਤੀ। ਹਾਂਜੀ। ਔਰ ਉਸ ਤੋਂ ਬਾਅਦ ਫਿਰ ਜਦ ਮੈਂ ਲੈਕਚਰ ਵਾਸਤੇ ਗਈ ਕਲਾਸ ਦੇ ਵਿੱਚ, ਉੱਥੇ ਪੱਖੇ ਚੱਲਣ, ਮੈਂ ਕਦੀ ਪੱਖਿਆਂ 'ਚ ਬੈਠੀ ਨਹੀਂ। ਤਾਂ ਮੇਰੇ ਲਈ ਤਾਂ ਬਹੁਤ ਮੁਸ਼ਕਿਲ ਵੀ ਪੱਖੇ ਦੀ ਆਵਾਜ਼, ਮੈਨੂੰ ਤਾਂ ਲੈਕਚਰ ਹੀ ਸੁਣਾਈ ਨਹੀਂ ਦੇ ਰਿਹਾ। ਤਾਂ ਜਦ ਮੈਂ ਆਸ-ਪਾਸ ਆਪਣੇ ਬੱਚਿਆਂ ਨੂੰ ਕਹਾਂ ਵੀ ਕਹਿੰਦੇ ਸਾਨੂੰ ਤਾਂ ਸਭ ਸੁਣਾਈ ਦੇ ਰਿਹਾ, ਤੇਰੇ ਅੱਖਾਂ 'ਚ ਕੰਨਾਂ 'ਚ ਪ੍ਰੋਬਲਮ ਹੈ ਕੁਛ। ਮੈਂ ਕਿਹਾ ਨਹੀਂ ਐਸਾ ਕੁਝ ਗੱਲ ਨਹੀਂ ਹੈ। ਮੈਂ ਚਲੋ ਆਈ ਟਰਾਈਡ ਕਿ ਫਰੰਟ ਵਾਲੀ ਸੀਟ 'ਤੇ ਜਾਵਾਂ। ਤਾਂ ਉੱਥੇ ਸਿਸਟਮ ਹੁੰਦਾ ਸੀਗਾ ਕਿ ਜਿਹੜੇ ਬੱਚੇ ਰੋਲ ਨੰਬਰ ਵਾਈਜ਼ ਤੁਹਾਨੂੰ ਸੀਟਿੰਗ ਹੁੰਦੀ ਸੀ ਅਰੇਂਜਮੈਂਟ, ਮੈਨੂੰ ਅੱਗੇ ਬੈਠਣ ਨਾ ਦੇਣ। ਦੈਨ ਆਈ ਟਾਕ ਟੂ ਦ ਪ੍ਰਿੰਸੀਪਲ, ਮੈਂ ਕਿਹਾ ਜੀ ਮੈਨੂੰ ਪਲੀਜ਼ ਅੱਗੇ ਬੈਠ ਲੈਣ ਦਿਓ। ਉਹ ਸਾਰੇ ਹੱਸਣ ਮੇਰੇ ਉੱਤੇ ਵੀ ਇੱਕ ਪੱਖੇ ਦੀ ਆਵਾਜ਼ ਨਾਲ ਕਿਵੇਂ ਕਿਸ ਨੂੰ ਲੈਕਚਰ ਨਹੀਂ ਸੁਣਾਈ ਦਿਸਦਾ। ਕਹਿੰਦਾ ਸਿੱਧਾ ਕਹਿ ਤੂੰ ਬਹਾਨਾ ਮਾਰ ਰਹੀ ਹੈ ਤੂੰ ਅੱਗੇ ਆਉਣ ਦਾ। ਮਤਲਬ ਕੋਈ ਮੇਰੀ ਗੱਲ ਨਾ ਸਮਝੇ ਕਿ ਮੈਂ ਇੰਨੀ ਮੁਸ਼ਕਿਲ ਦੇ ਵਿੱਚ ਹੈਗੀ ਕਿ ਮੈਨੂੰ ਪੱਖੇ ਵੀ ਮੇਰੇ ਲਈ ਇੱਕ ਅਜੀਬ ਚੀਜ਼ ਹੈਗੀ। ਹਿਮਾਚਲ ਵੈਸੇ ਵੀ ਬਹੁਤ ਸ਼ਾਂਤ ਆ ਕਿਉਂਕਿ ਉੱਥੇ ਤੁਹਾਨੂੰ ਕੋਈ ਅੱਛਾ। ਉਸ ਤੋਂ ਬਾਅਦ ਵਿਆਹ ਤੋਂ ਬਾਅਦ ਜਦੋਂ ਉਸ ਤੋਂ ਵੀ ਜ਼ਿਆਦਾ ਚੰਡੀਗੜ੍ਹ ਤਾਂ ਚਲੋ ਫਿਰ ਵੀ ਹਿੰਦੀ ਮਾਹੌਲ ਸੀਗਾ। ਜਦੋਂ ਮੈਂ ਨਾਭੇ ਆਈ ਤਾਂ ਬਿਲਕੁਲ ਪੰਜਾਬੀ ਮਾਹੌਲ। ਔਰ ਮੈਂ ਇੱਥੇ ਆ ਕੇ ਕੀ ਸੀਗਾ ਕਿ ਮੈਂ ਪੰਜਾਬੀ ਕਿਸੇ ਨਾਲ ਬੋਲ ਹੀ ਨਹੀਂ ਸਕਦੀ ਸੀਗੀ, ਮੈਂ ਸਿਰਫ ਆਪਣੇ ਘਰ ਦੇ ਬੰਦੇ ਨਾਲ ਬੋਲ ਸਕਦੀ ਸੀਗੀ। ਮੈਨੂੰ ਬਾਹਰਲੇ ਬੰਦੇ ਨਾਲ ਆਟੋਮੈਟਿਕਲੀ ਮੇਰੇ ਮੂੰਹ ਦੇ ਵਿੱਚ ਉਹਦੇ ਹਿੰਦੀ ਨਿਕਲਦੀ ਸੀਗੀ। ਤੇ ਇੱਥੇ ਸਭ ਮੇਰੇ ਮੂੰਹ ਤੋਂ ਦੇਖਦੇ ਸੀ ਕਿ ਇਹ ਪਤਾ ਨਹੀਂ ਕਿੱਥੋਂ ਦੀ ਆਈ ਹੈ, ਕਿਤੇ ਬੰਗਾਲ ਤੋਂ ਆਈ ਹੋਣੀ ਹੈ ਕੁਛ। ਮੇਰੇ ਦੇਖਣ 'ਚ ਮੈਂ ਪੰਜਾਬੀ ਲੱਗਦੀ ਨਹੀਂ, ਸਰਦਾਰਨੀ ਮੈਂ ਲੱਗਦੀ ਨਹੀਂ ਆ। ਤਾਂ ਉਸ ਤੋਂ ਉੱਪਰ ਇੱਕ ਹੋਰ ਮੈਂ ਅਨੋਖੀ ਗੱਲ ਕੀਤੀ। ਮੈਂ ਜਦੋਂ ਮੈਂ ਰਾਸ਼ਨ ਲੈਣ ਗਈ ਤਾਂ ਮੈਂ ਕਿਹਾ ਕਿ ਪਿਆਜ਼ ਪਿਊਜ਼ ਸੀ ਉੱਥੇ ਨਾ ਹਿਮਾਚਲ ਦੇ ਵਿੱਚ ਕੀ ਹੁੰਦਾ ਕਿ ਪਿਆਜ਼ ਆਲੂ ਤੁਹਾਨੂੰ ਕਰਿਆਨੇ ਵਾਲੀ ਦੁਕਾਨ 'ਤੇ ਵੀ ਮਿਲਦਾ। ਐਂਡ ਮੈਂ ਜਾ ਕੇ ਉੱਥੇ ਕਰਿਆਨੇ ਵਾਲੀ ਦੁਕਾਨ 'ਤੇ ਗਈ, ਤੁਹਾਨੂੰ ਮੈਂ ਕਿਹਾ ਜੀ ਪਿਆਜ਼ ਮਿਲੇਗਾ। ਉਹ ਮੇਰੀ ਮੂੰਹ ਤੋਂ ਦੇਖ ਕਰ ਹੱਸੇ ਵੀ ਕਿਹੜੇ ਜੰਗਲ ਤੋਂ ਉੱਠ ਕੇ ਆਈ ਜਿਹੜਾ ਪਿਆਜ਼ ਮੰਗ ਰਹੀ ਹੈ। ਮੈਂ ਇਹਨਾਂ ਨੂੰ ਆ ਕੇ ਕਿਹਾ, ਮੈਂ ਕਿਹਾ ਜੀ ਮੈਂ ਪਿਆਜ਼ ਮੰਗੇ, ਮੇਰੇ 'ਤੇ ਹੱਸੇ ਕਿਉਂ ਸਾਰੇ ਜਣੇ। ਕਹਿੰਦੇ ਪਾਗਲੇ ਤੇ ਸਬਜ਼ੀ ਮੰਡੀ 'ਚ ਪਿਆਜ਼ ਮਿਲਦਾ, ਉੱਥੇ ਨਹੀਂ ਮਿਲਦਾ। ਮਤਲਬ ਇਟ ਵਾਸ ਟੋਟਲੀ ਡਿਫਰੈਂਟ ਐਟਮੋਸਫੀਅਰ ਸੀਗਾ ਮੇਰੇ ਲਈ ਹਿਮਾਚਲ ਦੇ ਵਿੱਚੋਂ ਦੀ। ਇੱਥੇ ਜਿਵੇਂ ਕਹਿੰਦਾ ਨਾ ਇੱਕ ਜੰਗਲੀ ਬੰਦਾ ਆ ਕੇ ਇੱਕ ਸ਼ਹਿਰ 'ਚ ਵੜਦਾ ਤਾਂ ਜਿਵੇਂ ਉਹ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਮੇਰੇ ਲਈ। ਤਾਂ ਬੜਾ ਸੋਚ ਕੇ ਹੁਣ ਬੜਾ ਹਾਸਾ ਆਉਂਦਾ ਕਿ ਮੈਂ ਕਿਹੋ ਜਿਹੀ ਬੇਵਕੂਫ ਹੁੰਦੀ ਸੀਗੀ ਕਿ ਉਹ ਕਰਾਂ। ਔਰ ਇੱਕ ਹੋਰ ਚੀਜ਼ ਬੜੀ ਮਜ਼ੇਦਾਰ ਗੱਲ ਹੈ ਕਿ ਦੁੱਧ ਵਾਲੇ ਮੈਂ ਇਹਨਾਂ ਨੂੰ ਕਿਹਾ ਮੈਂ ਨਾ ਉਹ ਹੁਣ ਨਾਮ ਭੁੱਲ ਗਈ, ਦੁੱਧ ਵਾਲੇ ਕੋਫਤੇ ਖਾਣੇ ਆ। ਨਾਮ ਭੁੱਲ ਗਈ ਉਹ ਹੈ ਕੀ ਹੁੰਦਾ, ਰਸ ਮਲਾਈ ਨੂੰ ਭੁੱਲ ਗਈ ਕਹਿੰਦੇ। ਮੈਂ ਕਿਹਾ ਮੈਂ ਤਾਂ ਦੁੱਧ ਵਾਲੇ ਕੋਫਤੇ ਖਾਣੇ ਆ ਨਾ। ਇਹਨਾਂ ਨੂੰ ਸਮਝ ਆਵੇ ਮੈਂ ਕਹੋ ਦੁੱਧ 'ਚ ਹੁੰਦੇ ਆ ਕੋਫਤੇ ਹੁੰਦੇ ਆ। ਹਾਂਜੀ। ਉਹਨੂੰ ਕਿਸੇ ਨੂੰ ਸਮਝ ਨਾ ਆਵੇ ਮਿੱਠਾ ਹੁੰਦਾ ਕਰਕੇ ਬੜੀ ਦੇਰ ਤੱਕ ਮੈਂ ਸਮਝਾ ਕੀਤਾ। ਕਹਿੰਦਾ ਸਿੱਧਾ ਕਹਿ ਨਾ ਤੂੰ ਉਹ ਰਸ ਮਲਾਈ ਖਾਣੀ ਹੈ। ਮੈਂ ਕਿਹਾ ਹਾਂ ਇਹਨੂੰ ਸ਼ਾਇਦ ਹੀ ਕਹਿੰਦੇ ਰਸ ਮਲਾਈ। ਮਤਲਬ ਇਹਦੀ ਨਾ ਮੈਡਮ ਦੀ, ਸੌਰੀ ਮੈਂ ਵਿੱਚ ਕੱਟ ਰਿਹਾ, ਦੁਬਾਰਾ ਸ਼ਾਇਦ ਯਾਦ ਨਾ ਰਹੇ। ਇਹਨੂੰ ਬਚਪਨ ਦੇ ਵਿੱਚ ਇਹਦੀ ਮਾਂ ਸਭ ਦੀਆਂ ਪਿਆਰ ਕਰਦੀਆਂ ਨੇ ਕਿਉਂਕਿ ਉਹਦਾ ਹਿੱਸਾ ਹੁੰਦਾ ਸਰੀਰ ਦਾ। ਪਰ ਇਹਦੀ ਮਾਂ ਦੀ ਟ੍ਰੇਨਿੰਗ ਬੜੀ ਜ਼ਬਰਦਸਤ ਸੀ। ਉਹਨੇ ਇਹਨੂੰ ਜ਼ਮੀਨ ਦੇ ਨਾਲ ਜੋੜ ਕੇ ਰੱਖਿਆ। ਉਹਦਾ ਜਿਹੜਾ ਤੁਹਾਨੂੰ ਐਗਜ਼ਾਮਪਲ ਕਿੱਥੋਂ ਮਿਲਦਾ, ਇਹ ਆਪਣੀਆਂ ਬੇਵਕੂਫੀਆਂ 'ਤੇ ਹੱਸਦੀ ਹੈ। ਇੱਕ ਦਿਨ ਮੈਨੂੰ ਕਹਿ ਰਹੀ ਹੈ ਕਿ ਜਿਹਦੇ ਜ਼ਿਆਦਾ ਵੱਟ ਹੁੰਦੇ ਨੇ ਨਾ ਉਹ ਜਲੇਬੀ ਖਾਣੀ ਹੈ। ਅਸੀਂ ਪਟਿਆਲੇ ਚਲੇ ਗਏ ਕੋਹਲੀ ਸਵੀਟ ਦੇ। ਮੈਂ ਕਿਹਾ ਇਹਨੂੰ ਜਾ ਕੇ ਕਿਹਾ ਰਾਮ ਬੱਤੀ ਚਾਹੀਦੀ ਹੈ ਅਮਰਤੀ ਨੂੰ। ਅਤੇ ਉੱਥੇ ਗਈ, ਉਹਨੂੰ ਕਹਿੰਦੇ ਮੈਨੂੰ ਰਾਮ ਬੱਤੀ ਚਾਹੀਦੀ ਹੈ। ਨਾਲੇ ਉਹ ਹੱਸੇ ਨਾਲੇ ਇਹ ਹੱਸੇ। ਉੱਥੋਂ ਹੁਣ ਵੀ ਨਾ ਛੋਟੀ ਜਿਹੀ ਗੱਲ ਹੋਵੇ ਤਾਂ ਆਪਣੀ ਬੇਵਕੂਫੀ ਕਰਕੇ ਆਊਗੀ, ਫਿਰ ਆ ਕੇ ਤਾੜੀਆਂ ਮਾਰ ਹੱਸ। ਮੈਂ ਕੀ ਹੋ ਗਿਆ, ਕਹਿੰਦੇ ਮੈਂ ਕਿਹਾ ਰਾਮ ਬੱਤੀ, ਸਾਰੇ ਹੱਸ ਰਹੇ ਸੀ। ਤਾਂ ਇਹ ਤੁਹਾਡੇ ਅੰਦਰ ਦੇ ਜੀਵਨ ਦੇ ਅੰਦਰ ਜਿਹੜਾ ਰਸ ਭਰਿਆ ਜਾਂਦਾ, ਤੁਹਾਡੇ ਆਸ ਪੜੋਸ ਦਾ, ਜਿਹੜੇ ਮੁਹੱਬਤਨਾਮੇ ਤੁਸੀਂ ਲਿਖਦੇ ਹੋ ਨਾ, ਤਾਂ ਤੁਸੀਂ ਇਹ ਜ਼ਰੂਰ ਦੇਖੋ ਕਿ ਤੁਹਾਡੇ ਆਸ-ਪਾਸ ਦੇ ਜਿਹੜੇ ਲੋਕ ਨੇ ਨਾ, ਦੇ ਆਰ ਫੁੱਲ ਆਫ ਲਵ। ਕਿਸੇ ਤੋਂ ਤੁਸੀਂ ਪਿਆਰ ਨਾ ਨਿਚੋੜ ਨਹੀਂ ਸਕਦੇ। ਸਾਡੇ ਜਿਹੜੇ ਰਿਲੇਸ਼ਨ ਹੈ ਗੜਬੜਾ ਜਾਂਦੇ ਨੇ ਨਾ, ਉਹ ਇਸ ਕਰਕੇ ਜਾਂਦੇ ਅਸੀਂ ਉਹਦੇ ਤੋਂ ਇਸ ਤਰ੍ਹਾਂ ਲੱਗਦਾ ਵੀ ਇਹਨੂੰ ਨਿਚੋੜਾਂਗੇ ਤਾਂ ਇਹਦੇ 'ਚੋਂ ਕੁਛ ਨਿਕਲੂਗਾ। ਨਹੀਂ ਨਿਕਲਣਾ। ਦੇਖੋ ਜਿਹੜੀ ਨਾਰੀ ਹੈ ਅਤੇ ਨਾਰੀ, ਦੋਨਾਂ ਦੀ ਪਹਿਲਾਂ ਤਾਂ ਬਣਤਰ ਅਲੱਗ ਹੈ, ਸੋਚ ਅਲੱਗ ਹੈ, ਫਿਰ ਉਹ ਜੰਮ ਪਲ ਅਲੱਗ ਹੈ, ਅਲੱਗ-ਅਲੱਗ ਜਗ੍ਹਾ 'ਤੇ ਉਹਨਾਂ ਦੇ ਟੇਸਟ ਇੱਕ ਨਾਲ ਦੇ ਹੋ ਹੀ ਨਹੀਂ ਸਕਦੇ ਨਾ। ਤਾਂ ਤੁਹਾਨੂੰ ਫਰੀਡਮ ਦੇਣਾ ਪਊਗਾ। ਤੁਸੀਂ ਕੌਣ ਹੋ ਦੇਣ ਵਾਲੇ? ਮਤਲਬ ਇਹ ਦੋਨੋਂ ਪਾਸੇ ਓਨਾ ਹੀ ਬਰਾਬਰ ਬੈਲੈਂਸ ਹੈ। ਇਹ ਨਹੀਂ ਹੈ ਕਿ ਮਰਦ ਨੂੰ ਫਰੀਡਮ ਦੇਣਾ, ਮਰਦ ਕੌਣ ਹੈ ਉਹਨੂੰ ਫਰੀਡਮ ਦੇਣ ਵਾਲਾ, ਜਾਂ ਜਨਾਨੀ ਕੌਣ ਹੈ ਉਹਨੂੰ ਜਨਾਨੀਆਂ ਦਾ ਵੀ, ਵਿਮਨ ਦਾ ਵੀ ਓਨਾ ਹੀ ਵੱਡਾ ਮੁਖਤਿਆਰਨਾਮਾ ਲਿਖਿਆ ਹੁੰਦਾ,
ਉਹ ਚਾਹੇ ਰੋਵੇ ਤੇ ਇਹ ਚਾਹੇ ਉਹਨੂੰ ਕੁੱਟੇ, ਇਮੋਸ਼ਨ ਇੱਕੋ ਹੀ ਆ ਉਹ। ਜਦ ਤੱਕ ਤੁਸੀਂ ਸਜਗ ਨਹੀਂ ਹੋ ਰਹੇ ਪ੍ਰੋਬਲਮ ਹੈ। ਤਾਂ ਇਹ ਗੱਲ ਵੀ ਸ਼ਾਇਦ ਕੁਝ ਦਰਸ਼ਕਾਂ ਨੂੰ ਅਖਰੇ, ਪਰ ਮੈਂ ਕਹਿ ਦਿੰਦਾ ਅੱਜ ਕੀ ਹੋਇਆ ਕਿ ਸਾਰੇ ਹਰ ਚੀਜ਼ ਸਾਰਿਆਂ ਤੇ ਲਾਗੂ ਨਹੀਂ ਹੁੰਦੀ, ਬਟ ਸਮਾਜ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵੀ ਹੁੰਦਾ, ਉਦਾਹਰਨਾਂ ਵੀ ਅਕਸਰ ਇਸ ਤਰ੍ਹਾਂ ਹੁੰਦੀਆਂ ਨੇ। ਪਰ ਜ਼ਿਆਦਾ ਉਦਾਹਰਨਾਂ ਜਿਹੜੀਆਂ ਮੈਂ ਦੇਖ ਰਿਹਾ ਕਿ ਲੇਡੀਜ਼ ਨੂੰ, ਜਨਾਨੀਆਂ ਨੂੰ ਕਿਤੇ ਇਹ ਲੱਗ ਰਿਹਾ ਹੈ ਵੀ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ, ਹੋ ਵੀ ਰਿਹਾ। ਉਹਦੇ ਬਹੁਤ ਸਾਰੇ ਕਾਰਨ ਨੇ। ਕਿੱਥੋਂ ਸਤੀ ਪ੍ਰਥਾ ਤੋਂ ਤੁਰੇ ਹੋਏ ਹਾਂ ਅਸੀਂ, ਕਿੱਥੋਂ ਤੁਰੇ ਹੋਏ ਹਾਂ ਅੱਜ ਵੀ ਸਾਡੇ ਸਮਾਜ ਦੇ ਵਿੱਚ ਰੋਜ਼ ਅਸੀਂ ਦੇਖਦੇ ਹਾਂ। ਤਾਂ ਉਹਨਾਂ ਕੋਲ ਕਾਰਨ ਹੈਗੇ ਨੇ ਇਸ ਚੀਜ਼ ਨੂੰ। ਬਹੁਤ ਸਾਰੀਆਂ ਵਿਮਨ ਦੇ ਵਿੱਚ ਅੱਜ ਇੰਨਾ ਗਰਜ ਭਰ ਗਿਆ ਨਾ ਮੇਲਸ ਦੇ ਅਗੇਂਸਟ, ਉਹ ਹਰ ਵੇਲੇ ਆਪਣੇ ਆਪ ਨੂੰ ਕੰਪੀਟੀਸ਼ਨ 'ਚ ਰੱਖ ਰਹੇ ਨੇ। ਉਹਨੂੰ ਇਹ ਗੱਡੀ ਕਿਵੇਂ ਮੇਰੇ ਤੋਂ ਅੱਗੇ ਕੱਢ ਕੇ ਲੈ ਗਿਆ, ਇਹ ਹੌਰਨ, ਹਰ ਛੋਟੀ ਬੜੀ ਗੱਲ, ਮਤਲਬ ਉਹਨੂੰ ਨਹੀਂ ਸਮਝ ਆ ਰਿਹਾ, ਪਰ ਤੁਹਾਡੇ ਅੰਦਰ ਇੰਨਾ ਉਹ ਭਰ ਗਿਆ ਕਿ ਬੇਸੁੱਧ ਦੇ ਵਿੱਚ ਹੀ ਤੁਸੀਂ ਉਹ ਕਰ ਰਹੇ ਹੋ। ਤੋ ਜੇ ਤੁਸੀਂ ਕਹੋ ਕਿ ਮਰਦ ਪ੍ਰਧਾਨ ਨੇ ਇਹ ਹਾਲ ਕਰਤਾ ਦੁਨੀਆ ਦਾ, ਤੇ ਨਾਰੀ ਪ੍ਰਧਾਨ, ਬੈਲੈਂਸ ਬਣਾਉਣਾ ਪਊਗਾ ਤੁਹਾਨੂੰ। ਜਦ ਤੱਕ ਉਹ ਬੈਲੈਂਸ ਨਹੀਂ ਬਣਦਾ ਕ੍ਰੀਏਟੀਵਿਟੀ ਦਾ, ਤੁਹਾਡੀਆਂ ਬੇਸਿਕ ਨੀਡਸ ਦਾ, ਇਹ ਬੈਲੈਂਸ ਅਵੇਅਰਨੈਸ ਦੇ ਨਾਲ ਹੀ ਬਣਨਾ। ਤਾਂ ਜਿਹੜੇ ਵੀ ਬੰਦੇ ਹੁਣ ਇਹਦੇ ਸ਼ੌਂਕ ਅਲੱਗ ਨੇ, ਅਲੱਗ ਹੋਣਗੇ। ਹਾਂਜੀ। ਤਾਂ ਇਹ ਹੁਣ ਸਾਲ ਦੇ ਵਿੱਚ ਇੱਕ ਜਾਂ ਦੋ ਵਾਰੀ, ਹੁਣ ਤਾਂ ਕਰੋਨਾ ਕਰਕੇ ਨਹੀਂ ਹੈ, ਇਹਨੇ ਵਿਦੇਸ਼ਾਂ 'ਚ ਜਾਣਾ, ਸ਼ੌਂਕ ਹੈ ਇਹਨੂੰ ਘੁੰਮਣ ਦਾ, ਤੇ ਉੱਥੇ ਜਾ ਕੇ ਕਦੀ ਜਹਾਜ਼ 'ਚੋਂ ਛਾਲ ਮਾਰਦੀ ਹੈ, ਨਾਲ ਤਾਂ ਟ੍ਰੇਨਿੰਗ ਕਰਕੇ ਆਉਂਦੀ ਹੈ ਆਪਣੀ ਬਿਊਟੀ ਵਗੈਰਾ ਦੀ, ਤੇ ਉੱਥੋਂ ਸਾਰਾ ਆਪਣਾ ਇੰਜੋਏ ਕਰਕੇ ਜਾਂਦੀ। ਮੈਨੂੰ ਕਹਿੰਦੀ ਤੂੰ ਚੱਲ ਨਾਲ, ਮੈਂ ਕਿਹਾ ਮੈਂ ਨਹੀਂ ਜਾਂਦਾ ਤੇਰੇ ਨਾਲ। ਹਾਂਜੀ। ਕਿਉਂਕਿ ਤੈਨੂੰ ਇੱਕ ਖੁੱਲੀ ਹਵਾ ਚਾਹੀਦੀ, ਤੈਨੂੰ ਪਿੱਛੇ ਬੱਚਿਆਂ ਬੁੱਚਿਆਂ ਦਾ ਸਭ ਭੁੱਲ ਜਾ। ਤੂੰ ਇਹ ਸਮਝ ਲੈ ਵੀ ਹੁਣ ਫ੍ਰੀ ਆ ਮੈਂ, ਜੋ ਮਰਜ਼ੀ ਕਰ ਲੈ, ਜੋ ਮਰਜ਼ੀ ਕਰ ਲੈ। ਮੈਂ ਫ਼ੋਨ ਨਹੀਂ ਕਰਦਾ ਇਹਨੂੰ, ਵੀ ਤੂੰ ਵੀ ਨਹੀਂ ਫ਼ੋਨ ਕਰਨਾ, ਇਹਦਾ ਫ਼ੋਨ ਆ ਜਾਂਦਾ, ਰੋਟੀ ਖਾ ਲਈ ਤੁਸੀਂ ਫਲਾਣਾ ਕਰ ਲੈ, ਮੈਂ ਤਾਂ ਮੈਨੂੰ ਗੋਦੀ ਚੱਕ ਕੇ ਲੈ ਜਾ ਕਰ ਨਾਲ। ਤੋ ਇਹ ਬੰਦੇ ਵੀ ਇਹ ਕਰਦੇ ਨੇ, ਆਪਣੇ ਦੋਸਤਾਂ 'ਚ ਬੈਠੇ ਸ਼ਰਾਬ ਪੀਤੇ, ਪਰ ਉੱਥੇ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਬੇਸਿਕਲੀ ਉਹ ਤੁਹਾਨੂੰ ਨੀਰਸ ਕਰਦੀਆਂ ਨੇ ਅੰਦਰ। ਅਸੀਂ ਜਿਹੜੇ ਜੋਕਸ ਵੀ ਕਰੈਕ ਕਰਦੇ ਹਾਂ, ਭਾਰੀਆਂ ਭਾਰੀਆਂ ਗੱਲਾਂ ਕਰ ਲਈ। ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਨ ਸੁਣਾ ਦਿੰਦਾ। ਇੱਕ ਕੋਈ ਪੰਡਿਤ ਸੀਗਾ, ਬਹੁਤ ਪਾਰੰਗਿਤ ਪੰਡਿਤ ਸੀਗਾ, ਉਹਦੀ ਬਹੁਤ ਜੈ-ਜੈਕਾਰ ਸੀ, ਉਹਨੂੰ ਵੈਲੀਡੇਸ਼ਨ ਦੀ ਘਾਟ ਨਹੀਂ ਸੀ ਉਹਨੂੰ। ਹਾਂਜੀ। ਹਰ ਜਗ੍ਹਾ ਲੋਕ ਉਹਦੀ ਮੰਨਦੇ ਸੀਗੇ, ਪਰ ਉਹਨੂੰ ਇੱਕੋ ਹੀ ਚੀਜ਼ ਅਖਰਦੀ ਸੀ ਵੀ ਮੇਰੀ ਜਨਾਨੀ ਨਹੀਂ ਮੈਨੂੰ ਮਾਨ ਸਨਮਾਨ ਦਿੰਦੀ। ਹੁਣ ਜਨਾਨੀ ਜੇ ਤੈਨੂੰ ਪਿਆਰ ਕਰ ਰਹੀ, ਤੇਰਾ ਘਰ-ਬਾਰ, ਉਹਨੂੰ ਲਿਖ ਕੇ ਥੋੜ੍ਹਾ ਦੇਣਾ ਉਹਨੇ। ਉਹਦੇ ਐਕਸ਼ਨਸ 'ਚ ਤੈਨੂੰ ਦਿਖ ਰਿਹਾ ਜੇ ਤੂੰ ਕੰਫਰਟੇਬਲ ਹੈ। ਹਾਂਜੀ। ਹੋਰ ਵੀ ਬਹੁਤ ਮੁਹੱਬਤਾਂ ਨੇ ਤੇਰੀਆਂ, ਇਹ ਨਹੀਂ ਹੈ ਕਿ ਹੋਰ ਜਨਾਨੀਆਂ ਨਾਲ, ਬਟ ਹੋਰ ਰਿਲੇਸ਼ਨ ਵੀ ਨੇ ਨਾ। ਪਰ ਉਹਨੂੰ ਹਰ ਵੇਲੇ ਇਹ ਲੱਗਦਾ ਸੀਗਾ ਵੀ ਤੂੰ ਕਿਉਂ ਨਹੀਂ ਮੇਰੀ ਬਹੁਤ ਕਰਦੀ। ਤਾਂ ਉਹ ਜਦੋਂ ਘਰ ਜਾਇਆ ਕਰੇ ਤਾਂ ਪੰਡਤਾਇਨ ਪੁੱਛਿਆ ਕਰੇ ਆ ਗਏ। ਉਹ ਬੜਾ ਪਰੇਸ਼ਾਨ ਹੋ ਗਿਆ ਜੀ। ਉਹਨੇ ਤਪੱਸਿਆ ਕੀਤੀ, ਅਖੰਡ ਤਪੱਸਿਆ, ਘੋਰ ਤਪੱਸਿਆ ਕੀਤੀ, ਉਹਦੇ ਹੱਥ ਸਿੱਧੀ ਲੱਗ ਗਈ ਜੀ। ਸਿੱਧੀ ਇਹੋ ਜਿਹੀ ਕਿ ਹਵਾ ਦੇ ਵਿੱਚ ਉੱਡ ਸਕਿਆ। ਤਾਂ ਜਦੋਂ ਹਵਾ 'ਚ ਉੱਡ ਰਿਹਾ ਤਾਂ ਮੇਰੇ ਵਰਗੇ ਜਿਹੜੇ ਪੁਰਾਣੇ ਭਗਤ ਸੀਗੇ ਉਹ ਤਾਂ ਹੋਰ ਖੁਸ਼ ਹੋ ਗਏ ਜੀ। ਅਤੇ ਪੰਡਿਤ ਜੀ ਜਦੋਂ ਲੈਂਡ ਕੀਤੇ ਤਾਂ ਸਾਰਿਆਂ ਨੇ ਢੋਲ ਢਮੱਕੇ ਅਤੇ ਇੰਨੇ ਸਾਰੇ ਉਹਨੂੰ ਉਪਹਾਰ ਅਤੇ ਸਾਰਾ ਮੋਢਿਆਂ 'ਤੇ ਚੱਕ ਲਿਆ ਜੀ। ਢੋਲ ਵਜਾਉਂਦੇ ਘਰੇ ਆ ਗਏ। ਘਰੇ ਆ ਕੇ ਜਦੋਂ ਪੰਡਿਤ ਦਰਵਾਜ਼ੇ 'ਤੇ ਖੜ੍ਹਾ, ਪੰਡਤਾਇਨ ਨੇ ਫਿਰ ਉਹੀ ਕਿਹਾ ਆ ਗਏ। ਜੇ ਤੇਰੇ ਤੋਂ ਹੋਰ ਨਹੀਂ ਨਾ ਕੁਛ ਹੁੰਦਾ, ਇੱਕ ਬੰਦਾ ਹਵਾ ਚੁੱਟਦਾ ਸੀ, ਤੂੰ ਪਤੰਦਰਾ ਉਹੀ ਕਰ ਲੈ। ਪੰਡਿਤ ਕਹਿੰਦਾ ਬਣ ਗਈ ਗੱਲ ਜੀ ਅੱਜ। ਪੰਡਿਤ ਕਹਿੰਦਾ ਪੰਡਤਾਇਨ ਤੈਨੂੰ ਪਤਾ ਬੰਦਾ ਕੌਣ ਸੀ? ਉਹ ਮੈਂ ਸੀ। ਪੰਡਤਾਇਨ ਕਹਿੰਦੀ ਚਾਹੀਂ ਕਹਾਂ ਟੇਢਾ ਕਿਉਂ ਉੱਡਦਾ ਇਹ? ਅੱਛਾ, ਉਹਦੇ ਹੁਣ ਅਹੰਕਾਰ ਨੂੰ ਪੱਠੇ ਤਾਂ ਕੀ ਪੈਣੇ ਸੀਗੇ, ਹੋਰ ਚੋਟ ਵੱਜ ਗਈ। ਮੇਲ ਈਗੋ ਜਿਹਨੂੰ ਅੰਗਰੇਜ਼ੀ 'ਚ ਅਸੀਂ ਕਹਿੰਦੇ, ਉਹ ਤਿਲ ਮਿਲਾਉਂਦਾ ਹੋਇਆ ਬਾਹਰ ਆਇਆ ਜੀ। ਉਹਨੇ ਫਿਰ ਤਪੱਸਿਆ ਕੀਤੀ, ਘੋਰ ਤਪੱਸਿਆ, ਅਖੰਡ ਤਪੱਸਿਆ। ਤਾਂ ਇਹ ਕਹਿੰਦੇ ਆ ਕਿ ਪ੍ਰਭੂ ਪ੍ਰਗਟ ਹੋ ਗਿਆ। ਜਦੋਂ ਪ੍ਰਭੂ ਪ੍ਰਗਟ ਹੋਏ, ਉਹਨੂੰ ਕਹਿੰਦੇ ਵੀ ਮੰਗ ਵੀ ਪੁਰਖਾ ਕੀ ਮੰਗਦਾ? ਕਹਿੰਦਾ ਮਹਾਰਾਜ ਤੁਹਾਡਾ ਦਿੱਤਾ ਸਭ ਕੁਛ ਹੈ, ਮੇਰੀ ਜਨਾਨੀ ਤੇ ਮੇਰੀ ਪ੍ਰਭੂਤਾ ਸਾਬਤ ਕਰਾ ਦਿਓ। ਕਹਿੰਦੇ ਰੱਬ ਨੇ ਜੁੱਤੀ ਲਾ ਲਈ ਵੀ ਭੱਜ ਇੱਥੋਂ, ਆਊਟ ਆਫ ਸਿਲੇਬਸ ਕੁਐਸਚਨ ਹੈ ਤਾਂ ਦੌੜ ਜਾ। ਹੁਣ ਉਹ ਪੰਡਿਤ ਹੋਰ ਪਰੇਸ਼ਾਨ ਹੋ ਗਿਆ। ਤਾਂ ਪੰਡਿਤ ਜਦੋਂ ਪਰੇਸ਼ਾਨ ਹੋਇਆ ਅਤੇ ਉਹਨੇ ਦੇਖਿਆ ਕਿ ਨਾ ਸਿੱਧੀਆਂ ਦਾ ਕੁਛ ਬਣਿਆ ਅਤੇ ਰੱਬ ਵੀ ਮੁੱਕਰ ਗਿਆ। ਘਰ ਆਇਆ, ਜਨਾਨੀ ਨੇ ਫਿਰ ਉਹੀ ਆ ਗਏ। ਪੰਡਿਤ ਕਹਿੰਦਾ ਸੁਣ ਲੈ ਪੰਡਤਾਇਨ, ਬਹੁਤ ਹੋ ਗਿਆ ਇਹੋ ਜਿਹੇ ਜੀਵਨ ਨਾਲੋਂ ਤਾਂ ਨਾ ਬੰਦਾ ਮਰ ਜੇ ਚੰਗਾ। ਮੈਂ ਜਾ ਰਿਹਾ ਨਹਿਰ 'ਚ ਛਾਲ ਮਾਰਨ, ਮੈਂ ਨਹੀਂ ਆਉਣਾ। ਪੰਡਤਾਇਨ ਉਹਨੂੰ ਕਹਿੰਦੀ ਚੱਲ ਚਲਿਆ ਜਾਈ, ਕੋਈ ਗੱਲ ਨਹੀਂ, ਆ ਲੈ ਜਾ ਥੈਲਾ, ਆਉਂਦਾ ਹੋਇਆ ਆਲੂ ਪਿਆਜ਼ ਜ਼ਰੂਰ ਲਿਆਈ। ਪੰਡਤਾਇਨ ਨੂੰ ਵੀ ਪਤਾ ਵੀ ਇਹਨੇ ਮੁੜ ਕੇ ਇੱਥੇ ਹੀ ਆਉਣਾ। ਤਾਂ ਕਿਤੇ ਨਾ ਕਿਤੇ ਤਾਂ ਤੁਹਾਡੀ ਪ੍ਰੇਮ ਦੀ ਜਿਹੜੀ ਤੰਦ ਹੈ ਉਹ ਜੁੜੀ ਹੋਈ ਹੈ। ਪਰ ਅਸੀਂ ਜਦੋਂ ਤੱਕ ਸਜਗ ਨਹੀਂ ਹੁੰਦੇ, ਇਹ ਗੱਲ ਮੈਂ ਸ਼ਾਇਦ 20 ਵਾਰੀ ਕਹਿਤੀ, 20 ਵਾਰੀ ਹੋਰ ਕਹਾ ਲਓ, ਰਿਸ਼ਤੇ ਜਿੰਨੇ ਵੀ ਨੇ ਤੁਹਾਡੇ, ਜਿੰਨੇ ਵੀ ਤੁਹਾਡੇ ਮੁਹੱਬਤਨਾਮੇ ਨੇ ਇੱਥੇ ਲਿਖੇ ਜਾ ਰਹੇ ਨੇ, ਉਹ ਮੈਮਰੀ ਦੇ ਵਿੱਚ ਸੇਵ ਹੋ ਰਹੇ ਨੇ। ਜਿਵੇਂ ਈਮੇਲ ਹੈ, ਇਮੋਸ਼ਨ
ਸਾਰੀਆਂ ਸੇਵ ਹੋ ਰਹੀਆਂ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਉਂ ਗੜਬੜ ਹੋ ਰਹੀ ਹੈ। ਤੁਸੀਂ ਜਿੰਨਾ ਅੰਦਰ ਗਰਜ ਭਰੀ ਜਾ ਰਹੇ ਹੋ ਤਾਂ ਤੁਹਾਨੂੰ ਬਚਪਨ ਤੋਂ ਪ੍ਰੇਮ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਮਾਪੇ ਵੀ ਤਾਂ ਕਦੀ ਕਿਸੇ ਦੇ ਬੱਚੇ ਰਹੇ ਨੇ, ਉਹ ਜ਼ਰੂਰੀ ਹੈ। ਤੁਹਾਡਾ ਚੁਗਿਰਦ ਜਿਹੜਾ ਉਹ ਸੁਹਿਰਦ ਹੋਵੇ, ਉਹ ਪ੍ਰੇਮ ਭਰਪੂਰ ਹੋਵੇ, ਤਾਂ ਤੁਹਾਡੀਆਂ ਇਮੋਸ਼ਨਸ ਅੱਗੇ ਆਉਣਗੀਆਂ। ਤਾਂ ਸਾਡੇ ਸਮਾਜ ਦੀ ਜਿਹੜੀ ਇਹ ਬਣਤਰ ਪਹਿਲਾਂ ਇਸ ਪਾਸੇ ਚਲੀ ਗਈ ਤੇ ਹੁਣ ਇਸ ਪਾਸੇ ਨੂੰ ਜਾ ਰਹੀ ਹੈ, ਇਹਦੇ ਵਿਚਾਲਾ ਕਿਤੇ ਲੱਭਣਾ ਪੈਣਾ। ਔਰ ਤੁਸੀਂ ਕਿਸੇ ਦੇ ਵਿੱਚੋਂ ਪ੍ਰੇਮ ਨਿਚੋੜਨ ਦੀ ਕੋਸ਼ਿਸ਼ ਨਾ ਕਰੋ, ਇੱਜ਼ਤ ਦਿਓ ਉਹਨੂੰ, ਤੇ ਇਹੀ ਮੈਂ ਕਹੂੰਗਾ। ਤੇ ਮੈਡਮ ਸਾਡੀ ਦਾ ਜਿਹੜਾ ਸਭ ਤੋਂ ਵਧੀਆ ਖੂਬਸੂਰਤੀ ਗੱਲ ਹੈ, ਜਦੋਂ ਤੱਕ ਸਾਨੂੰ ਇਹ ਗੱਲਾਂ ਸਮਝ ਆਉਂਦੀਆਂ ਉਦੋਂ ਤੱਕ ਜਿਹੜਾ ਉਹਨੂੰ ਕੁਸ਼ਨ ਦਿੱਤਾ ਉਸ ਚੀਜ਼ ਨੂੰ, ਜਿਹੜਾ ਮੇਰੀਆਂ ਫਰਸਟ੍ਰੇਸ਼ਨਸ ਜਿਹੜੀਆਂ ਸੀਗੀਆਂ ਉਹ ਕਿਵੇਂ ਹੋ ਕੇ ਨਿਕਲਦੀਆਂ, ਕਿਉਂਕਿ ਮੁਖਤਿਆਰਨਾਮਾ ਤਾਂ ਇਹਦੇ 'ਤੇ ਸੀ, ਬਾਕੀ ਤੇ ਜੁੱਤੀਆਂ ਮਾਰਨਗੇ ਤੁਹਾਡੇ। ਹਾਂਜੀ, ਉਸ ਚੀਜ਼ ਨੂੰ ਇੱਕ ਕੁਸ਼ਨ ਦੇ ਕੇ, ਸ਼ੌਕਰ ਦੇ ਕੇ ਅਬਜ਼ੋਰਬ ਕਰਨਾ, ਉਹ ਇਹਦੀ ਜਿੱਤ ਨਾਲੋਂ ਵੱਡੀ ਇਹਦੀ ਮਾਂ-ਬਾਪ ਦੀ ਜਿੱਤ ਸੀ, ਇਹਦੇ ਦੋਸਤਾਂ ਦੀ ਜਿੱਤ ਸੀ, ਇਹਦੇ ਆਸ-ਪਾਸ ਦੀ, ਕਿ ਉਨਾ ਕੁ ਟਾਈਮ ਦਿੱਤਾ ਕਿ ਤੁਸੀਂ ਆਪਸ ਦੇ ਵਿੱਚ ਇੱਕ ਮੈਚਿੰਗ ਬਣਾ ਲਓ, ਅੰਡਰਸਟੈਂਡਿੰਗ ਬਣਾ ਲਓ। ਤਾਂ ਜਿੰਨੀ ਜਲਦੀ ਤੁਸੀਂ ਉਹ ਸਮਝ ਜਾਓਗੇ ਉਨਾ ਹੀ ਜੀਵਨ ਤੁਹਾਡਾ ਵਧੀਆ ਹੋਣ ਵਾਲਾ। ਤਾਂ ਰਿਸ਼ਤੇ ਮੈਨੇਜ ਕਰਨੇ ਪੈਣਗੇ ਇਹਦੇ ਵਿੱਚ। ਤੁਸੀਂ ਇਹ ਨਾ ਸਮਝੋ ਵੀ ਕੋਈ ਗੋਡ ਮੇਡ ਰਿਸ਼ਤਾ ਆ ਗਿਆ ਜਾਂ ਕੁਛ। ਕੀ ਕਹੋਗੇ ਤੁਸੀਂ ਇਹਦੇ ਬਾਰੇ ਮੈਡਮ? ਮੈਂ ਇਹੀ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੀ ਸੀ। ਜਦੋਂ ਅਸੀਂ ਪਿਛਲੀ ਵਾਰ ਆਏ ਸੀ ਤਾਂ ਸਰ ਨੇ ਮੁਲਾਕਾਤ 'ਚ ਕਿਹਾ ਸੀਗਾ ਕਿ ਸ਼ੁਰੂਆਤ ਦੀ ਜ਼ਿੰਦਗੀ ਉਵੇਂ ਦੀ ਨਹੀਂ ਸੀ ਸਾਡੀ ਵਿਆਹ ਦੀ, ਹੈ ਨਾ, ਦੋਵਾਂ ਦੀ, ਕਿ ਸਾਨੂੰ ਲੱਗੇ ਕਿ ਅਸੀਂ ਦੋਵੇਂ ਇੱਕ ਦੂਜੇ ਲਈ ਪਰਫੈਕਟ ਹਾਂ, ਜਾਂ ਉੱਦਾਂ ਦਾ ਤਾਲਮੇਲ ਨਹੀਂ ਸੀ ਜਿਵੇਂ ਆਮ ਲੋਕਾਂ ਦਾ ਕਈ ਵਾਰੀ ਹੁੰਦਾ ਹੈ। ਬਹੁਤ ਕੁਝ ਬਦਲਿਆ ਇਹਨਾਂ ਦੇ ਵਿੱਚ, ਜਾਂ ਫਿਰ ਤੁਹਾਡੇ ਅੰਦਰ ਹੀ ਇੰਨੀ ਸਹਿਜਤਾ ਸੀ ਕਿ ਇਹਨਾਂ ਨੂੰ ਲੱਗਿਆ ਕਿ ਨਹੀਂ, ਇਹਦੇ ਲਈ ਮੈਂ ਬਹੁਤ ਕੁਝ ਆਪਣੀ ਜ਼ਿੰਦਗੀ 'ਚ ਬਦਲ ਸਕਦਾ? ਨਹੀਂ, ਬਹੁਤ ਕੁਝ ਬਦਲਿਆ ਇਹਨਾਂ ਦੇ ਵਿੱਚ। ਜਦੋਂ ਸੀਗੇ ਤਾਂ ਇਹਨਾਂ ਦਾ ਇੰਨਾ ਗੁੱਸਾ ਸੀਗਾ ਕਿ ਤੁਸੀਂ ਸਹਿ ਨਹੀਂ ਸਕਦੇ ਸੀ ਗੁੱਸਾ। ਮਤਲਬ ਇੱਕਦਮ ਜੇ ਗੁੱਸਾ ਆ ਗਿਆ, ਪਤਾ ਨਹੀਂ ਕਿਸ ਗੱਲ 'ਤੇ ਗੁੱਸਾ ਆ ਜਾਣਾ ਹੈ। ਔਰ ਮਜ਼ੇਦਾਰ ਗੱਲ, ਮੈਂ ਜਿਸ ਮਾਹੌਲ 'ਚ ਆਈ ਸੀਗੀ, ਸਾਡੇ ਉੱਥੇ ਕੀ ਸੀਗਾ ਕਿ ਜੇ ਗੁੱਸੇ ਹੋਏ ਆ, ਆਪਾਂ ਲੜੇ, ਮੰਮੀ ਨੇ ਕੁਝ ਕਿਹਾ ਜਾਂ ਕਿਸ ਨੇ ਵੀ ਕੁਝ ਕਿਹਾ, ਐਨੀਬਡੀ, ਤਾਂ ਉਹ ਅਸੀਂ 5 ਮਿੰਟ ਬਾਅਦ ਵਾਪਸ ਫਿਰ ਆਪਣੇ ਕੰਮ ਵਾਸਤੇ ਫਿਰ ਬੁਲਾ ਲੈਣਾ। ਔਰ ਸਾਡੀ ਗੁੱਸਾ ਕਦੋਂ ਲੜਾਈ ਹੋਈ, ਕਦੋਂ ਖਤਮ ਹੋ ਗਈ, ਸਾਨੂੰ ਪਤਾ ਹੀ ਨਹੀਂ ਲੱਗਦਾ ਸੀਗਾ। ਔਰ ਇੱਥੇ ਇਹਨਾਂ ਦੇ ਹੈਗਾ ਸੀਗਾ ਕਿ ਜੇ ਕੋਈ ਗੁੱਸਾ ਹੋਇਆ ਹੈ, ਮਤਲਬ ਮਹੀਨੋਂ ਇੱਕ ਦੂਜੇ ਨੂੰ ਬੁਲਾ ਹੀ ਨਹੀਂ ਰਹੇ ਹੈ। ਮੈਂ ਬੜਾ ਹੈਰਾਨ ਹੋਇਆ ਕਰਨਾ ਵੀ ਇਹ ਕੀ ਪ੍ਰੋਬਲਮ ਹੈਗੀ ਹੈ, ਅਸੀਂ ਤਾਂ 5 ਮਿੰਟ ਤੋਂ ਉੱਪਰ ਤੁਸੀਂ ਨਿਕਾਲਦੇ ਨਹੀਂ ਆ। ਤਾਂ ਉਸ ਚੀਜ਼ ਨੂੰ ਕਰਨਾ, ਉਸ ਚੀਜ਼ ਨੂੰ ਸਹਿ ਕੇ ਨਿਕਲਣਾ, ਉਹ ਬੜਾ ਮੁਸ਼ਕਿਲ ਸੀਗਾ। ਔਰ ਗੁੱਸੇ ਦੇ ਬਾਅਦ ਇਹਨਾਂ ਨੇ ਬਾਅਦ ਵਿੱਚ ਆਪਣੀ ਬਹੁਤ ਚੇਂਜਿਸ ਲੈ ਕੇ ਆਏ। ਮਤਲਬ ਹੁਣ ਮੈਂ ਕਹਾਂਗੀ ਮੈਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਇਹਨਾਂ ਨੂੰ ਨਹੀਂ ਆਉਂਦਾ। ਮੈਂ ਹੁਣ ਕਈ ਵਾਰ ਅੱਗੋਂ ਦੀ ਪੈ ਜਾਂਦੀ ਹੁੰਦੀ ਹਾਂ ਤਾਂ ਲੜ ਪੈਂਦੀ ਹੁੰਦੀ ਹਾਂ। ਇਹ ਨਹੀਂ ਹੁਣ ਲੜਦੇ, ਇਹ ਚੁੱਪ ਕਰਕੇ ਸਾਹਮਣੇ ਹੱਸੀ ਜਾਣਗੇ, ਅੱਛਾ ਹੁਣ ਤੇਰਾ ਖਤਮ ਹੋ ਗਿਆ ਗੁੱਸਾ, ਹੁਣ ਠੀਕ ਹੈ, ਹੁਣ ਠੰਡੀ ਹੋ ਗਈ ਹੈ, ਤਾਂ ਇਸ ਤਰ੍ਹਾਂ ਕਰਨਗੇ। ਜਦਕਿ ਪਹਿਲੇ ਉਲਟਾ ਹੁੰਦਾ ਸੀਗਾ, ਮੈਂ ਚੁੱਪ ਕਰਕੇ ਬੈਠਦੀ ਹੁੰਦੀ ਸੀ, ਆਪਣਾ ਪੂਰੀ ਭੜਾਸ ਨਿਕਾਲਦੇ ਹੁੰਦੇ ਸੀਗੇ। ਤਾਂ ਉਸ ਚੀਜ਼ ਵਿੱਚ ਮੈਂ ਕਹਾਂਗੀ ਸਮੇਂ ਦੇ ਨਾਲ ਮੇਰੇ ਨਾਲੋਂ ਇਹਨਾਂ ਨੇ ਜ਼ਿਆਦਾ ਕੀਤਾ, ਮੈਂ ਉਲਟ ਹੋ ਗਈ ਹਾਂ, ਹੁਣ ਇਹਨਾਂ ਵਰਗੀ ਬਣ ਗਈ ਹਾਂ, ਤੇ ਇਹ ਡਿਫਰੈਂਟ ਹੋ ਗਿਆ। ਪਰ ਮੈਨੂੰ ਲੱਗਦਾ ਹੁੰਦਾ ਵੀ ਬੰਦੇ 'ਚ ਤਬਦੀਲੀ ਆਉਣੀ ਬਹੁਤ ਔਖੀ ਹੁੰਦੀ ਹੈ, ਹਨਾ। ਔਰਤ 'ਚ ਬਹੁਤ ਛੇਤੀ ਆ ਜਾਂਦੀ ਹੈ, ਬਹੁਤ ਛੇਤੀ ਆਉਂਦੀ, ਕਿਉਂਕਿ ਇੱਕ ਤਾਂ ਸਾਡੇ ਲਈ ਉਦੋਂ ਨਵਾਂ ਮਾਹੌਲ ਹੁੰਦਾ, ਸਾਨੂੰ ਲੱਗਦਾ ਹੁੰਦਾ ਵੀ ਨਹੀਂ, ਇਹਦੇ 'ਚ ਢਲ ਕੇ ਹੀ ਸਾਡੀ ਜ਼ਿੰਦਗੀ ਜਿਹੜੀ ਬਣ ਸਕਦੀ ਹੈ, ਹਨਾ। ਬੰਦਾ ਬਿਲਕੁਲ ਉਸੇ ਘਰ 'ਚ ਹੁੰਦਾ ਜਿੱਥੇ ਉਹ ਜੰਮਿਆ ਪਲਿਆ, ਸੇਮ ਆਦਤਾਂ। ਮੈਨੂੰ ਲੱਗਦਾ ਹੁੰਦਾ ਵੀ ਬਹੁਤ ਰੇਅਰ ਕਿਤੇ ਹੋਊ ਜਿੱਥੇ ਬੰਦਾ ਕਹੇਗਾ ਕਿ ਇਹ ਮੇਰੀ ਜ਼ਿੰਦਗੀ 'ਚ ਆਈ ਤੇ ਮੈਂ ਬਹੁਤ ਕੁਛ ਇਹਦੇ ਹਿਸਾਬ ਨਾਲ ਬਦਲ ਲਿਆ। ਉਹ ਇਹ ਜ਼ਰੂਰ ਕਹੇਗਾ ਮੈਂ ਸਮੇਂ ਦੇ ਹਿਸਾਬ ਨਾਲ ਬਦਲ ਲਿਆ ਨਾ। ਤਾਂ ਇਹ ਤਬਦੀਲੀ ਇੱਕ ਦਿਨ 'ਚ ਤਾਂ ਨਹੀਂ ਆਈ ਹੋਣੀ, ਹੈ ਨਾ। ਬਹੁਤ ਟਾਈਮ ਲੱਗਾ, ਕਿਉਂਕਿ ਜਦੋਂ ਸਾਡਾ ਮੈਰਿਜ ਹੋਈ ਉਸ ਤੋਂ ਬਾਅਦ ਵੀ ਜਿਵੇਂ ਦੱਸਿਆ ਕਿ ਮੰਮੀ ਸਾਡੇ ਥੋੜ੍ਹੇ ਡੋਮੀਨੇਟਿੰਗ ਸੀਗੇ, ਤਾਂ ਕਈ ਵਾਰ ਕੋਈ ਗੱਲ ਹੋ ਜਾਣੀ ਤਾਂ ਮੰਮੀ ਨੇ ਗੁੱਸਾ ਕਰ ਪੈਣਾ, ਬੋਲ ਪੈਣਾ, ਤਾਂ ਇਹਨਾਂ ਨੇ ਜਾ ਕੇ ਮੈਨੂੰ ਕਹਿਣਾ ਕੁਛ ਨਹੀਂ ਹੁੰਦਾ, ਮੈਂ ਤੇਰੇ ਨਾਲ ਆ ਨਾ। ਹਰ ਵੇਲੇ ਮਤਲਬ ਇਹਨਾਂ ਨੇ ਪਿੱਛੇ ਸਾਥ ਰੱਖਿਆ। ਉਹਨਾਂ ਨੇ ਜਿਵੇਂ ਆਮ ਘਰਾਂ 'ਚ ਹੁੰਦਾ ਹੈ ਕਿ ਥੋੜ੍ਹਾ ਜਿਹਾ, ਚਾਹੇ ਬੇਟੀ ਕਹਿੰਦੇ ਤਾਂ ਹੈ ਪਰ ਉਹ ਬੇਟੀ ਮੰਨੀ ਨਹੀਂ ਜਾਂਦੀ, ਬੇਟੀ ਵਾਲਾ ਹੁੰਦਾ ਨਹੀਂ, ਕਹਿਣ ਨੂੰ ਹੀ ਹੁੰਦਾ ਬਸ ਦੁਨੀਆ ਨੂੰ। ਬਟ ਉਹ ਮੇਰੀ ਸਿਸਟਰ ਇਨ ਲੋ ਨੇ ਸੇਮ ਗੱਲ ਕਹਿ ਦੇਣੀ ਤਾਂ ਉਹ ਠੀਕ ਸੀਗਾ, ਬਟ ਜੇ ਮੈਂ ਕਹਿਤੀ ਤਾਂ ਉਹ ਇੱਕ ਪ੍ਰੋਬਲਮ ਬਣ ਜਾਂਦੀ ਸੀਗੀ। ਪਰ ਇਹਨਾਂ ਨੇ ਬੜਾ ਉਸ ਵੇਲੇ ਮੈਨੂੰ ਸਹਾਰਾ ਦੇ ਹੀ ਰੱਖਣਾ। ਨਹੀਂ ਤਾਂ ਮੈਨੂੰ ਕਈ ਵਾਰ ਮਤਲਬ ਜਦੋਂ ਕੁਝ ਕੰਮ ਕਰਕੇ ਆਉਣਾ ਕਿਚਨ ਦੇ ਵਿੱਚ, ਕੁਝ ਮੈਂ ਆ ਕੇ ਰੋਈ ਜਾਣਾ ਆ ਕੇ ਕਮਰੇ ਵਿੱਚ ਕਿ ਮੈਨੂੰ ਅੱਜ ਇਸ ਤਰ੍ਹਾਂ ਕਹਿ ਦਿੱਤਾ, ਉਸ ਤਰ੍ਹਾਂ ਕਹਿ ਦਿੱਤਾ। ਪਰ ਇਹਨਾਂ ਨੇ ਮੈਨੂੰ ਪੂਰਾ ਸਪੋਰਟ ਦੇਣਾ ਕਿ ਨਹੀਂ ਕੁਛ ਨਹੀਂ ਹੁੰਦਾ, ਤੂੰ ਫਿਕਰ ਨਾ ਕਰ। ਉਹ ਕਹਿੰਦੇ ਨਾ ਤੂੰ ਕੰਨ ਕੇ ਛੱਡ, ਮੈਂ ਤੈਨੂੰ ਕੁਛ ਕਿਹਾ, ਮੈਂ ਤੈਨੂੰ ਕੁਛ ਨਹੀਂ ਕਿਹਾ ਨਾ। ਮਤਲਬ ਉਹ ਬਹੁਤ ਵੱਡੀ ਸਪੋਰਟ ਸੀਗੀ। ਨਹੀਂ ਤਾਂ ਸ਼ਾਇਦ ਮੈਂ ਜਿਸ ਤਰ੍ਹਾਂ ਦੇ ਕਈ ਵਾਕਿਆਤ ਹੋਏ ਹੁਣ ਤੱਕ ਹੀ ਆਪਾਂ ਨੇ ਚਲੋ ਹੁਣ ਫਰੋਲ ਨੇ, ਬਟ ਉਸ ਤੋਂ ਕਰਦੇ ਬਹੁਤ ਕੁਝ ਹੁੰਦਾ ਰਿਹਾ। ਬਟ ਇਹਨਾਂ ਨੇ ਇੰਨੀ ਸਪੋਰਟ ਦਿੱਤੀ ਕਿ ਮੈਂ ਆਰਾਮ ਨਾਲ ਬੈਠ। ਮੰਮੀ ਨੂੰ ਕਹਿੰਦੇ ਸੀ ਕਿ ਤੁਸੀਂ ਬਸ ਫਿਕਰ ਨਾ ਕਰੋ, ਮੈਂ ਬਿਲਕੁਲ ਠੀਕ ਹੈਗੀ ਹਾਂ, ਮੈਨੂੰ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਸਹੀ ਆ।
ਤਾਂ ਉਹ ਸਪੋਰਟ ਔਰ ਉਹ ਸਾਰਾ ਕੁਝ ਬਾਵਜੂਦ ਇਹਨਾਂ ਦੇ ਗੁੱਸੇ ਦੇ ਬਹੁਤ ਵੱਡਾ ਸੀਗਾ ਉਹਨੇ ਮਤਲਬ। ਔਰ ਉਸ ਤੋਂ ਬਾਅਦ ਫਿਰ ਜ਼ਿੰਦਗੀ ਦੇ ਵਿੱਚ ਵੀ ਇਹਨਾਂ ਨੇ ਜੇ ਮੈਂ ਕੁਝ ਕਰਨਾ ਹੈ, ਕੁਝ ਕਰਨਾ ਚਾਹਨੀ ਹਾਂ ਤਾਂ ਕਦੀ ਮੈਨੂੰ ਨਾ ਨਹੀਂ ਕੀਤੀ। ਹਾਂਜੀ ਜੋ ਮੈਂ ਕਹਿਤਾ ਹਾਂ ਤੈਨੂੰ ਠੀਕ ਲੱਗਦਾ ਕਰ ਲੈ। ਔਰ ਜੇ ਮੈਂ ਅੱਜ ਇਹਨਾਂ ਕੰਮ ਕਰ ਰਹੀ ਹਾਂ, ਸਭ ਕੁਝ ਕਰ ਰਹੀ ਹਾਂ, ਉਹ ਮੈਂ ਕਹਾਂਗੀ ਇਹਨਾਂ ਦੀ ਬਦੌਲਤ ਹੀ ਹੈ ਕਿ ਇਹਨਾਂ ਨੇ ਮੈਨੂੰ ਕਦੀ ਰੋਕਿਆ ਨਹੀਂ ਕਿ ਮੈਂ ਟ੍ਰੇਨਿੰਗ ਤੇ ਜਾਣਾ ਹੈ, ਮੈਂ ਬਾਹਰ ਜਾਣਾ ਹੈ, ਕਿਤੇ ਜਾਣਾ ਹੈ, ਤੂੰ ਕਰ, ਤੂੰ ਜੋ ਕਰਨਾ ਚਾਹੁੰਦੀ ਕਰ, ਤੈਨੂੰ ਠੀਕ ਲੱਗਦਾ ਤੂੰ ਕਰ ਲੈ, ਮੈਨੂੰ ਪਤਾ ਤੂੰ ਕਰ ਸਕਦੀ ਹੈ। ਤਾਂ ਉਹ ਮੇਰੇ ਲਈ ਇੱਕ ਬਹੁਤ ਵੱਡੀ ਸਪੋਰਟ ਸੀਗੀ ਮੈਂ ਕਹਿ ਰਹਾ। ਹਾਂਜੀ ਔਰ ਮੈਨੂੰ ਇੱਕ ਹੋਰ ਚੀਜ਼ ਹੁੰਦੀ ਸੀਗੀ ਜਦੋਂ ਮੈਂ ਛੋਟੀ ਵੀ ਸੀਗੀ, ਮੇਰੇ ਲਈ ਨਾ ਕਿਸੇ ਕੋਲੋਂ ਦੀ ਪੈਸਾ ਮੰਗਣਾ, ਕੋਈ ਮੈਨੂੰ ਦੇ ਦਿਓ ਕਰਨਾ ਬਹੁਤ ਮੁਸ਼ਕਿਲ ਲੱਗਦਾ ਸੀਗਾ। ਤਾਂ ਉਹ ਚੀਜ਼ ਇਹਨਾਂ ਨੇ ਮਹਿਸੂਸ ਕਰ ਲਈ ਸੀਗੀ ਵੀ ਇਹਦੇ ਕੋਲੋਂ ਦੀ ਨਾ ਜੇ ਮੈਂ ਕਿਸੇ ਨੂੰ ਜੇ ਕਹਿਣਾ ਮੈਂ ਫੜ ਲੈ ਤਾਂ ਇਹ ਲੈਣ ਨੂੰ ਬੜਾ ਅਖਰਦਾ ਹੈ। ਤੈਨੂੰ ਹਰ ਵਾਰ ਸੀਗਾ ਵੀ ਕੁਝ ਕਰ ਲੈ, ਆਪਣਾ ਕੁਝ ਕਰੇ, ਆਪਣੇ ਆਪ ਤੇ ਕਰੀ ਜਾਵੇ ਤਾਂ ਚੰਗੀ ਗੱਲ ਹੈਗੀ ਹੈ। ਤਾਂ ਉਸ ਚੀਜ਼ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ, ਮਤਲਬ ਹਰ ਵੇਲੇ ਮੈਨੂੰ ਸਪੋਰਟ ਹੀ ਕੀਤਾ। ਕਦੀ ਜੇ ਮੈਂ ਕਦੀ ਘਬਰਾਈ ਵੀ ਹੁੰਨੀ ਆ, ਕੋਈ ਐਕਸ਼ਨ ਹੋ ਜਾਏ, ਕਦੀ ਕੋਈ ਸਟਾਫ 'ਚ ਪ੍ਰੋਬਲਮ ਆ ਜਾਂਦੀ ਹੈ ਤਾਂ ਮੈਨੂੰ ਪਤਾ ਪਿੱਛੇ ਹੈਗੇ ਆ, ਮੈਨੂੰ ਸਾਂਭ ਲੈਣਗੇ, ਕਰ ਲੈਣਗੇ, ਠੀਕ ਕਰ ਲੈਣਗੇ। ਤਾਂ ਉਹ ਚੀਜ਼ ਮਤਲਬ ਕਹਿ ਲਓ ਕਿ ਕਿਸਮ ਦਾ ਕਹਿ ਲਓ ਕਿ ਉਸ ਰਿਲੇਸ਼ਨ ਨੂੰ ਹੋਰ ਜ਼ਿਆਦਾ ਇੱਕ ਮਤਲਬ ਇੱਕ ਇਫੈਕਟ ਦੇ ਦਿੰਦਾ ਹੈ। ਔਰਤ ਤੋਂ ਹਮੇਸ਼ਾ ਸਭ ਤੋਂ ਪਹਿਲਾਂ ਇਹ ਡਿਮਾਂਡ ਕੀਤੀ ਜਾਂਦੀ ਹੈ ਜਾਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਪ੍ਰਾਇੋਰਟੀ ਬੇਸ ਬੱਚੇ ਨੇ, ਹਸਬੈਂਡ ਹੈ, ਉਸ ਤੋਂ ਬਾਅਦ ਜਿਹੜੇ ਸੁਪਨੇ ਤੂੰ ਲੈ ਕੇ ਇਸ ਘਰ 'ਚ ਆਈ ਸੀ ਤੂੰ ਉਹਨਾਂ ਬਾਰੇ ਸੋਚ ਸਕਦੀ ਆ, ਪਰ ਪਹਿਲਾਂ ਪਹਿਲੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਕੇ, ਹੈ ਨਾ। ਮੈਨ ਐਂਡ ਵੂਮਨ ਜਿਹੜੇ ਹੈ ਦੋਨੋਂ ਹੋ ਕੇ ਹੀ ਪੂਰੇ ਹੋਣਗੇ, ਇਕੱਲਾ ਇਕੱਲਾ ਕੋਈ ਪੂਰਾ ਹੋ ਨਹੀਂ ਸਕਦਾ। ਇਸ ਤੋਂ ਬਿਊਟੀਫੁਲ ਕੋਈ ਰਿਲੇਸ਼ਨ ਨਹੀਂ ਹੈ। ਇੱਕ ਨਾ ਗਾਣਾ ਜਿਹਾ ਉਦੋਂ ਟੀਵੀ ਤੇ ਆ ਰਿਹਾ ਸੀ, ਮੈਂ ਵੀ ਝੱਲਾ ਤੇ ਤੂੰ ਵੀ ਝੱਲੀ ਮਿਲ ਗਈ, ਇਸ ਤਰ੍ਹਾਂ ਦਾ ਕੋਈ ਗਾਣਾ ਸੀ ਤਾਂ ਸਾਡੇ ਤੋਂ ਫਿੱਟ ਹੋ ਜਾਂਦਾ ਸੀ ਉਹ। ਤੁਸੀਂ ਅੱਜ ਵੀ ਜੇ ਕਿਸੇ ਭਿਖਾਰੀ ਨੂੰ ਕਹੋ ਘਰ ਕੰਮ ਕਰੇਗਾ, ਦੌੜ ਜੂਗਾ, ਉਹ ਦੌੜ ਜੂਗੀ ਜਾਂ ਦੌੜ ਜੂਗਾ। ਜੇ ਉਹਨੂੰ ਕਹੋ ਵੀ ਪੜ੍ਹੇਗਾ ਤਾਂ ਸ਼ਾਇਦ ਹੀ ਕੋਈ ਮਿਲੇ, ਕਹਿੰਦਾ ਮੈਂ ਪੜ੍ਹੂੰਗਾ। ਉਹ ਮੁੰਡਾ ਅੱਜ ਡਿਪਟੀ ਕਮਿਸ਼ਨਰ ਹੈ, ਕੈਨ ਯੂ ਇਮੈਜਿਨ। ਸਿਰਫ ਇਹ ਹੈ ਵੀ ਅਸੀਂ ਪੈਸਾ ਆਪਣੇ ਤੋਂ ਉੱਪਰ ਵਾਲੇ ਦਾ ਦੇਖਦੇ ਹਾਂ, ਧਰਮ ਆਪਣੇ ਤੋਂ ਥੱਲੇ ਵਾਲੇ ਦਾ ਦੇਖਦੇ ਹਾਂ, ਦੂਸਰੇ ਦੇ ਨੁਕਸ ਦੇਖੀ ਜਾਂਦੇ ਹਾਂ। ਸਮੇਂ ਦਾ ਹਾਣੀ ਬਣਨਾ ਪੈਣਾ ਤੁਹਾਨੂੰ। ਖੜਾ ਤਾਂ ਪਾਣੀ ਵੀ ਬਦਬੂ ਮਾਰ ਜਾਂਦਾ।